ਵਾਹਿਗੁਰੂ ਜੀ ਤੀਰਥ ਤਪ ਦਇਆ ਦਤ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜੋ ਜਪਜੀ ਸਾਹਿਬ ਦੀ ਕਥਾ ਸਤਿਗੁਰੂ ਜੀ ਕਰਵਾ ਰਹੇ ਨੇ, ਕਿਰਪਾ ਕਰਕੇ 20 ਪੌੜੀਆਂ ਪਿੱਛੇ ਹੋ ਚੁੱਕੀਆਂ ਨੇ। 21ਵੀਂ ਪੌੜੀ ਦਾ ਸਿਧਾਂਤ ਅੱਜ ਇਹ ਕਥਾ ਵਿਚਾਰ ਸ਼ੁਰੂ ਹੋ ਰਹੀ ਹੈ। ਮਨ ਬਿਰਤੀ ਇਕਾਗਰ ਕਰਕੇ ਆਓ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੀ। ਸ੍ਰੀ ਵਾਹਿਗੁਰੂ ਜੀ ਤੀਰਥ ਤਪ ਦਇਆ ਦਤ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜੋ ਜਪਜੀ ਸਾਹਿਬ ਦੀ ਕਥਾ ਸਤਿਗੁਰੂ ਜੀ ਕਰਵਾ ਰਹੇ ਨੇ, ਕਿਰਪਾ ਕਰਕੇ 20 ਪੌੜੀਆਂ ਪਿੱਛੇ ਹੋ ਚੁੱਕੀਆਂ ਨੇ। 21ਵੀਂ ਪੌੜੀ ਦਾ ਸਿਧਾਂਤ ਅੱਜ ਇਹ ਕਥਾ ਵਿਚਾਰ ਸ਼ੁਰੂ ਹੋ ਰਹੀ ਹੈ। ਮਨ ਬਿਰਤੀ ਇਕਾਗਰ ਕਰਕੇ ਆਓ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੀ। ਸ੍ਰੀ ਵਾਹਿਗੁਰੂ ਜੀ ਤੀਰਥ ਤਪ ਦਇਆ ਦਤ ਦਾਨ। ਸਿੱਧਾਂ ਦੇ ਉੱਤਰ ਪ੍ਰਸ਼ਨ ਚੱਲਦੇ ਨੇ। ਸਿੱਧਾਂ ਨੇ ਇੱਕ ਪ੍ਰਸ਼ਨ ਰੂਪ ਦੇ ਵਿੱਚ ਰਾਇ ਦਿੱਤੀ ਔਰ ਪੁੱਛਣਾ ਵੀ ਚਾਹਿਆ ਵੀ ਜੀ ਤੁਸੀਂ ਜਿਹੜਾ ਪਿੱਛੇ ਸਾਨੂੰ ਇਹ ਨਿਸ਼ਚਾ ਕਰਾਇਆ ਹੈ, ਜੀਵ ਨੂੰ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਆਪੇ ਬੀਜ ਆਪੇ ਹੀ ਖਾਓ, ਨਾਮ ਤੋਂ ਬਿਨਾਂ ਗਤੀ ਨਹੀਂ ਹੁੰਦੀ। ਪਰ ਦੇਖਣ ਵਿੱਚ ਆਮ ਆਇਆ ਹੈ ਵੀ ਬਹੁਤ ਸਾਰੇ ਤੀਰਥਾਂ ਦੇ ਉੱਤੇ ਬੜੇ ਬੜੇ ਇਕੱਠ ਹੁੰਦੇ ਨੇ, ਲੋਕ ਜਾਂਦੇ ਨੇ, ਦਾਨ ਪੁੰਨ ਕਰਦੇ ਹੈ, ਅਤੇ ਤੁਸੀਂ ਨਹੀਂ ਤੀਰਥਾਂ 'ਤੇ ਨਿਸ਼ਚਾ ਰੱਖਦੇ। ਤੀਰਥਾਂ 'ਤੇ ਜਾਣਾ ਚਾਹੀਦਾ ਹੈ, ਬੜਾ ਪੁੰਨ ਹੈ, ਤੁਹਾਡਾ ਇਹਦੇ 'ਚ ਕੀ ਖਿਆਲ ਹੈ? ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਬਚਨ ਉਚਾਰਨ ਕੀਤਾ, ਤੀਰਥ ਤਪ ਦਇਆ ਦਤ ਦਾਨ। ਇਹ ਪੌੜੀ ਉਚਾਰਨ ਕੀਤੀ ਹੈ ਅਤੇ ਇਸ ਪੌੜੀ ਦੇ ਅਨੁਸਾਰ ਮਹਾਰਾਜ ਉਹਨਾਂ ਦੇ ਨਾਲ ਵਿਚਾਰ ਕਰ ਰਹੇ ਹੈ। ਕਹਿੰਦੇ ਸਿੱਧੋ, ਜੇ ਕੋਈ ਵਿਅਕਤੀ ਤੀਰਥਾਂ ਦੀ ਯਾਤਰਾ ਅਤੇ ਇਸ਼ਨਾਨ ਕਰੇ, ਰਾਜਸੀ ਤਾਮਸੀ ਸ਼ਾਂਤਗੀ, ਇਹ ਤਪ ਤਪੱਸਿਆ ਵੀ ਕਰੇ। ਜਿਵੇਂ ਕਈ ਮਤ ਐਸੇ ਨੇ, ਉਹ ਦਇਆ ਦੇ ਰੂਪ ਦੇ ਵਿੱਚ ਮੂੰਹ 'ਤੇ ਪੱਟੀਆਂ ਆਦਿ ਬੰਨ੍ਹ ਕੇ ਰੱਖਦੇ ਨੇ, ਕੋਈ ਜੀਅ ਜੰਤ ਮੂੰਹ 'ਚ ਨਾ ਆ ਜਾਵੇ, ਅਤੇ ਇਸ ਪ੍ਰਕਾਰ ਦੀ ਦਇਆ ਧਾਰਨ ਵੀ ਕਰ ਲਵੇ। ਦਇਆ ਕਰਨੀ ਚੰਗਾ ਗੁਣ ਹੈ। ਕਿਸੇ ਕਾਮਨਾ ਦੀ ਪੂਰਤੀ ਵਾਸਤੇ ਦਾਨ ਦਾ ਦਤ ਨਾਮ ਦੇਣ ਦਾ ਹੁੰਦਾ ਹੈ। ਅਤੇ ਫਿਰ ਬਗਲ ਸਮਾਧੀ ਲਾਉਣ ਵਾਲੇ ਬਈ ਐਸੇ ਨੇ, ਉਹ ਪਖੰਡ ਰੂਪ ਕਰਕੇ ਆਪਣੇ ਇੰਦਰੀਆਂ ਨੂੰ ਦਤ ਕੀ ਇਹ ਦਮਨ ਕਰੇ, ਦੂਸਰਾ ਅਰਥ ਹੈ ਇਹਦਾ, ਪਰ ਅੰਦਰੋਂ ਵਿਕਾਰਾਂ ਦੀ ਇੱਛਾ ਰੱਖਦਾ ਹੋਵੇ, ਆਪਣੀ ਮੇਰ ਤੇਰ ਛੱਡ ਕੇ ਹੋਰਾਂ ਨੂੰ, ਅਤੇ ਇਸ ਤਰ੍ਹਾਂ ਦਾ ਦਾਨ ਕਰੇ। ਇਹਦੇ ਬਾਰੇ ਜੋ ਤੁਸੀਂ ਕਿਹਾ ਇਹ ਤੁਹਾਨੂੰ ਦੱਸਦੇ ਹਾਂ। ਜੇ ਕੋ ਪਾਵੈ ਤਿਲਕਾਵਾਨ। ਜੇ ਕੋਈ ਇਹ ਸਾਰੇ ਸਾਧਨ ਕਰ ਲਵੇ, ਤਿਲਕਾ ਤਿਲਕ ਜਿੰਨਾ ਹੀ ਜਿਹੜਾ ਮਾਣ ਕੀ ਸਤਿਕਾਰ ਪਾਵੈ ਪਾਉਂਦਾ, ਬਹੁਤਾ ਨਹੀਂ ਹੈ। ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹਦਾ ਮਹਾਤਮ ਨਹੀਂ ਕੋਈ ਤੀਰਥਾਂ ਦਾ ਹੈਗਾ, ਪਰ ਥੋੜ੍ਹਾ ਹੀ ਹੈ, ਬਹੁਤਾ ਨਹੀਂ ਹੈ। ਜੇ ਕੋਈ ਤੀਰਥਾਂ ਜਾ ਕੇ ਸਾਧਨ ਕਮਾਈ ਦੇ ਸਹਿਤ ਕਰਦਾ ਹੈ, ਤੀਰਥਾਂ ਦੀ ਧਰਤੀ ਭਾਈ ਪਵਿੱਤਰ ਹੁੰਦੀ ਹੈ। ਤਿਲ ਰੰਚਕ ਮਾਤਰ ਕੀਤੇ ਹੋਏ ਸਾਧਨ ਦਾ ਜਿਹੜਾ ਫਲ ਹੈ, ਉਹ ਮਾਨ ਕੀਏ ਮਣਾ ਮੂੰਹ ਹੀ ਮਿਲ ਜਾਂਦਾ ਹੈ, ਪਾਪ ਬਹੁਤਾ ਮਿਲ ਜਾਂਦਾ ਹੈ। ਅਤੇ ਜਿਸ ਤਰ੍ਹਾਂ ਅਕਬਰ ਬਾਦਸ਼ਾਹ ਦੀ ਗੱਲ ਆਉਂਦੀ ਹੈ, ਅਕਬਰ ਬਾਦਸ਼ਾਹ ਨੇ ਇੱਕ ਵਾਰੀ ਤ੍ਰਿਕਾਲਦਰਸ਼ੀ ਮਹਾਂਪੁਰਸ਼ ਨੂੰ ਪੁੱਛਿਆ, ਕਹਿੰਦੇ ਜੀ ਕਰਮਾਂ ਦੇ ਅਨੁਸਾਰ ਕਹਿੰਦੇ ਹੈ ਵੀ ਸਾਰੇ ਪਦਾਰਥ ਮਿਲਦੇ ਹੈ, ਮੈਂ ਪੂਰਵ ਜਨਮ ਵਿੱਚ ਕੀ ਐਸਾ ਕਰਮ ਕੀਤਾ ਸੀ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਉਹ ਕਹਿੰਦੇ ਬਾਦਸ਼ਾਹ ਕਾਹਨੂੰ ਪੁੱਛਦਾ, ਦੁਖਦਾਈ ਗੱਲ ਹੈ। ਕਹਿੰਦੇ ਨਹੀਂ ਜੀ ਦੱਸੋ। ਕਹਿੰਦੇ ਗੱਲ ਇਸ ਤਰ੍ਹਾਂ ਵੀ ਪਿਛਲੇ ਜਨਮ 'ਚ ਤੂੰ ਘਾਹੀ ਸੀ, ਘਾਹ ਖੋਤ ਕੇ ਗੁਜ਼ਾਰਾ ਕਰਦਾ ਸੀ, ਰੋਜ਼ ਦੀ ਰੋਜ਼ ਰੋਟੀ ਕਮਾਉਂਦਾ ਸੀ। ਥਨੇਸਰ ਤੀਰਥ ਦੇ ਉੱਤੇ ਬਹੁਤ ਵੱਡਾ ਜੋੜ ਮੇਲਾ ਹੋ ਰਿਹਾ ਸੀ, ਬੜੇ ਲੋਕ ਦਾਨ ਪੁੰਨ ਕਰ ਰਹੇ ਸੀ। ਤੇਰੇ ਮੋਢੇ ਦੇ ਉੱਤੇ ਤਰੰਗਲੀ ਉਹ
ਜਾਲ ਜਿਹਾ ਬਣਿਆ ਹੁੰਦਾ ਹੈ ਘਾਹ ਚੁੱਕਣ ਵਾਸਤੇ, ਤਰੰਗਲੀ ਵੀ ਕਹਿ ਦਿੰਦੇ ਹੈ, ਕੋਈ ਪੱਲੀ ਕਹਿ ਦਿੰਦਾ ਹੈ। ਜਿਸ ਤਰ੍ਹਾਂ ਪੱਲੀ ਜਿਹੜੀ ਹੁੰਦੀ ਹੈ ਉਹਦੇ 'ਚ ਮੋਰੀਆਂ ਨਹੀਂ ਹੁੰਦੀਆਂ, ਇਹ ਜਿਵੇਂ ਛੁੱਕਲ ਬੁਣਿਆ ਹੁੰਦਾ ਇਸ ਤਰ੍ਹਾਂ ਹੁੰਦੀ ਸੀ, ਤਰੰਗਲੀ ਕਹਿ ਦਿੰਦੇ ਆ। ਘਾਹ ਖੋਤ ਕੇ ਉਹਦੀ ਪੰਨ ਵੱਢ ਕੇ ਲਿਆਉਂਦਾ ਸੀ। ਰੰਬਾ ਤੇ ਉਹਦੇ ਕੋਲ ਦੋ ਚੀਜ਼ਾਂ ਸੀ। ਕਹਿੰਦੇ ਬਾਦਸ਼ਾਹ, ਲੋਕਾਂ ਦੇ ਜਾ ਕੇ ਤਾਂ ਪਤਾ ਲੱਗਿਆ ਵੀ ਜਿਹੜਾ ਅੱਜ ਦੇ ਦਿਨ ਕੋਈ ਸਰਬੰਸ ਦਾਨ ਕਰੇ ਉਹਨੂੰ ਰਾਜ ਮਿਲ ਜਾਂਦਾ ਹੈ। ਤੇਰੇ ਅੰਦਰ ਰਾਜ ਦੀ ਮਨ ਦੀ ਖਿਆਲ ਹੋ ਗਿਆ। ਤੈਂ ਕਿਹਾ ਜੀ ਮੈਂ ਸਰਬੰਸ ਦਾਨ, ਮੇਰੇ ਕੋਲ ਤਾਂ ਆਹੀ ਚੀਜ਼ ਹੈ। ਕਹਿੰਦੇ ਵੀ ਜਿਹੜਾ ਕੁਛ ਕੋਲ ਹੋਵੇ ਸਾਰਾ ਹੀ ਦਾਨ ਕਰਦੇ, ਇਹਦਾ ਨਹੀਂ ਸਰਬੰਸ ਦਾਨ ਹੈ। ਇਹ ਰੰਬਾ ਤਰੰਗਲੀ ਲੈ ਕੇ ਫਿਰਦਾ ਰਿਹਾ ਵੀ ਕੋਈ ਦਾਨ ਲਵੇ। ਬ੍ਰਾਹਮਣ ਕੌਣ ਲੈਂਦਾ ਹੈ? ਬ੍ਰਾਹਮਣ ਲਾਲਚੀ ਸੀ। ਇੱਕ ਬ੍ਰਾਹਮਣ ਕੋਲ ਗਊ ਕਿਸੇ ਦੀ ਦਾਨ ਕਰੀ ਤੇ ਭੁੱਖੀ, ਨਾ ਰੰਬਾ ਕੋਲ ਨਾ ਘਾਹ ਦਾ ਕੋਈ ਸਾਧਨ। ਉਹ ਕਹਿੰਦਾ ਬ੍ਰਾਹਮਣ ਮੈਂ ਸਰਬੰਸ ਦਾਨ ਕਰਨਾ ਚਾਹੁੰਦਾ, ਤੂੰ ਮੇਰਾ ਰੰਬਾ ਤੇ ਇਹ ਤਰੰਗਲੀ ਆ ਜਿਹੜਾ ਘਾਹ ਬੰਨਣ ਵਾਲਾ ਮੇਰੇ ਕੋਲ ਸਮਾਨ ਹੈ ਪੱਲੀ, ਤੂੰ ਇਹ ਲੈ ਲੇਗਾ? ਉਹ ਕਹਿੰਦਾ ਹਾਂ ਮੈਨੂੰ ਲੋੜ ਹੈ ਇਹਦੀ। ਕਹਿੰਦੇ ਬਾਦਸ਼ਾਹ ਤੂੰ ਇਹ ਦਾਨ ਕੀਤਾ ਸੀ, ਇਹਦੇ ਬਦਲੇ ਪ੍ਰਭੂ ਨੇ ਵੀ ਇੰਨਾ ਗਰੀਬ ਹੋਣ ਦੇ ਬਾਵਜੂਦ ਤੇਰੇ ਕੋਲ ਤਾਂ ਸਾਧਨ ਹੈ ਰੋਜੀ ਰੋਟੀ ਰੋਜ਼ ਦੇ ਉਹੀ ਸੀ, ਉਹੀ ਤੂੰ ਦਾਨ ਕਰ ਦਿੱਤੇ, ਤੈਨੂੰ ਦਾਨ ਦੇ ਵਾਲੇ ਰਾਜ ਐਡਾ ਬੜਾ ਪ੍ਰਾਪਤ ਹੋਇਆ। ਫਿਰ ਉਹ ਅਕਬਰ ਕਿਹੜਾ ਭਾਈ ਸਦਾ ਹੀ ਰਹਿ ਗਿਆ ਇੱਥੇ। ਮਾਰ ਕਹਿੰਦੇ ਤਿਲਕਾ ਮਨ, ਤਿਲਕ ਜਾਣਾ ਹੀ ਹੈ, ਤਿਲਕ ਥੋੜੇ ਮਾਤਰੀ ਹੈ, ਰਹਿੰਦਾ ਨਹੀਂ ਹੈ ਕੋਲ। ਅਕਬਰ ਸੰਸਾਰ ਤੋਂ ਚਲਿਆ ਗਿਆ, ਰਾਖ ਹੋ ਗਈ। ਇਸ ਤਰ੍ਹਾਂ ਰਾਜਾ ਜੁਝਾਤੀ ਹੋਇਆ। ਉਹ ਐਡਾ ਵੱਡਾ ਬਾਦਸ਼ਾਹ ਹੋਇਆ ਵੀ ਉਹਨੇ ਜਿੱਥੇ ਤੀਰ ਮਾਰਦਾ ਸੀ, ਜਿੱਥੇ ਜਾ ਕੇ ਤੀਰ ਡਿੱਗਦਾ ਉੱਥੇ ਹੀ ਜਾ ਕੇ ਜੱਗ ਕਰਦਾ, ਬੇਦੀ ਕੱਢ ਦਿੰਦਾ। ਤੀਰ ਤੀਰ ਤੇ ਜਾ ਕੇ ਜੱਗ ਕਰਿਆ। ਉਹਦੇ ਦਾਨ ਦੇ ਪੁੰਨ ਕਰਕੇ ਇੰਦਰ ਦਾ ਰਾਜ ਉਹਨੂੰ ਪ੍ਰਾਪਤ ਹੋ ਗਿਆ। ਸਵਰਗ ਦਾ ਰਾਜਾ ਬਣਨ ਵਾਸਤੇ ਜਦੋਂ ਗਿਆ, ਇੰਦਰ ਨੂੰ ਵਕਤ ਪੈ ਗਿਆ। ਜਿਵੇਂ ਇਸ ਲੋਕ ਦੇ ਵਿੱਚ ਆਪਣੇ ਅਹੁਦਿਆਂ ਦਾ ਫਿਕਰ ਪੈਂਦਾ, ਬਾਹਰ ਦੇਵਤਿਆਂ ਨੂੰ ਵੀ ਪੈਂਦਾ। ਤੇ ਉਹ ਜਿਸ ਵੇਲੇ ਇੰਦਰ ਜਿਹੜਾ ਸੀ ਉਹ ਭੱਜ ਕੇ ਗਿਆ ਆਪਣੇ ਬ੍ਰਹਸਪਤ ਗੁਰੂ ਦੀ ਸ਼ਰਣੀ। ਕਹਿੰਦਾ ਜੀ ਕੋਈ ਮੇਰਾ ਰਾਜ ਕਿਵੇਂ ਬਚ ਸਕਦਾ? ਉਹ ਕਹਿੰਦੇ ਵੀ ਇਹ ਤਾਂ ਹੁਣ ਰੱਬ ਦਾ ਕਾਨੂੰਨ ਬਣਾਇਆ, ਉਹ ਦਾਨ ਕਰਕੇ ਆਇਆ, ਤੂੰ ਵੀ ਦਾਨ ਕਰਕੇ ਆਇਆ ਤੇ ਛੱਡ ਦੇ ਕੁਰਸੀ। ਕਹਿੰਦਾ ਜੀ ਬਹੁਤ ਔਖੀ ਲੱਗਦੀ ਹੈ ਗੱਲ, ਛੱਡ ਨਹੀਂ ਹੁੰਦੀ, ਕੋਈ ਯਤਨ ਕਰੋ ਗੁਰਦੇਵ, ਮੇਰੀ ਸਹਾਇਤਾ ਕਰੋ। ਕਹਿੰਦੇ ਇੱਕ ਹੋ ਸਕਦੀ। ਕਹਿੰਦੇ ਕੀ? ਆਖੇ ਤੂੰ ਉਹਦੇ ਕੋਲ ਜਾ, ਸਿੰਘਾਸਨ 'ਤੇ ਬਿਠਾ ਤੇ ਚਰਨਾਂ 'ਚ ਬਹਿ ਜਾ ਕਿ ਦੇਖੋ ਜੀ ਇਸ ਸਿੰਘਾਸਨ 'ਤੇ ਕਦੇ ਮੈਂ ਬਹਿੰਦਾ ਹੁੰਦਾ ਸੀ, ਅੱਜ ਤੁਸੀਂ ਬੈਠੇ ਹੋ, ਪਰ ਮੈਨੂੰ ਦੱਸੋ ਵੀ ਤੁਸੀਂ ਕੀ ਦਾਨ ਇੰਨਾ ਕੀਤਾ ਹੈ, ਕੀ ਪੁੰਨ ਕੀਤਾ? ਕਹਿੰਦੇ ਜੇ ਤੂੰ ਇਸ ਗੱਲ 'ਚ ਕਾਮਯਾਬ ਹੋ ਗਿਆ ਇੰਦਰ ਵੀ ਆਪਣੇ ਦਾਨ ਦੀ ਸੋਭਾ ਆਪ ਉਹਦੇ ਮੂੰਹ ਤੋਂ ਕਰਾਤੀ, ਉਹਦਾ ਦਾਨ ਦਾ ਫਲ ਜਿਹੜਾ ਸਾਰਾ ਨਸ਼ਟ ਹੋ ਜੂ। ਇਹਨੇ ਜੁਗਤੀ ਵਰਤੀ ਹੈ ਜੀ, ਦਾਨ ਤਾਂ ਮੈਂ ਵੀ ਕਰੇ, ਫਿਰ ਤੁਸੀਂ ਤਾਂ ਬਹੁਤ ਵੱਡੇ ਦਾਨੀ ਹੋ। ਜਿਉਂ ਲੱਗਿਆ ਫਿਰ ਗਿੱਬਣ, ਹਾਂ ਅਸੀਂ ਫਿਰ ਐਂ ਖੰਭੇ ਖੰਭੇ 'ਤੇ ਤੀਰ ਮਾਰਨਾ, ਫਿਰ ਜੱਗ ਕਰਨਾ, ਬੜਾ ਹੀ ਦਾਨ ਕੀਤਾ, ਕਹੀਂ ਗਿਆ ਕਹੀਂ ਗਿਆ। ਤੇ ਪਰਮੇਸ਼ਰ ਵੱਲੋਂ ਹੁਕਮ ਹੋ ਗਿਆ, ਕਹਿੰਦੇ ਇਹਦੇ ਪੁੰਨ ਜਿਹੜੇ ਰਾਜ ਕਰਨ ਵਾਲੇ ਸੀ ਨਸ਼ਟ ਹੋ ਗਏ, ਇਹਨੂੰ ਹੇਠਾਂ ਸਿੱਟ ਦਿਓ। ਉੱਥੋਂ ਮਾਰਿਆ ਭਗਾ ਕੇ ਸੁਰਗ 'ਚੋਂ ਨੀਮ ਖਾਮ ਤੀਰਥ ਹੈ ਉੱਥੇ ਆ ਕੇ ਡਿੱਗਿਆ। ਉੱਥੇ ਦੇ ਦੋਹਤਰੇ ਤਪ ਕਰਦੇ ਸੀ। ਹੁਣ ਸਾਧ ਸੰਗਤ ਜੀ ਮਮਤਾ ਉੱਠੀ ਵੀ ਨਾਨੇ ਦਾ ਆਹ ਹਾਲ ਹੋ ਗਿਆ, ਇਹ ਤਾਂ ਵੱਡਾ ਪ੍ਰਤਾਪੀ ਸੀ। ਅਸੀਂ ਇਹਦੇ ਦੋਹਤਰਿਆਂ ਕੋਲ ਜਾ ਕੇ ਉਹਨਾਂ ਨੇ ਚੱਕਿਆ, ਕਹਿੰਦੇ ਨਾਨਾ ਜੀ ਅਸੀਂ ਇੰਦਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇ ਸਾਡੇ ਨਾਨੇ ਦਾ ਇਹ ਹਾਲ ਕਰਿਆ, ਸਾਡੇ ਕੋਲ ਇੰਨੇ ਪੁੰਨ, ਸਾਨੂੰ ਤਾਂ ਇੱਛਾ ਨਹੀਂ ਇੰਦਰਪੁਰੀ ਦਾ ਰਾਜਾ ਬਣਨ ਦੀ। ਅਸੀਂ ਆਪਣੇ ਪੁੰਨਾਂ ਨਾਲ ਆਪਣੇ ਨਾਨੇ ਨੂੰ ਮੁੜ ਕੇ ਫਿਰ ਇੰਦਰਪੁਰੀ ਦਾ ਰਾਜ ਬਣਾਵਾਂਗੇ, ਅਸੀਂ ਤੈਨੂੰ ਪੁੰਨ ਦਿੰਦੇ ਹਾਂ। ਉਹ ਹੱਥ ਜੋੜ ਕੇ ਕਹਿੰਦਾ ਬੇਟਾ ਇਹ ਅਨਰਥ ਹੋ ਜਾਊਗਾ। ਦੋਹਤਰਿਆਂ ਦੇ ਕੋਲੋਂ ਜੇ ਕੋਈ ਨਾਨਾ ਜਾਂ ਨਾਨਕੇ ਇੰਨੇ ਕਮਜ਼ੋਰ ਹੋਣ, ਕਹਿੰਦੇ ਭੁੱਖਾ ਤਾਂ ਮਰ ਜਾ, ਪਰ ਦੋਹਤਰਿਆਂ ਕੋਲੋਂ ਲੈਣਾ ਨਹੀਂ ਬਣਦਾ, ਅਨਰਥ ਹੋ ਜਾਊਗਾ। ਇਹ ਭਾਵੇਂ ਪੁੰਨੇ ਕਿਉਂ ਨਹੀਂ ਹੈ, ਦੋਹਤਰਿਆਂ ਨੂੰ ਤਾਂ ਦੇਈਦਾ, ਲਈਦਾ ਨਹੀਂ ਹੁੰਦਾ। ਇਸ ਕਰਕੇ ਮੈਂ ਹੁਣ ਚੰਗਾ, ਮੈਂ ਭਾਣਾ ਮੰਨ ਕੇ ਹੁਣ ਤਪੱਸਿਆ ਕਰੂੰ। ਤੋ ਜੁਜਾਤੀ ਵਰਗੇ ਹੇਠਾਂ ਸਵਰਗ ਤੋਂ ਸਿੱਟੇ ਗਏ। ਮਹਾਰਾਜ ਕਹਿੰਦੇ ਵੀ ਦਾਨ, ਮੈਂ ਇਹ ਤਾਂ ਨਹੀਂ ਕਹਿੰਦਾ ਵੀ ਇਹਦਾ ਫਲ ਨਹੀਂ ਹੈ, ਤੀਰਥਾਂ ਦੇ ਉੱਤੇ ਫਲ ਤਾਂ ਹੈਗਾ, ਪਰ ਥੋੜ੍ਹੇ ਮਾਤਰ ਹੀ ਹੈ, ਤਿਲਕ ਜਾਣ ਵਾਲਾ ਹੀ ਹੈ, ਪੱਲੇ ਨਹੀਂ ਰਹਿੰਦਾ ਹੈ। ਇਸ ਕਰਕੇ ਸਦੀਵ ਹੀ ਨਹੀਂ ਰਹਿਣ ਵਾਲਾ ਹੈ। ਫਿਰ ਸਿੱਧਾਂ ਨੇ ਕਿਹਾ ਮਹਾਰਾਜ ਵੀ ਆ ਕਿਰਪਾ ਕਰਕੇ ਦੱਸੋ ਤੇ ਪਰਮਾਤਮਾ ਦੀ ਪ੍ਰਾਪਤੀ ਦਾ ਮੁੱਖ ਸਾਧਨ ਕੀ ਹੈ? ਤਾਂ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਵ। ਕਹਿੰਦੇ ਭਾਈ ਸਭ ਤੋਂ ਪਹਿਲਾ ਸਾਧਨ ਤਾਂ ਇਹ ਹੈ ਵੀ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਕਿ ਇਹ ਸਰਵਣ ਸਾਧਨ ਕਰਨਾ ਚਾਹੀਦਾ ਹੈ। ਸਰਵਣ ਗਿਆਨ ਵੀ ਕਹਿੰਦੇ ਇਹਨੂੰ। ਫਿਰ ਮੰਨਣ ਗਿਆਨ, ਮੰਨਣ ਕਰਨਾ ਚਾਹੀਦਾ ਹੈ।
ਜਿਹਨੇ ਜਿਹੜੇ ਆਇਆ ਹੀ ਨਹੀਂ ਸੰਗਤ 'ਚ ਉਹ ਸੁਣੂਗਾ ਕੀ? ਜਿਹਨੇ ਸੁਣ ਕੇ ਮੰਨਿਆ ਨਹੀਂ ਉਹਦਾ ਸੁਣਿਆ ਹੋਇਆ ਵਿਅਰਥ ਹੋ ਜਾਂਦਾ ਹੈ। ਜਿਹਨੇ ਮੰਨ ਕੇ ਨਿਧਿਆਸਨ ਨਹੀਂ ਕੀਤਾ ਉਹਦਾ ਮੰਨਿਆ ਹੋਇਆ ਵੀ ਕਿਸੇ ਅਰਥ ਨਹੀਂ ਆਉਂਦਾ। ਤੋ ਇਹ ਲੜੀ ਹੈ। ਤੋ ਇਸ ਕਰਕੇ ਕਹਿਣ ਲੱਗੇ ਵੀ ਦੇਖੋ, ਫਿਰ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਨਿਧਿਆਸਨ ਕੀਤਾ, ਸੁਣਿਆ, ਸਰਵਣ ਸਾਧਨ ਕੀਤਾ, ਮੰਨਣ ਕੀਤਾ, ਤੇ ਮਨ ਦੇ ਵਿੱਚ ਫਿਰ ਹਿਰਦੇ 'ਚ ਨਿਧਿਆਸਨ ਕੀਤਾ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦਾ ਭਾਵ, ਭੱਬੇ ਨੂੰ ਕੰਨਾ ਭਾਈ ਇਹ ਧਿਆਨ ਰੱਖਣਾ। ਜੇ ਭਾਵ ਕਹਿ ਦੂੰਗਾ ਡਰ ਦਾ ਵਾਚਕ ਬਣ ਜਾਊਗਾ, ਭੱਬੇ ਦਾ ਕੰਨਾ ਪੂਰਾ ਬੋਲੀ ਦਾ ਹੁੰਦਾ ਹੈ। ਸੰਤ ਹਜੇ ਖਿਆਲ ਰੱਖਣਾ। ਭਾਵ ਉਹ ਪ੍ਰੇਮ ਦਾ ਵਾਚਕ ਬਣ ਗਿਆ, ਤੇ ਜਾਂ ਫਿਰ ਪਰਮੇਸ਼ਰ ਵਾਹਿਗੁਰੂ ਦਾ ਗਿਆਨ, ਉਹਦਾ ਪ੍ਰਕਾਸ਼ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਅੰਤਰਗਤ ਤੀਰਥ ਮਲ ਨਾਉ। ਇਹ ਵਿਸਰਾਮਾਂ ਦੇ ਧਿਆਨ ਰੱਖਣੇ ਜਿਵੇਂ ਲੱਗ ਰਹੇ ਨੇ। ਤੀਰਥ ਤੇ ਵਿਸਰਾਮ ਹੈ। ਅੰਤਰਗਤ ਤੀਰਥ ਮਲ ਨਾਉ। ਸੰਪਰਦਾਇ 'ਚ 9 ਪਾਠ ਵੀ ਕਰ ਲੈਂਦੇ ਆ, ਪਰ ਉਹ ਨਾਮ ਦਾ ਵਾਚਕ ਦੂਜੇ ਅਰਥ 'ਚ ਹੈ, ਤੇ ਪਾਠ ਬੋਧ ਦੇ ਵਿੱਚ ਇਹੀ ਰੱਖਣਾ ਵੀ ਇਹਨੂੰ ਨਾਉ ਕਹਿਣਾ, ਇਹਨੂੰ ਨਾਹੋ ਕਹਿਣਾ, ਕਿਉਂਕਿ ਤੀਰਥ ਦੇ ਨਾਲ ਸੰਬੰਧਿਤ ਆ ਗਈ ਗੱਲ। ਨਾਉ ਦੂਜੇ ਅਰਥ ਵਿੱਚ ਆਊਗਾ। ਤੇ ਅੰਤਰਗਤ ਤੀਰਥ ਮਲ ਨਾਉ। ਅੰਤਰ ਤੇ ਗਤ ਜਿਹੜਾ ਹੈ ਇਹਨੂੰ ਵੀ ਥੋੜ੍ਹਾ ਜਿਹਾ ਅਲੱਗ-ਅਲੱਗ ਕਰਕੇ ਬੋਲਣਾ, ਬਹੁਤਾ ਨਹੀਂ, ਥੋੜ੍ਹਾ ਜਿਹਾ ਅਲੱਗ ਕਰੇ। ਅੰਤਰਗਤ ਤੀਰਥ ਮਲ ਨਾਉ, ਭਾਰਾ ਕਰਕੇ ਬੋਲਣਾ ਇਹਨੂੰ। ਤੇ ਉਹ ਗੁਰਮੁਖ ਜਨ ਜਿਹੜੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਾ ਕੇ ਤੀਰਥਾਂ ਦੀ ਪ੍ਰਾਪਤੀ ਜਿਹੜੀ ਹੁੰਦੀ ਹੈ, ਮਲ ਮਲ ਕੇ ਨਹਾਉਂਦੇ ਆ ਜਿਹੜੇ ਤੀਰਥ ਦੇ ਉੱਪਰ ਮਲ, ਉਹ ਕਹਿੰਦੇ ਜੀ ਮਲ ਮਲ ਕੇ ਤਾਂ ਨਹਾਈ ਦਾ ਨਹੀਂ, ਤੁਸੀਂ ਕਹਿੰਦਾ ਅੰਤਰਗਤ ਤੀਰਥ ਮਲ ਨਹਾਓ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਉਹ ਗੁਰਮੁਖ ਜੀਵ ਈਸ਼ ਦੇ ਅੰਦਰ ਜਿਹੜਾ ਅੰਤਰ ਕੀ ਹੈ? ਭੇਦ, ਫਰਕ, ਗਤ ਨਾਸ ਕਰਕੇ ਤੀਰਥ ਦੀ ਨਿਆਈ ਪਵਿੱਤਰ ਭਾਵ ਸੁੱਧ ਸਰੂਪ ਹੋ ਗਏ। ਉਹ ਖੁਦੇ ਤੀਰਥ ਬਣ ਗਏ। ਰਾਗ ਦਵੈਸ਼ ਅਵਿਦਿਆ ਰੂਪੀ ਮਲ ਮੈਲ ਨਾ ਉਹ ਉਹਨਾਂ ਦੀ ਨਾ ਕੀ ਇਹ ਨਹੀਂ ਰਹੀ, ਪਵਿੱਤਰ ਹੋ ਗਏ। ਉਹਨਾਂ ਨੇ ਤੀਰਥ ਪਵਿੱਤਰ, ਤੀਰਥ ਦਾ ਅਰਥ ਹੈ ਪਵਿੱਤਰ। ਪਵਿੱਤਰ ਕੀ ਹੈ? ਵਾਹਿਗੁਰੂ। ਤੇ ਅੰਦਰੋਂ ਹੀ ਗਤ ਪ੍ਰਾਪਤ ਕਰ ਲਿਆ। ਉਹ ਸੰਸਾਰ ਦੇ ਅੰਦਰ ਕਾਮ ਕ੍ਰੋਧ ਆਦਿਕਾਂ ਨੂੰ ਜਿੱਤ ਲਿਆ ਉਹਨਾਂ ਨੇ। ਜਿਵੇਂ ਪਹਿਲਵਾਨ ਦੂਜੇ ਪਹਿਲਵਾਨ ਨੂੰ ਕਾਮ ਕ੍ਰੋਧ ਆਦਿਕ ਨੂੰ ਨਿਹ ਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਉਹਨਾਂ ਦਾ ਫਿਰ ਜੀਵਨ ਨੌਕੇ ਦੀ ਨਿਆਈ ਬਣ ਗਿਆ। ਨੌਕਾ ਕੀ ਹੈ? ਬੇੜੀ। ਬੇੜੀ ਦੇ ਉੱਤੇ ਜਿਵੇਂ ਆਪ ਵੀ ਤਰੇ ਫਿਰ ਹੋਰ ਨਾਮ ਤਰਾਏ, ਮਲਾਹ ਹੀ ਬਣ ਗਏ ਉਹ, ਇੱਕ ਇਸ ਪਿੱਛੇ ਲੱਖ ਤਰਨ ਦੇ। ਉਹ ਭਗਤੀ ਰੂਪ ਬੇੜੀ ਤੇ ਹੋਰਾਂ ਨੂੰ ਵੀ ਚੜ੍ਹਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਆ। ਐਸੇ ਗੁਰਮੁਖ ਜਨ ਪਰਮੇਸ਼ਰ ਨੂੰ ਹਾਜ਼ਰ ਨਾਲ ਜਾਣ ਕੇ ਇਉਂ ਬੇਨਤੀਆਂ ਕਰਦੇ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਐਡੇ ਗੁਣਾਂ ਵਾਲੇ ਹੋ ਕੇ ਫਿਰ ਕਹਿੰਦੇ ਮਹਾਰਾਜ ਮੈਂ ਤਾਂ ਕੁਛ ਵੀ ਨਹੀਂ ਹਾਂ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਇਹ ਸਭ ਗੁਣ, ਸਾਰੇ ਗੁਣ ਤੇਰੇ, ਤੁਹਾਡੀ ਬਖਸ਼ੇ ਹੋਏ ਨੇ, ਮੈਂ ਨਾਹੀ ਕੋਏ। ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਇਹ ਅੰਦਰੋਂ ਨਿਸ਼ਚੇ ਨਾਲ ਕਹਿਣਾ। ਇੱਕ ਹੁੰਦਾ ਨਾ ਚਲਾਕੀ ਨਾਲ ਉੱਪਰੋਂ ਕਹਿਣਾ ਵੀ ਮੈਂ ਤਾਂ ਜੀ ਮੂਰਖ ਹੈ, ਮੈਨੂੰ ਅਕਲ ਨਹੀਂ। ਇਹ ਅੰਦਰ ਚਲਾਕੀ ਹੁੰਦੀ ਹੈ ਵੀ ਮੈਂ ਹੈ ਤਾਂ ਸਿਆਣਾ, ਵੀ ਇਹ ਕਹਿਣ ਵੀ ਨਹੀਂ ਵੀ ਤੂੰ ਬੜਾ ਸਿਆਣਾ ਹੈ। ਮੈਂ ਨਿਰਗੁਣੀ ਆਰੇ, ਇਹ ਬੇਨਤੀਆਂ ਕਰਨੀਆਂ। ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਸਭ ਗੁਣ ਹੇ ਪਰਮੇਸ਼ਰ ਤੇਰੇ, ਔਰ ਮੇਰੇ ਵਿੱਚ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਹੇ ਵਾਹਿਗੁਰੂ, ਸਭ ਗੁਣ, ਸਾਰੇ ਗੁਣ ਤੇਰੇ ਵਿੱਚ ਨੇ, ਮੈਂ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਹਵ ਗੁਣ ਮੈਂਡੇ ਨਾਨਕ ਜੀਓ, ਮੈਂ ਕੂਥੀਏ। ਮੈਂ ਨਿਰਗੁਣ ਤੇ ਕਿਆ ਹੋਵੇ, ਮੇਰੇ ਤੋਂ ਕੀ ਹੋ ਸਕਦਾ ਮਹਾਰਾਜ। ਹੈ ਵੀ ਸੱਚਾਈ ਇਹ, ਜੀਵ ਕੋਲ ਔਗਣ ਇਹਨੂੰ ਗੁਣ ਨਹੀਂ ਹੈ। ਕੋਈ ਗੁਣ ਤਾਂ ਵਾਹਿਗੁਰੂ ਦੀ ਦਾਤ ਹੈ। ਬੇਗੁਣ ਕੀਤੇ ਭਗਤ ਨ ਹੋਏ। ਹੇ ਪ੍ਰਭੂ, ਆਪ ਜੀ ਦੇ ਗੁਣ ਉਪਕਾਰ, ਗੁਣ ਨਾ ਉਪਕਾਰ ਦਾ ਵੀ ਹੁੰਦਾ ਹੈ। ਇਹ ਫਲਾਣੇ ਨੇ ਮੇਰਾ ਗੁਣ ਨਹੀਂ ਜਾਣਿਆ, ਉਹਦਾ ਮਤਲਬ ਕੀ ਹੁੰਦਾ ਹੈ? ਮੈਂ ਭਲਾ ਕੀਤਾ ਸੀ, ਮੇਰਾ ਉਪਕਾਰ ਨਹੀਂ ਜਾਣਿਆ। ਉਪਕਾਰ ਕੀਤੇ ਬਿਨ ਸਾਡੇ ਕੋਲੋਂ ਭਗਤ ਨਾ ਹੋਈ, ਨਹੀਂ ਹੋ ਸਕਦੀ। ਹੇ ਵਾਹਿਗੁਰੂ, ਆਪ ਜੀ ਦੁਆਰਾ ਗੁਣ ਜਿਹੜੇ ਦੈਵੀ ਗੁਣ, ਸਤ, ਸੰਤੋਖ, ਦਇਆ, ਧਰਮ, ਪ੍ਰੇਮ, ਇਹ ਜੇ ਤੁਸੀਂ ਬਖਸ਼ਿਸ਼ ਕਰੋ ਤਾਂ ਸਾਡੇ ਕੋਲੋਂ ਭਗਤੀ ਹੋ ਜੂ।
ਤੇ ਨਹੀਂ ਤਾਂ ਭਗਤ ਭਗਤੀ ਨਾ ਹੋਏ। ਇਹਨਾਂ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਚੌਥੇ ਅਧਿਆਇ ਵਿੱਚ ਬੜਾ ਗੂੜ੍ਹ ਗਿਆਨ ਉੱਥੇ ਲਿਖਿਆ ਹੈ, ਅਤੇ ਮਹਾਰਾਜ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦਾ ਸਾਰਾ ਗੁਰਮੁਖੀ ਵਿੱਚ ਉਲੱਥਾ ਵੀ ਕੀਤਾ ਹੈ। ਸ਼ਲੋਕ ਵੀ ਗੁਰਮੁਖੀ ਜੀ ਲਿਖੇ, ਅਰਥ ਵੀ ਗੁਰਮੁਖੀ ਲਿਖੇ। ਉਹਦਾ ਨਾਮ ਗੋਬਿੰਦ ਗੀਤ ਹੈ, ਸ੍ਰੇਸ਼ਟ ਗਿਆਨ ਹੈ। ਉਹਦੇ 'ਚ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਸਰਦਾਬਾਨੰ ਲੱਭਤੇ ਗਿਆਨਮੰ। ਜਿਹੜੇ ਸ਼ਰਧਾਵਾਨ ਹੈ ਕਹਿੰਦੇ ਗਿਆਨ ਉਹਨੂੰ ਹੁੰਦਾ ਅਰਜਨ। ਮਨ ਨੂੰ ਗੁਣਾਂ ਦੇ ਅਭਿਮਾਨ ਤੋਂ ਰਹਿਤ ਕੀਤੇ ਤੋਂ ਬਿਨ ਕੀਏ ਬਿਨਾ ਭਗਤੀ ਨਹੀਂ ਹੋ ਸਕਦੀ। ਜਿੰਨਾ ਚਿਰ ਮਨ ਗੁਣਾਂ ਦਾ ਅਭਿਮਾਨ ਕਰ ਰਿਹਾ ਹੈ, ਭਗਤੀ ਕਿੱਥੇ ਹੋਊਗੀ। ਫਿਰ ਸਿੱਧ ਕਹਿਣ ਲੱਗੇ, ਜਿਸ ਪਰਮਾਤਮਾ ਨੇ ਤੁਹਾਨੂੰ ਇਸ ਸ੍ਰਿਸ਼ਟੀ ਦੇ ਵਿੱਚ ਐਡੀਆਂ ਵੱਡੇ ਗੁਣ ਦੇ ਕੇ, ਐਡੇ ਬੜੇ ਸ਼ਕਤੀਆਂ ਦੇ ਕੇ ਭੇਜਿਆ, ਜਿਹਦੀ ਸ਼ਕਤੀ ਨਾਲ ਸਮੇਰ ਪਰਬਤ 'ਤੇ ਆ ਗਏ ਹੋ, ਅਤੇ ਉਹ ਕਿਰਪਾ ਕਰਕੇ ਇਸੇ ਵਿਸ਼ੇ ਦੇ ਉੱਤੇ ਵੀ ਤੁਹਾਡੇ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਵੀ ਉਹ ਪਰਮੇਸ਼ਰ ਵਾਹਿਗੁਰੂ ਨੇ ਜਿਹੜੀ ਸ੍ਰਿਸ਼ਟੀ ਸਾਜੀ ਹੈ, ਜਿਹਨੇ ਭੇਜਿਆ ਹੈ। ਸ੍ਰਿਸ਼ਟੀ ਸਾਜਣ ਦੇ ਵਿੱਚ ਸ਼ਾਸਤਰਾਂ ਦੇ ਵੱਖੋ ਵੱਖਰੇ ਵਿਚਾਰ ਨੇ। ਹੁਣ ਗੂੜ੍ਹੀ ਵਿਚਾਰ ਸ਼ੁਰੂ ਕਰ ਲਈ। ਕਿਵੇਂ ਸਾਂਖ ਮਤ ਵਾਲੇ ਨੇ ਉਹ ਸ੍ਰਿਸ਼ਟੀ ਦੀ ਉਤਪਤੀ ਤਾਂ ਮੰਨਦੇ ਹੈ, ਪਰ ਪ੍ਰਕਿਰਤੀ ਪ੍ਰਧਾਨ ਤੋਂ ਮੰਨਦੇ। ਨਿਆਏ ਸ਼ਾਸਤਰ ਵਾਲੇ ਪਰਮਾਣੂਆਂ ਤੋਂ ਸੰਸਾਰ ਦੀ ਉਤਪਤੀ ਮੰਨਦੇ ਨੇ। ਵਿਸ਼ੇਸ਼ ਸ਼ਾਸਤਰ ਵਾਲੇ ਸੰਸਾਰ ਦੀ ਉਤਪਤੀ ਕਾਲ ਤੋਂ ਮੰਨਦੇ ਨੇ, ਸਮੇਂ ਤੋਂ। ਮੀਮਾਂਸਾ ਸ਼ਾਸਤਰ ਵਾਲੇ ਸੰਸਾਰ ਦੀ ਉਤਪਤੀ ਕਰਮਾਂ ਤੋਂ ਮੰਨਦੇ ਹੈ। ਵੇਦਾਂਤ ਮਤ ਵਾਲੇ ਮਾਇਆ ਸਬਲ ਵਾ ਅਗਿਆਨ ਤੋਂ ਈਸ਼ਵਰ ਦੀ ਜਿਹੜੀ ਇਹ ਰਚਨਾ ਮੰਨਦੇ ਹੈ ਵੀ ਇਸ ਤਰ੍ਹਾਂ ਸ੍ਰਿਸ਼ਟੀ ਸਾਜੀ ਹੈ। ਜਿਹੜੇ ਚਾਰ ਵਾਕੀ ਨੇ ਸੰਸਾਰ ਦੀ ਉਤਪਤੀ ਚਾਰ ਤੱਤਾਂ ਤੋਂ ਵੀ ਮੰਨਦੇ ਹੈ। ਜਿਹੜੇ ਵੈਸ਼ਨਵ ਮਤ ਵਾਲੇ ਨੇ ਉਹ ਸ਼ੰਭੂ ਮੁਨ ਤੇ ਸਤਰੂਪਾ, ਉਹਨਾਂ ਤੋਂ ਸ੍ਰਿਸ਼ਟੀ ਦੀ ਰਚਨਾ ਮੰਨਦੇ ਹੈ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਵੀ ਇਹ ਸਾਰਾ ਪ੍ਰਸੰਗ ਆਉਂਦਾ ਹੈ। ਪੂਰਬ ਬਿਦ ਤੇ ਮਨ ਸਤਰੂਪਾ ਨਰ ਤ੍ਰਿਆ ਪਏ, ਇਹ ਉੱਥੇ ਸਾਰਾ ਲਿਖਿਆ ਹੋਇਆ ਹੈ ਵੀ ਬ੍ਰਹਮਾ ਤੋਂ ਮਨ ਰਾਜਾ ਉਹ ਤੇ ਸਤਰੂਪਾ ਤੇ ਹੋਏ। ਨਰ ਤ੍ਰਿਆ ਇਸਤਰੀ ਦੇ ਰੂਪ ਦੇ ਵਿੱਚ, ਪੁਰਸ਼ ਦੇ ਰੂਪ 'ਚ ਹੋਏ, ਗੁਣਾਂ ਦੇ ਭਰਪੂਰ ਸੀ, ਉਹਨਾਂ ਤੋਂ ਮੈਥਨ ਸ੍ਰਿਸ਼ਟੀ ਹੋਈ। ਅਤੇ ਇਸ ਤਰ੍ਹਾਂ ਇਹ ਵੱਖਰੇ ਵੱਖਰੇ ਮਤ ਨੇ ਸਾਰੇ। ਕੋਈ ਕਿਵੇਂ ਕਹਿੰਦਾ ਸ੍ਰਿਸ਼ਟੀ ਐਂ ਬਣੀ ਆ, ਕੋਈ ਕਿਵੇਂ ਕਹਿੰਦਾ। ਅਤੇ ਮਹਾਰਾਜ ਤੁਹਾਡਾ ਕੀ ਖਿਆਲ ਹੈ ਵੀ ਕਿਵੇਂ ਸ੍ਰਿਸ਼ਟੀ ਬਣੀ ਹੈ। ਗੁਰੂ ਸਾਹਿਬ ਜੀ ਨੇ ਫਿਰ ਉੱਤਰ ਦਿੱਤਾ, ਸਵਸਤ ਆਥ ਬਾਣੀ ਬਰਮਾਓ। ਹੇ ਸਿੱਧੋ, ਸਵਸਤ ਸ਼ਬਦ ਜਿਹੜਾ ਹੈ ਨਾ, ਅਤੇ ਇੱਕ ਤਾਂ ਸਵਾਸਤ ਨਾ ਬਣ ਜਾ, ਆੜੇ ਨੂੰ ਕੰਨਾ ਨਾ ਲੱਗ ਜਾਏ। ਸਵਸਤ ਕਲਿਆਣ ਸਰੂਪ, ਸਵਸਤ ਦਾ ਸੀ ਕੀ? ਕਲਿਆਣ ਸਰੂਪ ਵਾਹਿਗੁਰੂ ਆਥ ਨਾਮ ਹੈ ਦਾ। ਆਥ ਕੀ ਹੈ? ਕਲਿਆਣ ਸਰੂਪ ਹੈ। ਉਸ ਤੋਂ ਸੰਕਲਪ ਰੂਪ ਬਾਣੀ ਪੈਦਾ ਹੋਈ। ਉਹ ਬਾਣੀ ਤੋਂ ਬਰਮਾਓ ਬਰਮਾ ਆਦਿ ਪੈਦਾ ਹੋ ਗਏ। ਇਹ ਪ੍ਰਪੰਚ ਬਣ ਗਿਆ। ਕੀਤਾ ਵਸੋ ਏਕੋ ਕੁਬਾਓ, ਤਿਸ ਤੇ ਹੋਏ ਲਖ ਦਰਿਆਓ। ਏਕ ਹੂੰ ਬਹੁ ਸ਼ਿਆਮ, ਏਕ ਹੂੰ ਬਹੁ ਸ਼ਿਆਮਾ ਪਰਜਾਇਆ ਤੇ ਵੇਦ ਦੀ ਸੁਰਤੀ। ਜੋ ਸਵਸਤ ਕਲਿਆਣ ਸਰੂਪ ਪ੍ਰਭੂ ਆਥ ਹੈ, ਉਸ ਤੋਂ ਪਹਿਲਾਂ ਬਾਣੀ ਵਾਕਿਆ ਰੂਪ ਬਚਨ ਦਾ ਬਰਮਾਓ ਨਾਮ ਉਚਾਰਨ ਕਰਨ ਦਾ ਵੀ ਹੁੰਦਾ। ਉਹਦੇ ਫਰਮਾਨ ਕਰਕੇ ਸਾਰਾ ਪ੍ਰਪੰਚ ਬਣ ਗਿਆ। ਉਹਦੀ ਬਾਣੀ ਬਚਨ ਮਾਤਰਾ ਤੋਂ ਹੀ ਬਰਮਾਓ ਬ੍ਰਹਮਾਦਿਕ ਪੈਦਾ ਹੋ ਗਏ। ਬ੍ਰਹਮਾ, ਵਿਸ਼ਨੂੰ, ਮਹੇਸ਼, ਸ਼ਿਵ ਜੀ ਇਹ ਪੈਦਾ ਹੋ ਗਏ। ਫਿਰ ਸਾਰਾ ਸੰਸਾਰ ਰਚਿਆ ਗਿਆ। ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਉਹ ਸਵਸਤ ਕਲਿਆਣ ਸਰੂਪ ਵਾਹਿਗੁਰੂ ਹੈ। ਉਹਦੇ ਸੰਕਲਪ ਰੂਪ ਬਾਣੀ ਤੋਂ ਹੀ ਆਥ ਨਾਮ ਮਾਇਆ ਦਾ ਵੀ ਹੁੰਦਾ, ਮਾਇਆ ਪੈਦਾ ਹੋਈ, ਜਿਸ ਤੋਂ ਬਰਮਾਓ ਬ੍ਰਹਮਾ ਆਦਿਕ ਆ ਸਾਰੀ ਰਚਨਾ ਸੰਸਾਰ ਦੀ ਪ੍ਰਪੰਚ ਬਣ ਗਿਆ। ਏਕ ਬ੍ਰਹਮ ਚੇਤਨ ਅਖੰਡ ਤਾਤੇ ਉਪਜੀ ਇੱਛਾ, ਤਾਂ ਹੀ ਕੋ ਮਾਇਆ ਕਹੀਤ ਹੈ। ਨੀਕੇ ਸੁਣੀਆਂ ਸੀਚਾ ਅਧਿਆਤਮ ਪ੍ਰਕਾਸ਼ ਦੇ ਵਿੱਚ। ਅਤੇ ਇਸ ਪ੍ਰਕਾਰ ਕਥਨ ਕੀਤਾ ਹੈ। ਜੋ ਸਵਾਸਤ ਕਲਿਆਣ ਸਰੂਪ ਬ੍ਰਹਮ ਹੈ, ਉਹਦਾ ਪ੍ਰਤੀਬਿੰਬ ਜਦੋਂ ਆਥ ਮਾਇਆ ਵਿੱਚ ਪਿਆ ਤਾਂ ਮਾਇਆ ਤ੍ਰੈਗੁਣ ਰੂਪ ਹੋ ਗਈ। ਅੱਗੇ ਚੱਲ ਕੇ ਦੱਸਣਗੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ। ਉਹੀ ਸਿਧਾਂਤ ਹੈ। ਰਜੋ ਤਮੋ ਸਤੋ ਬਾਣੀ ਬਣ ਗਈ। ਬਾਣੀ ਦਾ ਇੱਥੇ ਬਨੌਟ ਬਣ ਗਈ ਹੈ। ਬਰਮਾਓ ਬ੍ਰਹਮੰਡ ਆਦਿਕ ਜਿਹੜੇ ਸੀ ਇਹ ਰਚੇ ਗਏ, ਪ੍ਰਪੰਚ ਬਣ ਗਿਆ। ਕਲਿਆਣ ਸਰੂਪ ਪਰਮੇਸ਼ਰ ਨੇ ਮਾਇਆ ਸਬਲ ਹੋ ਕੇ ਬਰਮਾਓ ਬ੍ਰਹਮੰਡਾਂ ਦੀ ਬਾਣੀ ਕੀ ਹੈ, ਬਨਾਵਟ ਨੂੰ ਬਣਾਉਣਾ ਕੀਤਾ ਹੈ। ਅਤੇ ਇਸ ਪ੍ਰਕਾਰ ਹੈ। ਸਿੱਧੋ ਫਿਰ ਸਿੱਧਾ ਨੇ ਕਿਹਾ ਕਿ ਜੀ ਇੱਕ ਗੱਲ ਹੈ
ਜਿਵੇਂ ਪਿਤਾ ਤੋਂ ਪੁੱਤਰ ਪੈਦਾ ਹੁੰਦਾ ਹੈ ਤੇ ਪੁੱਤਰ ਜਵਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬਾਪ ਬੁਢਾਪੇ ਵਾਲੇ ਪਾਸੇ ਨੂੰ ਚਲਿਆ ਜਾਂਦਾ। ਪ੍ਰਣਪਾਦ ਨੂੰ ਕਿਹੜਾ ਜਿਹੜਾ ਬਦਲਦਾ ਜਾਂਦਾ ਅੱਗੇ ਤੇ ਉਹ। ਤੇ ਜਿਹੜਾ ਪਰਮੇਸ਼ਰ ਹੈ, ਜਦੋਂ ਉਹਨੇ ਸੰਸਾਰ ਪੁੱਤਰ ਦੀ ਨੇ ਹੀ ਰਚ ਦਿੱਤਾ, ਤੇ ਉਹ ਬ੍ਰਹਮ ਜਿਹੜਾ ਸੰਸਾਰ ਦੀ ਰਚਨਾ ਕਰਕੇ ਪ੍ਰਣਮ ਭਾਵ ਨੂੰ ਨਹੀਂ ਪ੍ਰਾਪਤ ਹੋਊਗਾ ਫਿਰ ਉਹ। ਤੇ ਮਹਾਰਾਜ ਨੇ ਉੱਤਰ ਦਿੱਤਾ, ਗੁਰੂ ਜੀ ਨੇ ਫਰਮਾਇਆ, ਕਹਿੰਦੇ ਐਸਾ ਨਹੀਂ ਹੈ। ਸਤ ਸੁਹਾਣ ਸਦਾ ਮਨ ਚਾਓ। ਸਤ ਸੁਹਾਣ ਹੇ ਸਿੱਧੋ, ਉਹ ਪਰਮੇਸ਼ਰ ਤ੍ਰੈ ਕਾਲ ਆਵਾਦ ਰੂਪ ਹੋਣ ਕਰਕੇ ਸਤ ਸਰੂਪ ਤੇ ਸੁਹਾਣ ਨਾਮੇ ਚੇਤਨ ਸਰੂਪ ਹੈ, ਜਿਹਦੇ ਮਨ ਦੇ ਸਦਾ ਹਮੇਸ਼ਾ ਹੀ ਚਾਉ ਕੀ ਇਹ ਆਨੰਦ ਭਾਵ ਕੀ ਬਣਿਆ, ਉਹ ਸਤ ਚੇਤਨ ਆਨੰਦ ਸਰੂਪ ਹੈ। ਜਿਸ ਕਰਕੇ ਉਹ ਸੰਸਾਰ ਨੂੰ ਰਚ ਕੇ ਵੀ ਪ੍ਰਣਯ ਵਿੱਚ ਨਹੀਂ ਜਾਂਦਾ, ਕਿਉਂਕਿ ਉਹ ਪ੍ਰਣਵਵਾਦ ਤੋਂ ਰਹਿਤ ਹੈ, ਉਹਦੇ 'ਚ ਵਿਵਰਤਵਾਦ ਹੈ। ਪ੍ਰਣਵਵਾਦ ਕੀ ਹੁੰਦਾ ਤੇ ਵਿਵਰਤਵਾਦ ਕੀ ਹੁੰਦਾ ਹੈ, ਕਹਿਣ ਮਾਤਰ ਨਹੀਂ ਪਤਾ ਲੱਗਦਾ, ਦ੍ਰਿਸ਼ਟਾਂਤ ਨਾਲ ਜ਼ਿਆਦਾ ਸਮਝ ਆਊਗੀ। ਇੱਕ ਦ੍ਰਿਸ਼ਟਾਂਤ ਹੈ, ਹੁਣ ਦੇਖੋ ਦੁੱਧ ਹੈ, ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਦਈਦਾ। ਹੁਣ ਜਦੋਂ ਦਹੀਂ ਬਣ ਗਿਆ, ਤੁਸੀਂ ਸੁਣਿਆ ਕੋਈ ਕਹੇ ਵੀ ਆਹ ਦੁੱਧ ਪਿਆ ਹੈ, ਕਹਿਣਗੇ ਦਹੀਂ ਪਿਆ, ਉਹ ਕੀ ਹੋ ਗਿਆ? ਪ੍ਰਣਵਵਾਦ ਨੂੰ ਪ੍ਰਾਪਤ ਹੋ ਗਿਆ, ਦੁੱਧ ਤੋਂ ਦਹੀਂ ਬਣ ਗਿਆ। ਪ੍ਰਣਵਵਾਦ ਉਹ ਹੁੰਦਾ ਹੈ ਵੀ ਜਿਹੜਾ ਮੁੜ ਕੇ ਦਹੀਂ ਤੋਂ ਹੁਣ ਦੁੱਧ ਨਹੀਂ ਬਣ ਸਕਦਾ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਓ, ਬਦਲ ਗਿਆ। ਦਹੀਂ ਤੋਂ ਬਾਅਦ ਫਿਰ ਮਧਾਣੀ ਦੇ ਵਿੱਚ ਉਹਨੂੰ ਰਿੜਕ ਕੇ ਮੱਖਣ ਕੱਢ ਲਈਦਾ। ਤੇ ਜੇ ਮੱਖਣ ਨੂੰ ਕਹੀਏ ਤੂੰ ਦਹੀਂ ਬਣ ਜਾ, ਉਹ ਨਹੀਂ ਬਣ ਸਕਦਾ। ਜੇ ਲੱਸੀ ਨੂੰ ਕਹੀਏ ਤੂੰ ਦਹੀਂ ਬਣ ਜਾ, ਉਹ ਨਹੀਂ ਬਣ ਸਕਦੀ। ਤੇ ਮੱਖਣ ਤੋਂ ਬਾਅਦ ਘੀ ਬਣ ਜਾਊਗਾ, ਜੇ ਘੀ ਨੂੰ ਕਹੀਏ ਮੁੜ ਕੇ ਮੱਖਣ ਬਣ ਜਾ, ਮੱਖਣ ਨਹੀਂ ਬਣਦਾ। ਇਹਨੂੰ ਪਰਣਵਵਾਦ ਕਹਿੰਦੇ। ਸਾਡੇ ਸਰੀਰ ਦੇ ਵਿੱਚ ਪਰਣਵਾਦ ਇਹ ਕਿਉਂ ਵਰਤ ਰਿਹਾ ਹੈ? ਜਿਹੜਾ ਸਰੀਰ ਜਿਹੋ ਜਿਹਾ ਸਾਡਾ ਹੋਣਾ ਹੈ, ਤੇ ਬਚਪਨ ਦੀਆਂ ਫੋਟੋਆਂ ਦੇਖ ਕੇ ਕਹਿੰਦਾ ਅੱਛਾ ਮੈਂ ਇਹੋ ਜਿਹਾ ਹੁੰਦਾ ਸੀ, ਤੇ ਬੁਢਾਪੇ ਦੇ ਵਿੱਚ ਜਮੇ ਸੁੱਕੀ ਮੂਲੀ ਵਰਗਾ ਦਾ ਮੂੰਹ ਹੋ ਜਾਂਦਾ ਹੈ, ਜੁਰੜੀਆਂ ਪੈਣ ਲੱਗ ਜਾਂਦੀਆਂ ਨੇ, ਉਹ ਜਮੇ ਫਿਰ ਬੁਢਾਪੇ ਦੇ ਵਿੱਚ ਅੰਗ ਪ੍ਰਤੰਗ ਜਿਹੜੇ ਕੰਮ ਕਰਨ ਤੋਂ ਹਟ ਜਾਂਦੇ ਨੇ। ਕੀ ਹੋਇਆ? ਬਚਪਨ ਤੋਂ ਜਵਾਨੀ ਆ ਗਈ, ਜਵਾਨ ਤੋਂ ਮੁੜ ਕੇ ਦੁੱਧ ਤੋਂ ਦਹੀਂ ਤਾਂ ਬਣ ਗਿਆ, ਮੁੜ ਕੇ ਫਿਰ ਦੁੱਧ ਨਹੀਂ ਬਣ ਸਕਦਾ, ਬਚਪਨ ਨਹੀਂ ਹੋ ਸਕਦਾ। ਜਵਾਨੀ ਤੋਂ ਬੁਢਾਪਾ ਆ ਜਾਊ, ਇਹ ਅੱਗੇ ਤੋਂ ਅੱਗੇ ਜਿਹੜਾ ਬਦਲਦਾ ਜਾਏ, ਉਹਨੂੰ ਕਹਿੰਦੇ ਪ੍ਰਣਵਵਾਦ। ਸੰਸਾਰ ਦੇ ਵਿੱਚ ਦੋ ਹੀ ਬਾਤ, ਬ੍ਰਹਮ ਦਾ ਵਿਵਰਤਵਾਦ ਹੈ, ਮਾਇਆ ਦਾ ਪ੍ਰਣਵਾਦ। ਮਾਇਆ ਦਾ ਸਰੀਰ ਹੋਣ ਕਰਕੇ ਬਦਲਦਾ ਜਾਂਦਾ ਸਾਡਾ, ਤੇ ਬ੍ਰਹਮ ਦੇ 'ਚ ਪ੍ਰਣਵਵਾਦ ਨੂੰ ਬ੍ਰਹਮ ਨਹੀਂ ਪ੍ਰਾਪਤ ਹੁੰਦਾ, ਵਿਵਰਤਵਾਦ ਹੈ। ਵਿਵਰਤਵਾਦ ਕੀ ਹੁੰਦਾ ਹੈ? ਜਿਹੜਾ ਦੂਸਰੇ ਰੂਪ 'ਚ ਜਾ ਕੇ ਆਪਣਾ ਵਾਸਤਵ ਰੂਪ ਨਾ ਛੱਡੇ। ਉਹ ਕਿਵੇਂ? ਪਾਣੀ ਦੇ ਵਿੱਚ ਲਹਿਰ ਬਣ ਗਈ, ਲਹਿਰ ਬਣ ਕੇ ਵੀ ਉਹਨੇ ਪਾਣੀ ਥੋੜ੍ਹਾ ਛੱਡਿਆ। ਸੋਨੇ ਦਾ ਗਹਿਣਾ ਬਣ ਗਿਆ, ਗਹਿਣਾ ਬਣ ਕੇ ਸੋਨਾ ਥੋੜ੍ਹੀ ਛੱਡਿਆ ਉਹਨੇ। ਆਹ ਲੱਕੜ ਦੀਆਂ ਖਿੜਕੀਆਂ ਦਰਵਾਜ਼ੇ ਬਣ ਗਏ, ਲੱਕੜ ਥੋੜ੍ਹੀ ਛੱਡੀ ਇਹਨੇ। ਤੇ ਪਰਮਾਤਮਾ ਸੰਸਾਰ ਬਣ ਕੇ ਵੀ ਉਹ ਆਪਣਾ ਸਤ ਚੇਤਨ ਆਨੰਦ ਰੂਪ ਹੈ ਜਿਹੜਾ ਉਹ ਨਹੀਂ ਬਦਲਦਾ। ਕਹਿੰਦੇ ਸਿੱਧੋ ਤੁਹਾਡਾ ਇਹ ਸਵਾਲ ਗਲਤ ਹੈ, ਬ੍ਰਹਮ ਵਿਵਰਤਵਾਦ ਹੈ, ਉਹਦੇ 'ਚ ਪ੍ਰਣਵਵਾਦ ਨਹੀਂ ਹੈ। ਤੋ ਇਸ ਕਰਕੇ ਤਾਂ ਉਸ ਨੂੰ ਕਿਹਾ ਹੈ, ਕਿਉਂਕਿ ਉਹ ਤ੍ਰੈ ਕਾਲ ਆਵਾਦ ਰੂਪ ਹੈ। ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੇ, ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ। ਐਸਾ ਹੈ ਪਰਮੇਸ਼ਰ। ਜਾਪ ਸੱਚ ਮਾਰਾਂਗੇ ਤਰੀ ਕਾਲ ਅਵਧ ਤਿੰਗ ਸਤਤਿਅੰ। ਫਿਰ ਸਿੱਧ ਪੁੱਛਣ ਲੱਗੇ ਜੀ ਜਗਤ ਦੀ ਉਤਪਤੀ ਕਿਸ ਵੇਲੇ ਅਤੇ ਕਿਸ ਥਿਤਵਾਰ ਨੂੰ ਹੋਈ ਹੈ? ਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਉੱਤਰ ਦੇਣਾ। ਕਹਿੰਦੇ ਅਗਲੀਆਂ ਪੰਕਤੀਆਂ ਦੇ ਵੀ ਸਾਧ ਸਿੰਘ ਜੀ ਜੋ ਮਹਾਰਾਜ ਸਾਹਿਬ ਨੇ ਕਿਹਾ ਉਹ ਪ੍ਰਸ਼ਨ ਕਥਨ ਕਰਦੇ ਨੇ। ਪਹਿਲਾਂ ਪ੍ਰਸ਼ਨ ਹੀ ਲਿਖੇ ਉਸ ਤਰ੍ਹਾਂ, ਫਿਰ ਉੱਤਰ ਦੇਣਗੇ ਮਹਾਰਾਜ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੋ ਵੇਲਾ ਤੇ ਥੋੜੀ ਜਿਹੀ ਜਮਕ ਲਾਉਣੀ ਆ, ਜ਼ਿਆਦੇ ਨਹੀਂ। ਕਵਣ ਸੋ ਵੇਲਾ, ਵਖਤ ਕਵਣ ਤੇ ਵਿਸਰਾਮ, ਕਵਣ ਥਿਤ ਤੇ ਫਿਰ ਥੋੜੀ ਜਿਹੀ ਜਮਕ, ਤੇ ਕਵਣ ਵਾਰ। ਇਸ ਤਰ੍ਹਾਂ ਪਾਠ ਦਾ ਧਿਆਨ ਰੱਖਣਾ ਹੈ। ਜਦੋਂ ਵਾਹਿਗੁਰੂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸੋ ਉਹ ਕਵਣ ਕਿਹੜਾ ਵੇਲਾ? ਹਿੰਦੂ ਮਤ ਦੇ ਅੰਦਰ ਇਹਨਾਂ ਦੇ ਵਿੱਚ ਬੋਲੀ ਦਾ ਜਿਹੜਾ ਉਹ ਇਸ ਤਰ੍ਹਾਂ ਕਹਿਣਗੇ, ਤੇ ਜਿਹੜੇ ਇਸਲਾਮ ਵਾਲੇ ਨੇ ਉਹਨਾਂ ਦੀ ਬੋਲੀ ਦਾ ਫਰਕ ਹੈ। ਵੇਲਾ ਉਹ ਵਕਤ ਕਹਿੰਦੇ ਆ ਇਸਲਾਮੀ ਭਾਸ਼ਾ ਦੇ ਵਿੱਚ, ਤੇ ਵੇਲਾ ਦਿਨ ਦਾ ਸਮਾਂ, ਵਕਤ ਰਾਤ ਦਾ ਸਮਾਂ, ਦੋਨੇ ਅਰਥ ਲੱਗ ਗਏ।
ਕਿਹੜਾ ਸਮਾਂ ਸੀ ਦਿਨ ਦਾ ਕਿ ਰਾਤ ਦਾ, ਕਵਣ ਥਿਤ ਕਿਹੜੀ ਥਿਤ ਸੀ, ਏਕਮ ਸੀ, ਦੂਜ ਸੀ, ਤੀਜ ਸੀ, ਕਿਹੜੀ ਸੀ, ਕਦੋਂ ਕਵਣ ਵਾਰ ਕਿਹੜਾ ਦਿਨ ਸੀ, ਵਾਰਨਾ ਸੋਮਵਾਰ ਮੰਗਲਵਾਰ, 7 ਦਿਨਾਂ 'ਚ ਕਿਹੜਾ ਦਿਨ ਸੀ ਜਿਸ ਦਿਨ ਸ੍ਰਿਸ਼ਟੀ ਪੈਦਾ ਹੋਈ। ਕਵਣ ਸਿਰ ਉਤੇ ਮਾਹੁ ਕਵਣ ਜਿਤ ਹੁਆ ਆਕਾਰ। ਕਵਣ ਸੇ ਰੁੱਤੀ ਮਾਹੋ ਕਵਣ, ਵਿਸਰਾਮ ਕਵਣ ਤੇ ਭਾਈ ਜਿਵੇਂ ਲੱਗ ਰਹੇ ਧਿਆਨ ਰੱਖਣਾ। ਸੇ ਉਹ ਕਵਣ ਕਿਹੜੀ ਰੁੱਤ ਸੀ, ਗਰਮੀ ਦੀ ਰੁੱਤ ਸੀ, ਸਰਦੀ ਦੀ ਰੁੱਤ ਸੀ, ਕਿਹੜੀ ਰੁੱਤ ਸੀ, ਇਹ ਪ੍ਰਸ਼ਨ ਹੈ। ਮਾਹੋ ਮਹੀਨਾ ਕਿਹੜਾ ਸੀ, ਵਿਸਾਖ ਸੀ, ਜੇਠ ਹਾੜ ਸੀ, 12 ਮਹੀਨਿਆਂ 'ਚੋਂ ਕਿਹੜਾ ਸੀ। ਜਿਤ ਜਿਸ ਵੇਲੇ ਸੰਸਾਰ ਦਾ ਆਕਾਰ, ਆੜੇ ਦਾ ਕੰਨਾ ਨਹੀਂ ਲੋਪ ਹੋਣ ਦੇਣਾ, ਆਕਾਰ ਨਹੀਂ ਕਹਿਣਾ, ਆਕਾਰ, ਇਹ ਪਸਾਰਾ ਹੋਇਆ, ਸੰਸਾਰ ਬਣਿਆ। ਜਿਤ ਜਿਸ ਵੇਲੇ ਆਕਾਰ, ਆੜੇ ਤੋਂ ਲੈਣਾ ਵਿਸ਼ਨੂੰ, ਕਾ ਤੋਂ ਕਰਤਾ ਬ੍ਰਹਮਾ, ਰੋ ਰੁਦਰ ਸ਼ਿਵ ਜੀ ਆਦਿ ਹੋਏ। ਇਹ ਦੋ ਪੰਕਤੀਆਂ ਦੇ ਵਿੱਚ ਨਾ ਇੱਕ ਹੁਣ ਗੂੜ ਗੱਲ ਆ ਰਹੀ ਹੈ, ਉਹਦਾ ਹੁਣ ਜ਼ਿਆਦਾ ਧਿਆਨ ਰੱਖਿਓ। ਇਹਦੇ 'ਚ ਮਹਾਰਾਜ ਨੇ ਵਿਆਕਰਨ ਤੋਂ ਕੰਮ ਲਿਆ ਹੋਇਆ ਹੈ। ਵਿਆਕਰਨ ਜਿਹੜੀ ਹੈ ਇਹਦੇ ਬਾਰੇ ਸਮਝ ਲਓ। ਗੁਰੂ ਨਾਨਕ ਦੇ ਘਰ ਦੇ ਸੇਵਾਦਾਰਨੀ ਦਾ ਨਾਂ ਹੈ। ਜਿਹੜੇ ਸਾਡੇ ਦੂਸਰੇ ਪੜ੍ਹੇ ਲਿਖੇ ਨੇ ਉਹਨਾਂ ਨੇ ਵਿਆਕਰਨ ਨੂੰ ਗੁਰੂ ਘਰ ਦੇ ਵੀ ਸਿਰ ਤੇ ਬਿਠਾਉਣ ਦਾ ਯਤਨ ਕੀਤਾ ਵੀ ਬਾਣੀ ਵਿਆਕਰਨ ਅਨੁਸਾਰ ਐਂ ਬਣਦਾ ਹੈ, ਵਿਆਕਰਨ ਅਨੁਸਾਰ ਐਂ ਬਣਦਾ ਹੈ। ਉਹ ਵੀ ਗਲਤੀਆਂ ਕੱਢਣ ਲੱਗੇ ਵੀ ਬਾਣੀ 'ਚ ਵਿਆਕਰਨ ਅਨੁਸਾਰ ਜੇ ਇਹ ਪਦ ਇਉਂ ਚਾਹੀਦਾ ਹੈ। ਇਹ ਪਿੱਛੇ ਜੇ ਮੁਹਿੰਮ ਚੱਲੀ ਸੀ ਵੀ ਬਾਣੀ ਸੋਧਣੀ ਚਾਹੀਦੀ ਹੈ ਵਿਆਕਰਨ ਅਨੁਸਾਰ, ਫਿਰ ਰੌਲਾ ਰੌਲਾ ਪਾ ਕੇ ਮਸਾਂ ਠੀਕ ਹੋਇਆ। ਵਿਆਕਰਨ ਜਿਹੜੀ ਹੈ ਤੇ ਫਿਰ ਮਾਲਕਣ ਇਸ ਘਰ ਦੀ ਨਹੀਂ ਹੈ। ਵਿਆਕਰਨ ਨੂੰ ਮਾਲਕ ਨਹੀਂ ਬਣਾਉਣਾ, ਉਹਦਾ ਸਥਾਨ ਉਹੀ ਰੱਖਣਾ। ਦੇਵੀ ਝਾੜੂ ਮਾਰਦੀ ਸੀ ਨਾ ਕਰਤਾਰਪੁਰ, ਵਿਆਕਰਨ ਵੀ ਐਂ ਝਾੜੂ ਮਾਰਦੀ ਹੈ। ਹੁਣ ਇੱਥੇ ਵਿਆਕਰਨ ਦਾ ਪੱਖ ਹੈ। ਇਹ ਜਿਹੜੀਆਂ ਦੋ ਪੰਕਤੀਆਂ ਨੂੰ ਉੱਪਰ, ਇਹਦੇ 'ਚ ਸਪਸ਼ਟ ਵਿਆਕਰਨ ਦੀ ਝਲਕ ਹੈ। ਉਹ ਕਿਵੇਂ ਹੈ? ਇਹਦੇ ਵਿੱਚ ਬੇਲਾ, ਵਕਤ ਅਤੇ ਵਾਰ, ਮੈਂ ਫਿਰ ਦੱਸਦਾ, ਬੇਲਾ, ਵਕਤ ਅਤੇ ਵਾਰ, ਇਹਨਾਂ ਸ਼ਬਦਾਂ ਦੇ ਨਾਲ ਸੰਬੰਧਿਤ ਇੱਕ ਸ਼ਬਦ ਹੈ। ਉਹ ਕੀ ਹੈ? ਕਵਣ। ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ ਵਾਰ ਆ ਗਿਆ ਨਾ। ਇੱਥੇ ਜਿਹੜਾ ਨਾਣਾ ਹੈ, ਨਾਣੇ ਨੂੰ ਔਂਕੜ ਲੱਗਿਆ ਹੋਇਆ ਹੈ, ਜੋ ਪੁਲਿੰਗ ਵਾਚਕ ਸ਼ਬਦ ਬਣਦਾ ਹੈ ਉਹਦਾ ਪ੍ਰਮਾਣ ਹੈ। ਪਰ ਸ਼ਬਦ ਥਿਤ ਨਾਲ ਸੰਬੰਧਿਤ ਤੇ ਕਵਣ, ਇੱਥੇ ਸ਼ਬਦ ਜਿਹੜਾ ਨਾਣਾ ਹੈ, ਅੱਖਰ ਹੈ, ਇਹ ਮੁਕਤ ਹੈ, ਇਹ ਇਸਤਰੀਵਾਚਕ ਸ਼ਬਦ ਦਾ ਪ੍ਰਮਾਣ ਹੈ। ਥਿਤ ਸ਼ਬਦ ਜਿਹੜਾ ਹੈ ਇਹ ਇਸਤਰੀਵਾਚਕ ਹੈ। ਬੇਲਾ, ਵਕਤ ਅਤੇ ਵਾਰ, ਇਹ ਸ਼ਬਦ ਤਿੰਨੇ ਸ਼ਬਦ ਪੁਰਸ਼ਵਾਚਕ ਨੇ। ਇਸ ਪ੍ਰਕਾਰ ਹੇਠਲੀ ਪੰਕਤੀ 'ਚ ਰੁੱਤੀ ਸ਼ਬਦ ਜਿਹੜਾ ਹੈ ਸੰਬੰਧਿਤ ਸ਼ਬਦ ਵਿੱਚ ਕਵਣ, ਇਹਦੇ 'ਚ ਨਾਣੇ ਨੂੰ ਸਿਹਾਰੀ ਲੱਗੀ ਹੈ, ਇਹ ਇਸਤਰੀਵਾਚਕ ਸ਼ਬਦ ਹੈ। ਰੁੱਤੀ ਸ਼ਬਦ ਇਸਤਰੀਵਾਚਕ ਸ਼ਬਦ ਹੈ। ਮਾਹੋ ਕਵਣ ਵਿੱਚ ਨਾਣਾ ਅੱਖਰ ਔਂਕੜ ਜਿਹੜਾ ਇਹ ਪੁਰਖਵਾਚਕ ਪ੍ਰਤੀਤ ਹੈ। ਇਸ ਕਰਕੇ ਮਾਹੋ ਸ਼ਬਦ ਪੁਰਸ਼ਵਾਚਕ ਸ਼ਬਦ ਹੈ। ਤੇ ਇਉਂ ਪ੍ਰਸ਼ਨਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਹੜੇ ਔਂਕੜ ਸਿਹਾਰੀਆਂ ਬਿਆਨੀਆਂ ਲਾਈਆਂ ਉਹ ਬੇਲੋੜਾ ਨਹੀਂ ਲਾਇਆ ਹੋਇਆ। ਤੇ ਗੁਰੂ ਜੀ ਨੇ ਅੱਗੇ ਫਿਰ ਫਰਮਾਨ ਕੀਤਾ ਹੈ, ਜਿਵੇਂ ਵਿਆਕਰਨ ਵਾਲਿਆਂ ਨੇ ਕਿਹਾ ਜੀ ਜਿਹੜਾ ਸਤਨਾਮ ਸ਼ਬਦ ਲਿਖਿਆ ਤੱਤੇ ਨੂੰ ਸਿਹਾਰੀ ਲਾਉਣ ਦੀ ਕੀ ਲੋੜ ਸੀ, ਸਤਨਾਮ ਤੋਂ ਉਹਦੇ ਬਿਨਾਂ ਬਣ ਜਾਂਦਾ। ਉਹਦਾ ਭੇਦ ਹੈ। ਜਿਵੇਂ ਜਦੋਂ ਆਪਾਂ ਆਪਣਾ ਕਮੀਜ਼ ਬਣਾਇਆ, ਮੋਢਿਆਂ ਦਾ, ਬਾਹਾਂ ਦਾ, ਛਾਤੀ ਦਾ ਸਾਰਾ ਨਾਪ ਲੈਂਦਾ ਹੈ ਦਰਜੀ, ਪਰ ਕਦੇ ਜਿਹੜਾ ਖੀਸਾ ਹੈ, ਜੇਬ ਦਾ ਨਾਪ ਲਿਆ ਉਹਨੇ? ਕਦੀ ਵੀ ਨਹੀਂ। ਫਿਰ ਜਿਹੜਾ ਧਨ ਕਿੱਥੇ ਪਾਉਂਦੇ ਆ, ਨਾ ਤਾਂ ਪੱਲੇ ਨਾਲ ਬੰਨ੍ਹਦੇ ਆ, ਨਾ ਕੱਛ 'ਚ ਦਿੰਦੇ ਆ, ਉਹ ਗੀਜੇ 'ਚ ਪਾਇਆ ਜਾਂਦਾ ਹੈ। ਜਿਹੜਾ ਗੀਜਾ ਹੈ ਉਹ ਨਾਪ ਤੋਂ ਬਾਹਰ ਹੈ। ਇਹ ਹੁਣ ਵਿਆਕਰਨ ਵਾਲਿਆਂ ਦੀ ਕਈ ਗੱਲਾਂ ਸਮਝਾਉਣ ਤੋਂ ਬਾਹਰ ਦੀਆਂ ਨੇ। ਇਸੇ ਤਰ੍ਹਾਂ ਜਿਹੜੀ ਸਿਹਾਰੀ ਹੈ ਉਹ ਵਿਆਕਰਨ ਦੇ ਤੋਪ ਨਾਪ ਦੇ ਵਿੱਚ ਆਵੇ ਚਾਹੇ ਨਾ ਆਵੇ, ਉੱਥੇ ਈਸ਼ਵਰ ਦਾ ਵਾਚਕ ਹੈ, ਖੀਸੇ ਦੀ ਨਹੀਂ, ਸਾਰਾ ਕੁਝ ਉਹਦੇ ਵਿੱਚ ਹੈ ਕਿ ਈਸ਼ਵਰ ਸੱਤ ਹੈ। ਐਂ ਇਹਦੇ ਭੇਦ ਅਨੁਸਾਰ ਜੀ ਮਹਾਰਾਜ ਸਾਹਿਬ ਜੀ ਦੱਸਦੇ ਹਨ ਅੱਗੇ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਹੁਣ ਮਹਾਰਾਜ ਜੀ ਉੱਤਰ ਦਿੰਦੇ ਹੈ, ਉੱਪਰ ਪ੍ਰਸ਼ਨ ਰੂਪ ਸੀ, ਕਹਿੰਦੇ ਸਿੱਧੋ ਉਸ ਵੇਲੇ ਤਾਂ ਪੰਡਤੀ ਵਿਆਸ ਵਰਗੇ ਮਹਾਨ ਪੰਡਤ ਜਿਹੜੇ ਹੋਏ ਨੇ ਉਹਨਾਂ ਨੇ ਵੀ ਨਾ ਪਾਈਆ, ਨਹੀਂ ਪਾਇਆ, ਕਿਉਂਕਿ ਕਾਰਜ ਦੁਆਰਾ ਹੀ ਕਾਰਨ ਦਾ ਅਨੁਮਾਨ ਲੱਗਦਾ ਹੈ। ਜਿਹੜੇ ਵਿਆਸ ਵਰਗੇ ਵਿਦਵਾਨ 11-11 ਹਜ਼ਾਰ ਵਰੇ ਕਾਰਕ ਬਣੇ ਰਹੇ, ਉਹ ਵੀ ਸ੍ਰਿਸ਼ਟੀ ਦੀ ਸਿਰਜਣਾ ਦੇ ਵੇਲੇ ਨੂੰ ਜਾਣ ਨਹੀਂ ਸਕੇ। ਜੇ ਉਹਨੂੰ ਪਤਾ ਹੁੰਦਾ ਤਾਂ ਲੇਖ ਪੁਰਾਣ ਕਹਿੰਦੇ ਕਿ ਐਡਾ ਬੜਾ ਅਖੇ ਸਾਡਾ ਵਿਆਸ ਮਹਾਨ ਵਿਦਵਾਨ ਹੈ, ਤੁਸੀਂ ਉਹਨੂੰ ਰੱਦ ਕੇ ਰੱਖ ਦਿੱਤਾ।
ਉਹਨੂੰ ਤਾਂ ਪਤਾ ਸੀ ਜਿਹੜਾ ਐਡਾ ਵੱਡਾ ਮਹਾਰਾਜ ਕਹਿੰਦੇ ਨਹੀਂ, ਜੇ ਉਹਨੂੰ ਪਤਾ ਹੁੰਦਾ ਲੇਖ ਪੁਰਾਣ 18 ਪੁਰਾਣ ਉਹਨੇ ਲਿਖੇ ਨੇ, ਉਹਦੇ 'ਚ ਅਲੇਖ ਜ਼ਰੂਰ ਹੋਣਾ ਚਾਹੀਦਾ ਸੀ, ਪਰ ਹੈ ਨਹੀਂ। ਇਸ ਕਰਕੇ ਬਿਆਸ ਵਰਗਿਆਂ ਨੂੰ ਵੀ ਪਤਾ ਨਹੀਂ ਹੈ। ਹੇ ਸਿੱਧੋ, ਤੇ ਉਸ ਵੇਲੇ ਕਿ ਵਕਤ ਨੂੰ ਪੰਡਤੀ ਅੱਜ ਕੱਲ੍ਹ ਦੇ ਪੰਡਤ ਤਾਂ ਜਾਣੇ ਕਿਵੇਂ ਲੈਣਗੇ, ਨਹੀਂ ਪਾ ਸਕੇ, ਉਹਨੂੰ ਕੋਈ ਨਹੀਂ ਜਾਣ ਸਕਦਾ। ਜੇਕਰ ਪ੍ਰਮਾਣ ਪੁਰਾਣਾਂ ਵਿੱਚ ਲੇਖ ਲਿਖਿਆ ਹੋਵੇ ਤਾਂ ਇਹ ਪੰਡਤ ਜਾਣ ਲੈਣ, ਪਰ ਹੈ ਹੀ ਨਹੀਂ ਪੁਰਾਣਾਂ ਦੇ ਵਿੱਚ। ਫਿਰ ਸਿੱਧ ਕਹਿਣ ਲੱਗੇ ਮਹਾਰਾਜ ਜੇ ਪੰਡਤ ਨਹੀਂ ਜਾਣਦੇ ਤਾਂ ਮੁਸਲਮਾਨਾਂ ਦੇ ਪੈਗੰਬਰ ਜਾਣਦੇ ਹੋਣਗੇ। ਇਹਦਾ ਫਿਰ ਉੱਤਰ ਦਿੰਦੇ ਨੇ ਮਹਾਰਾਜ, ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਤੇ ਸਿੱਧੋ ਕਾਦੀਆ ਕਹੀਏ, ਕਾਜ਼ੀਆਂ ਨੇ, ਉਹ ਕੌਣ ਹੈ? ਪੈਗੰਬਰ ਹਜ਼ਰਤ ਮੁਹੰਮਦ ਸਾਹਿਬ। ਉਹਨਾਂ ਵਰਗਿਆਂ ਨੇ ਵੀ ਵਕਤ ਸਮੇਂ ਦਾ ਗਿਆਨ ਨਹੀਂ ਪਾਇਆ ਕਿ ਕਦੋਂ ਸ੍ਰਿਸ਼ਟੀ ਰਚੀ ਹੈ। ਜੇ ਪਾਇਆ ਹੁੰਦਾ ਤਾਂ ਜ਼ਰੂਰ ਕੁਰਾਨ ਸ਼ਰੀਫ ਵਿੱਚ ਲਿਖ ਦਿੰਦੇ, ਪਰ ਉੱਥੇ ਹੈ ਨਹੀਂ। ਹੁਣ ਦੇ ਜਿਹੜੇ ਕਾਦੀਆਂ ਕਈ ਕਾਜੀ ਨੇ, ਤੇ ਉਹ ਵਕਤ ਸਮੇਂ ਦੇ ਗਿਆਨ ਨੂੰ ਨਹੀਂ ਪਾਇਆ। ਮੁਹੰਮਦ ਸਾਹਿਬ ਜਾਣਦੇ ਕੁਰਾਨ 'ਚ ਲਿਖਿਆ ਹੁੰਦਾ ਤਾਂ ਹੀ ਕਾਜੀ ਅੱਜ ਦੇ ਦੱਸੇ, ਪਰ ਹੈ ਨਹੀਂ। ਵਕਤ ਨਾ ਪਾਇਓ ਕਾਦੀਆਂ, ਇਹਨੂੰ ਆ ਦੂਸਰਾ ਜਿਹੜਾ ਸ਼ਹਿਰ ਕਾਦੀਆਂ ਹੈ, ਕਿਤੇ ਉਹ ਨਹੀਂ ਬਣਾ ਲਿਓ ਵੀ ਕਾਦੀਆਂ, ਅਧਕ ਨਹੀਂ ਲਾਉਣੀ ਇਹਨੂੰ, ਕਾਦੀਆ ਪੋਲਾ ਜਿਹਾ ਸ਼ਬਦ ਬੋਲਣਾ ਇਹ। ਤੇ ਇਹ ਕਾਜੀ ਤੋਂ ਬਾਜਕ ਹੈ, ਜਿਵੇਂ ਕਾਜੀ ਤਾਂ ਨਹੀਂ ਕਹਿੰਦੇ, ਕਾਜੀ ਕਹਿੰਦੇ ਆ। ਪੋਲਾ ਜਿਵੇਂ ਕਾਜੀ ਨੂੰ ਲੱਗਦਾ, ਇਸ ਤਰ੍ਹਾਂ ਕਾਦੀਆਂ ਨੂੰ ਪੋਲਾ ਬੋਲਣਾ ਹੈ। ਹਾਂਜੀ, ਅੱਗੇ ਦੱਸ ਦਿਓ। ਤਿਤਵਾਰ ਨਾ ਜੋਗੀ ਜਾਣੈ ਰੁਤਵਾ ਨਾ ਕੋਈ। ਜਿਸ ਸਥਿਤ ਏਕਮ ਦੂਜ ਤੀਜ ਆਦ ਬਾਰ ਦਿਨ ਨੂੰ ਉਹ ਪ੍ਰਭੂ ਨੇ ਸ੍ਰਿਸ਼ਟੀ ਸਾਜੀ ਹੈ, ਉਹਨੂੰ ਕੋਈ ਵੀ ਤੁਹਾਡੇ ਵਿੱਚੋਂ, ਆ ਗੋਰਖਨਾਥ ਬੈਠਾ ਇਹੀ ਦੱਸ ਦੇਵੇ ਮਹਾਰਾਜ ਕਹਿੰਦੇ ਜੋਗੀਆਂ 'ਚ ਤੁਹਾਡੇ 'ਚੋਂ ਵੱਡਾ ਹੀ ਆ ਇਹ, ਨਹੀਂ ਜਾਣਦਾ, ਚੁੱਪ ਕਰਿਆ ਬੈਠਾ ਗੋਰਖ ਵੀ ਹਾਂ ਮੈਨੂੰ ਵੀ ਨਹੀਂ ਪਤਾ। ਕਹਿੰਦੇ ਮਛੰਦਰਨਾਥ ਦੱਸ ਦੇਵੇ ਤੁਹਾਡਾ ਗੁਰੂ ਬਣਿਆ ਬੈਠਾ। ਤੇ ਜੋਗੀ ਜੋਤਸ਼ੀ ਜਿਹੜੇ ਨੇ ਬੜਾ ਬੜੇ ਜੋਤ ਸਲਾਉਣ ਵਾਲੇ ਨੇ, ਸਮੇਂ ਅਨੁਸਾਰ ਕਹਿੰਦੇ ਜੀ ਫਲਾਣੇ ਟਾਈਮ ਵਰਖਾ ਹੋਊਗੀ, ਆਹ ਹੋਊਗਾ, ਤੇ ਉਹ ਨਹੀਂ ਦੱਸ ਸਕਦੇ। ਉਸ ਦਿਨ ਬਸੰਤ ਰੁੱਤ ਸੀ, ਗਰੀਖ ਰੁੱਤ ਸੀ, ਜਾਂ ਪਾਵਸ ਰੁੱਤ ਸੀ, ਸਰਦ ਰੁੱਤ ਸੀ, ਜਾਂ ਚੇਤ ਵਿਸਾਖ ਮਹੀਨਾ ਕਿਹੜਾ ਸੀ, ਉਹ ਕੋਈ ਨਹੀਂ ਜਾਣਦਾ ਹੈ। ਫਿਰ ਸਿੱਧ ਕਹਿਣ ਲੱਗੇ ਮਹਾਰਾਜ ਕੋਈ ਐਸਾ ਹੋਵੇਗਾ ਜਿਹੜਾ ਇਸ ਭੇਦ ਨੂੰ ਜਾਣਦਾ ਹੋਵੇ? ਤਾਂ ਮਹਾਰਾਜ ਜਵਾਬ ਦੇ ਕੇ ਕਹਿੰਦੇ ਹਨ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਹਾਂ ਕਹਿੰਦੇ ਇੱਕ ਹੈਗਾ ਸਿੱਧੋ ਜਿਹੜਾ ਜਾਣਦਾ ਹੈ। ਕਹਿੰਦੇ ਜੀ ਦੱਸੋ ਕੌਣ ਹੈ? ਮਾਰੇ ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ, ਇਹਨੂੰ ਸ੍ਰਿਸ਼ਟੀ ਨਹੀਂ ਕਹਿਣਾ, ਸਿਰਠੀ ਠੱਠਾ ਹੈ, ਠੱਠਾ ਹੀ ਬੋਲਣਾ ਹੈ। ਟੈਂਕਾ ਬੋਲ ਜਾਂਦੇ ਕਈ, ਅਣਜਾਣਪਣੇ 'ਚ ਦੇਖਦੇ ਨਹੀਂ। ਕਹਿੰਦੇ ਸਿੱਧੋ ਜਾਂ ਜਦੋਂ ਜਿਸ ਵੇਲੇ ਪ੍ਰਭੂ ਨੇ ਸ੍ਰਿਸ਼ਟੀ ਨੂੰ ਸਾਜਣਾ ਕੀਤਾ, ਉਹ ਵੇਲੇ ਨੂੰ ਸੋਈ ਉਹੀ ਆਪੇ ਆਪ ਹੀ ਜਾਣੇ ਕੀ ਇਹ ਜਾਣਦਾ, ਉਸ ਤੋਂ ਬਗੈਰ ਹੋਰ ਕੋਈ ਇਸ ਭੇਦ ਨੂੰ ਨਹੀਂ ਜਾਣਦਾ। ਪ੍ਰਮਾਣ ਹੈ ਜਦੋਂ ਆਪੇ ਥਾਟ ਕੀਆ ਵਹਿ ਕਰਤੈ, ਤਦੋਂ ਪੁੱਛ ਨਾ ਸੇਵਕ ਬੀਆ, ਬੀਆ ਨਾ ਦੂਸਰੇ ਦਾ ਹੁੰਦਾ, ਨਹੀਂ ਪੁੱਛਿਆ ਕਿਸੇ ਨੂੰ। ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ, ਜਾਂ ਅਵਰ ਨਾ ਦੂਜਾ ਕੀਆ, ਹੋਰ ਕੋਈ ਹੈ ਹੀ ਨਹੀਂ ਸੀ। ਇਹ ਸੁਣ ਕੇ ਸਿੱਧ ਵਿਜਿੱਦ ਹੋ ਕੇ ਕਹਿਣ ਲੱਗੇ ਮਹਾਰਾਜ ਫਿਰ ਵੀ ਆਪ ਕੁਝ ਤਾਂ ਕਹੋ ਨਾ, ਸ੍ਰਿਸ਼ਟੀ ਦੀ ਸੀਜਨਾ ਪਾਲਣਾ ਲੈ ਤਾਂ ਕਿਵੇਂ ਹੋ ਰਹੀ ਹੈ? ਤਾਂ ਗੁਰੂ ਜੀ ਨੇ ਕਿਹਾ ਫਰਮਾਨ ਕੀਤਾ ਜੇ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਣੇ ਕਿਵ ਜਾਣਾ। ਹੇ ਸਿੱਧੋ ਕਿਵ ਕਿਸ ਪ੍ਰਕਾਰ ਆਖਾਂ ਕਹੀਏ? ਉਹ ਪ੍ਰਭੂ ਨੇ ਬ੍ਰਹਮਾ ਦੁਆਰਾ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ, ਕਿਵੇਂ ਸਲਾਘਾ ਕਰਾਂ ਮੈਂ, ਸਲਾਹੁਣਾ ਕਰਾਂ ਕਿ ਉਹ ਵਿਸ਼ਨੂੰ ਰੂਪ ਹੋ ਕੇ ਕਿਵੇਂ ਪਾਲਣਾ ਕਰਦਾ ਹੈ, ਕਿਵੇਂ ਮੈਂ ਵਰਣਨ ਕਰਾਂ ਕਿ ਉਹ ਸ਼ਿਵ ਜੀ ਰੂਪ ਹੋ ਕਰਕੇ ਇਸ ਨੂੰ ਮਾਰਨਾ ਕਰਦਾ ਹੈ, ਲੈਤਾ ਕਰਦਾ ਹੈ ਪਰਲੋਂ। ਜਿਸ ਵੇਲੇ ਪਰਲੋਂ ਆਉਂਦੀ ਹੈ ਤਿੰਨੇ ਦੇਵਤੇ ਜਿਹੜੇ ਇਹ ਵੀ ਲੈ ਹੋ ਜਾਂਦੇ ਨੇ। ਤੇ ਕਿਵੇਂ ਜਾਣਨਾ ਕਰੀਏ? ਨਹੀਂ ਜਾਣਿਆ ਜਾ ਸਕਦਾ, ਤੇ ਉਹ ਪਰਮੇਸ਼ਰ ਆਖਿਆ ਨਹੀਂ ਜਾ ਸਕਦਾ। ਮਹਿਮਾ ਨਾ ਜਾਣੈ ਵੇਦ, ਬ੍ਰਹਮਹਿ ਨਹੀਂ ਜਾਣਹਿ ਭੇਦ, ਅਵਤਾਰ ਨ ਜਾਣਹਿ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆਪਣੀ ਗਤ ਆਪ ਜਾਣੈ, ਸੁਣ ਸੁਣ ਅਵਰ ਬਖਾਨੈ। ਹੁਣ ਤਾਂ ਸੁਣ ਸੁਣ ਕੇ ਕਹਿੰਦੇ ਨੇ ਹੋਰ ਤਾਂ। ਤੋ ਇਸ ਕਰਕੇ ਨਾ ਇਸ ਪ੍ਰਕਾਰ ਬ੍ਰਹਮਾ ਆਦਿਕ ਜਿਹੜੇ ਸ੍ਰਿਸ਼ਟੀ ਰਚੀ ਹੈ, ਵੀ ਫਲਾਣੇ ਵੇਲੇ ਜੀ ਬ੍ਰਹਮਾ ਨੇ ਸ੍ਰਿਸ਼ਟੀ ਰਚੀ, ਉਹਦੀ ਉਤਪਤੀ ਹੋਈ, ਉਹਦੀ ਤਾਂ ਆਪਣੀ ਉਤਪਤੀ ਕਮਲ ਤੋਂ ਹੋਈ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸੁਬਾਰ, ਤਾ ਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੇਗਾ ਵਾਰ। ਉਹ ਨਹੀਂ ਜਾਣਦਾ।
ਕਿਵੇਂ ਸਲਾਹੁਣਾ ਕਰੀਏ ਕਿ ਵਿਸ਼ਨੂੰ ਨੇ ਫਲਾਣੇ ਵੇਲੇ ਸ੍ਰਿਸ਼ਟੀ ਨੂੰ ਪਾਲਣਾ ਸ਼ੁਰੂ ਕੀਤਾ, ਕਿਸ ਪ੍ਰਕਾਰ ਸ਼ਿਵ ਜੀ ਨੇ ਇਹ ਵਰਣਨ ਕਰੀਏ ਵੀ ਉਹ ਲਹਿਤਾ ਕੀਤੀ, ਸੰਸਾਰ ਨਾਸ ਕੀਤਾ, ਨਹੀਂ ਜਾਣਿਆ ਜਾ ਸਕਦਾ। ਮਨ ਬਾਣੀ ਕਰਕੇ, ਸਰੀਰ ਕਰਕੇ ਕਿਵੇਂ ਵੀ ਨਹੀਂ ਜਾਣਿਆ ਜਾ ਸਕਦਾ। ਸ੍ਰਿਸ਼ਟੀ ਦੀ ਉਤਪਤੀ, ਸੰਘਾਰ, ਇਹ ਭੇਦ ਨੂੰ ਛੇਦੋ ਨਹੀਂ ਕੋਈ ਜਾਣ ਸਕਦਾ ਹੈ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਇੱਥੋਂ ਗੁਰੂ ਗ੍ਰੰਥ ਸਾਹਿਬ ਦਾ ਪੰਜਵਾਂ ਅੰਗ ਸ਼ੁਰੂ ਹੋ ਜਾਂਦਾ ਹੈ ਇਸ ਤੁਕ ਦੇ ਤੋਂ। ਕਈ ਬੀੜਾਂ ਦੇ ਥੋੜਾ ਬਹੁਤ ਅੰਤਰਾ ਵੀ ਹੋਏਗਾ ਅੰਗਾਂ ਦਾ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਹੇ ਸਿੱਧੋ, ਤੇ ਉਸ ਤਰ੍ਹਾਂ ਤਾਂ ਸਭ ਕੋ ਹਰ ਕੋਈ ਆਖਣ ਵਾਲਾ ਹੋ ਕੇ, ਕਹਿਣ ਵਾਲਾ ਹੋ ਕੇ ਕਥਨ ਕਰ ਰਹੇ ਨੇ, ਬਖਿਆਨ ਕਰਦੇ ਨੇ, ਪਰ ਉਹ ਪ੍ਰਭੂ ਦੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਕਰਦਾ ਹੈ, ਇਉਂ ਪਾਲਣਾ ਕਰਦਾ ਹੈ, ਅੰਤ ਕਰਦਾ ਹੈ, ਸੰਪੂਰਨ ਰੂਪ ਦੇ ਵਿੱਚ ਇਹ ਗੱਲ ਨੂੰ ਕੋਈ ਨਹੀਂ ਜਾਣਦਾ। ਤੇ ਇਹ ਜਿਹੜਾ ਇੱਕ ਦੂ ਪਾਠ ਹੈ ਨਾ, ਇਹਦਾ ਧਿਆਨ ਰੱਖਣਾ ਹੈ। ਇਹ ਪਾਠ ਇਕੱਠਾ ਕਰਨਾ, ਇੱਕ ਤੇ ਦੂ ਅਲੱਗ-ਅਲੱਗ ਨਾ ਹੋ ਜਾਵੇ, ਇੱਕ ਦੂ ਇਕੱਠਾ ਪਾਠ ਕਰਨਾ। ਇੱਕ ਤੋਂ ਇੱਕ ਵੱਧ ਸਿਆਣਾ ਬਣਦਾ ਹੈ, ਕਹਿਣ ਦੇ ਵਿੱਚ ਚਤਰ ਬਣਦਾ ਹੈ, ਯਤਨ ਕਰਦੇ ਨੇ। ਸੱਚ ਇਹੀ ਹੈ ਵੀ ਇਹ ਰਚਨਾ ਦੀ ਉਤਪਤੀ, ਪਾਲਣਾ, ਲੈਤਾ ਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ, ਕੋਈ ਨਾ ਜਾਣ ਸਕਿਆ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਉਹ ਵਾਹਿਗੁਰੂ ਸਾਰਿਆਂ ਦਾ ਸਾਹਿਬ ਮਾਲਕ ਹੈ। ਉਸ ਦੀ ਨਾਈ ਕਹੀਏ, ਵਡਿਆਈ, ਸਿਫਤਾਂ, ਨਾਈ ਸਿਫਤਾਂ ਨੂੰ ਕਹਿੰਦੇ। ਜਿਸ ਦਾ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ ਹੈ, ਸੰਸਾਰ ਉਹਦੇ ਪੈਦਾ ਕੀਤਾ ਹੈ। ਫਿਰ ਸਿੱਧ ਕਹਿਣ ਲੱਗੇ ਮਹਾਰਾਜ ਕੋਈ ਤਾਂ ਉਹਦੇ ਸਮਗਰ ਗੁਣਾਂ ਨੂੰ ਜਾਣਦਾ ਹੋਵੇਗਾ, ਕੋਈ ਵੀ ਨਹੀਂ ਜਾਣਦਾ। ਤੁਸੀਂ ਕਹਿੰਦੇ, ਮਹਾਰਾਜ ਕਹਿੰਦੇ ਕੋਈ ਵੀ ਨਹੀਂ ਜਾਣਦਾ। ਕਹਿੰਦੇ ਨਹੀਂ ਜੀ, ਕੋਈ ਤਾਂ ਜਾਣਦਾ ਹੋਊਗਾ। ਮਹਾਰਾਜ ਫਿਰ ਉੱਤਰ ਦੇ ਵਿੱਚ ਦੱਸਾਂ ਕਰਦੇ ਹਨ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਕਹਿੰਦੇ ਸਿੱਧੋ, ਜੇ ਕਰ ਕੋਈ ਆਪੇ ਆਪਣੇ ਆਪ ਨੂੰ ਜਾਣੇ ਕਿ ਮੈਂ ਉਸ ਦੇ ਸਮਗਰ ਨੂੰ ਜਾਣਦਾ ਹਾਂ, ਇਹ ਹੰਗਤਾ ਕਰੇ, ਉਹ ਪੁਰਸ਼ ਅੱਗੇ ਪੁਰਲੋਕ 'ਚ ਗਿਆ, ਸੋ ਹੈ ਸੋਭਾ ਨਹੀਂ ਪਾਊਗਾ, ਸਜ਼ਾ ਮਿਲੂਗੀ ਦਰਗਾਹ ਦੇ ਵਿੱਚ ਵੀ ਤੂੰ ਝੂਠ ਕਿਉਂ ਬੋਲਿਆ। ਆਪਣੀ ਕਥਨੀ ਉੱਤੇ ਸ਼ਰਮਿੰਦਗਾ ਹੋਣਾ ਪਊਗਾ ਉਹਨੂੰ। ਉਹ ਬ੍ਰਹਮ ਬੇਤੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਸੋਭਾ ਪ੍ਰਾਪਤੀ ਨਹੀਂ ਹੋਏਗੀ, ਮਹਾਂਪੁਰਖਾਂ ਦੀ ਸੋਭਾ ਵਿੱਚ ਵੀ, ਪ੍ਰਲੋਕ ਦੇ ਵਿੱਚ ਵੀ। ਕਿਉਂਕਿ ਜਦੋਂ ਬ੍ਰਹਮ ਬੇਤੇ ਪੁਰਸ਼ ਉਸ ਨੂੰ ਪੁੱਛਣਗੇ ਕਿ ਪ੍ਰਭੂ ਨੂੰ ਕਿਵੇਂ ਜਾਣ ਲਿਆ, ਤੂੰ ਸ਼ਰਮਿੰਦਗੀ ਹੋਣੀ ਪਏਗੀ, ਪੂਰੇ ਰੂਪ ਦੇ ਜਾਣ ਨਹੀਂ ਸਕਦਾ। ਕਰਤੇ ਕਾ ਕਰਨਾ ਨਾ ਹੀ ਸਮਾਰ, ਉਹਦੀ ਤਾਂ ਕੀਤੀ ਹੋਈ ਰਚਨਾ ਦਾ ਅੰਤ ਨਹੀਂ ਹੈ। ਉਹ ਇੱਕ ਹਕੀਮ ਦੀ ਗੱਲ ਆਉਂਦੀ ਹੈ ਵੀ ਇੱਕ ਹਕੀਮ ਕਿਸੇ ਮਹਾਂਪੁਰਸ਼ ਦੇ ਕੋਲ ਬੈਠਾ ਸੀ, ਵਿਚਾਰ ਚੱਲ ਪਈ, ਪਰਮਾਤਮਾ ਦੀ ਬੇਅੰਤਤਾ ਦੇ ਵਿਚਾਰ ਚੱਲ ਪਈ। ਬ੍ਰਹਮ ਗਿਆਨੀ ਮਹਾਂਪੁਰਖ ਬ੍ਰਹਮ ਬੇਤੇ ਵੈਸੇ ਤਾਂ ਬਹੁਤੀ ਗੱਲ ਨਹੀਂ ਕਿਸੇ ਨਾਲ ਕਰਦੇ, ਗੱਲ ਸੁਭਾਵਿਕ ਚੱਲ ਪਈ। ਉਹ ਮਹਾਂਪੁਰਸ਼ਾਂ ਨੇ ਕਿਹਾ ਵੀ ਪਰਮਾਤਮਾ ਦੀ ਜਿੰਨੀ ਰਚਨਾ ਹੈ, ਕੋਈ ਵੀ ਬੇਲੋੜੀ ਚੀਜ਼ ਨਹੀਂ ਹੈ। ਇੱਕ ਮੱਖੀ ਮੱਛਰ ਤੋਂ ਲੈ ਕੇ, ਉਹ ਕਹਿੰਦਾ ਨਾ ਜੀ ਇਹਨਾਂ ਚੀਜ਼ਾਂ ਦੀ ਕਿਹੜੀ ਲੋੜ ਸੀ, ਮੱਛਰ ਬੜਬੜ ਕੇ ਖਾਈ ਜਾਂਦਾ, ਭਿੰਡਾਂ ਲੜੀ ਜਾਂਦੀਆਂ ਨੇ, ਇਹ ਤਾਂ ਬੇਲੋੜੇ ਹੀ ਨੇ। ਮਾਰੇ ਕਹਿੰਦੇ ਨਹੀਂ, ਮਹਾਂਪੁਰਸ਼ ਕਹਿੰਦੇ ਨਹੀਂ, ਬੇਲੋੜਾ ਕੋਈ ਨਹੀਂ। ਉਹ ਇੱਕ ਕੀੜਾ ਪਿਆ ਸੀ, ਕਿਸੇ ਖਾਸ ਜਾਤੀ ਦਾ ਕੀੜਾ ਸੀ ਉਹ, ਤੇ ਉਹਦੇ ਕੋਲ ਉਂਗਲ ਕਰਕੇ ਕਹਿੰਦਾ, ਹਕੀਮ ਕਹਿੰਦਾ ਆਹ ਕੀੜੇ ਦੀ ਕੀ ਲੋੜ ਸੀ ਰੱਬ ਨੂੰ ਪੈਦਾ ਕਰਨ ਦੀ। ਮਹਾਂਪੁਰਸ਼ ਕਹਿੰਦੇ ਚੰਗਾ ਭਾਈ, ਹੁਣ ਆਪਣੀ ਬਹਿਸ ਐਦੋਂ ਵੱਧ ਆਪਾਂ ਨੂੰ ਕਰਨੀ ਨਹੀਂ ਚਾਹੀਦੀ, ਤੂੰ ਆਪਣਾ ਨਿਸ਼ਚਾ ਰੱਖ, ਮੈਂ ਆਪਣਾ ਰੱਖੂੰ, ਪਰ ਹੈ ਐਸਾ ਜੋ ਮੈਂ ਕਹਿੰਦਾ ਇਹ ਸੱਤ ਹੈ, ਜੋ ਤੂੰ ਕਹਿੰਦਾ ਅਸੱਤ ਹੈ। ਉਹ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਮੰਨਦਾ। ਕਹਿੰਦੇ ਕੋਈ ਨਹੀਂ, ਪਰਮਾਤਮਾ ਮਨਾ ਲੈਂਦਾ ਹੁੰਦਾ। ਸਮਾਂ ਆਇਆ ਉਹਦੇ ਹਕੀਮ ਦੇ ਐਸਾ ਰੋਗ ਹੋ ਗਿਆ ਵੀ ਉਹਨੂੰ ਦਿਮਾਗੀ ਦੌਰਾ ਪੈਣ ਲੱਗ ਗਿਆ। ਬੜੇ ਇਲਾਜ ਕਰਾਏ, ਕੋਈ ਨਾ ਹੋਇਆ। ਪਰਮਾਤਮਾ ਦੀ ਖੇਡ ਸੀ ਇਹ। ਤੇ ਉਹ ਸੰਤਾਂ ਕੋਲ ਆ ਗਿਆ, ਕਹਿੰਦੇ ਮਹਾਰਾਜ ਵੀ ਮੈਂ ਤਾਂ ਆਪ ਹਕੀਮ ਸੀ, ਪਰ ਸਿਆਣਾ ਸੀ ਬੜਾ, ਪਰ ਗੱਲ ਬਣੀ ਨਹੀਂ ਹੈ, ਬਿਮਾਰੀ ਇਸ ਤਰ੍ਹਾਂ ਦੀ ਲੱਗ ਗਈ। ਕਹਿੰਦੇ ਇਲਾਜ ਚਾਹੁੰਦਾ? ਕਹਿੰਦੇ ਹਾਂ। ਕਹਿੰਦੇ ਆਹ ਕੀੜਾ ਜਿਹੜਾ ਤੂੰ ਕਹਿੰਦਾ ਸੀ ਵੀ ਇਹਦੀ ਕੀ ਲੋੜ ਹੈ, ਕਹਿੰਦੇ ਇਹ ਕੀੜਾ ਮਰ ਗਿਆ। ਕਹਿੰਦੇ ਮੈਂ ਸੰਭਾਲ ਕੇ ਰੱਖਿਆ ਹੋਇਆ, ਥੋੜ੍ਹੇ ਜਿਹੇ ਦਿਨ ਹੋ ਗਏ ਮਰ ਗਿਆ ਕੀੜਾ। ਕਹਿੰਦੇ ਇਹਨੂੰ ਪੀਸ ਕੇ ਨਾਸਾਂ ਦੇ ਵਿੱਚ ਨਸਵਾਰ ਲੈ ਲੈ ਇਹਦੀ, ਜਿਵੇਂ ਸੁੰਘ ਲੈ ਇਹਨੂੰ, ਨਾਸਾਂ 'ਚ ਪਾ ਲੈ ਇਹਨੂੰ। ਕਹਿੰਦੇ ਇਹਦੇ ਨਾਲ ਹੀ ਤੈਨੂੰ ਕਹਿੰਦੇ ਛਿੱਕਾਂ ਆਉਣਗੀਆਂ, ਕਈ ਘਬਰਾਈ ਨਾ, ਕਹਿੰਦੇ ਠੀਕ ਹੋ ਜਾਏਗਾ। ਉਹਨੇ ਜਾ ਕੇ ਉਹ ਨਾਸਕਾਂ ਦੇ 'ਚ ਪਾਇਆ ਤੇ ਸਿਆਣਿਆ ਵੀ ਹਾਂ ਕੀੜਾ ਉਹੀ ਹੈ ਜੀ, ਇਹਦੇ ਮੈਂ ਸ਼ੰਕਾ ਕੀਤੀ ਸੀ। ਨਾਸਕਾਂ ਪਾਇਆ ਤੇ ਉਹਦਾ ਦਿਮਾਗੀ ਦੌਰਾ ਠੀਕ ਹੋ ਗਿਆ। ਦਿਮਾਗ ਦੇ ਵਿੱਚ ਅਸਲ ਦੇ ਵਿੱਚ
ਬਹੁਤ ਬਰੀਕ ਸੂਖਮ ਕੀੜੇ ਪੈਦਾ ਹੋ ਜਾਂਦੇ ਆ। ਮੈਂ ਉਹ ਦੇਖਿਆ, ਦਿਮਾਗ ਚੋਂ ਨਿਕਲਿਆ ਹੋਇਆ, ਦਿਖਾਇਆ ਸੀ ਕਿਸੇ ਪ੍ਰੇਮੀ ਨੇ। ਉਹ ਨਿਕਲ ਗਿਆ ਤੇ ਹਕੀਮ ਕੋਲ ਆ ਕੇ ਕਹਿੰਦਾ, ਮਹਾਰਾਜ ਜੀ ਮੈਂ ਤਾਂ ਖਿਮਾ ਮੰਗਣ ਆਇਆ। ਕਹਿੰਦੇ ਕਾਹਦੀ? ਕਹਿੰਦੇ ਜਿਹੜੇ ਕੀੜੇ ਨੂੰ ਮੈਂ ਕਿਹਾ ਸੀ ਬੇਲੋੜਾ, ਕਹਿੰਦੇ ਉਸੇ ਨੇ ਮੇਰਾ ਇਲਾਜ ਕੀਤਾ। ਕਹਿੰਦੇ ਫਿਰ ਬਈ ਤੈਨੂੰ ਕਿਹਾ ਸੀ ਵੀ ਕੋਈ ਚੀਜ਼ ਬੇਲੋੜੀ ਨਹੀਂ, ਮਨੁੱਖ ਨੂੰ ਨਾ ਸਮਝ ਆਵੇ ਉਹ ਇੱਕ ਗੱਲ ਵੱਖਰੀ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਕਿਹਾ ਵੀ ਭਾਈ ਉਹ ਪਰਮੇਸ਼ਰ ਦੇ ਉੱਤੇ ਤਰਕ ਨਹੀਂ ਕਰਨੀ ਬਣਦੀ। ਫਿਰ ਨਾਨਕ ਜੇ ਕੋ ਆਪੋ ਜਾਣੇ, ਕਹੇ ਮੈਂ ਹੀ ਜਾਣਦਾ ਸਭ ਕੁਝ, ਅੱਗੇ ਗਿਆ ਨਾ ਸੋ ਹੈ, ਸ਼ਰਮਿੰਦਗੀ ਹੋਏਗੀ ਉਸ ਨੂੰ। ਇਹ ਸਿੱਧਾਂ ਦੇ ਨਾਲ ਤਾਂ ਪ੍ਰਸ਼ਨ ਹੋ ਗਿਆ ਇੱਥੇ ਸਮਾਪਤ। ਹੁਣ ਕਰਤਾਰਪੁਰ ਸਾਹਿਬ ਭਾਈ ਲਹਿਣਾ ਨਾਮ ਸੀ ਉਸ ਵੇਲੇ, ਬਾਅਦ 'ਚ ਗੁਰੂ ਅੰਗਦ ਸਾਹਿਬ ਹੋਇਆ। ਬਾਬਾ ਬੁੱਢਾ ਸਾਹਿਬ ਸਾਰੇ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਕਿਰਪਾ ਕਰੋ ਤੇ ਆਪ ਇਹ ਦੱਸੋ ਵੀ ਤੁਹਾਡੇ ਅਨੁਸਾਰ, ਕਿਉਂਕਿ ਤੀਰਥਾਂ ਦੀ ਬੜੀ ਆਮ ਚਰਚਾ ਹੈ ਹਿੰਦੁਸਤਾਨ ਦੇ ਵਿੱਚ, ਬੜੇ ਲੋਕ ਦਾਨ ਪੁੰਨ ਤੀਰਥ ਤਪੱਸਿਆ, ਵੀ ਤੁਹਾਡੇ ਅਨੁਸਾਰ ਅਸੀਂ ਨਿਸ਼ਚਾ ਕਰੀਏ ਵੀ ਗੁਰਸਿੱਖਾਂ ਦਾ ਤੀਰਥ ਕਿਹੜਾ, ਵੀ ਆਪ ਦੱਸੋ। ਤੇ ਦੂਸਰੀ ਇਹ ਵੀ ਦੱਸੋ ਵੀ ਗੁਰਸਿੱਖਾਂ ਦਾ ਤਪ ਕਿਹੜਾ, ਗੁਰਸਿੱਖਾਂ ਨੂੰ ਦਇਆ ਕਿਹੜੀ ਕਰਨੀ ਚਾਹੀਦੀ ਹੈ, ਦਮਨ ਕਿਹੜਾ ਕਰਨਾ ਚਾਹੀਦਾ, ਦਾਨ ਕਿਹੜਾ ਕਰਨਾ ਚਾਹੀਦਾ। ਸਰੂਪ ਦੀ ਪ੍ਰਾਪਤੀ ਹੋਵੇ ਤਾਂ ਗੁਰੂ ਸਾਹਿਬ ਜੀ ਨੇ ਫਿਰ ਇਹ ਪੌੜੀ ਦੁਆਰਾ ਕਰਤਾਰਪੁਰ ਸਾਹਿਬ ਇਉਂ ਉਪਦੇਸ਼ ਗੁਰਸਿੱਖਾਂ ਨੂੰ ਬਖਸ਼ਿਆ, ਅੱਗੇ ਸਿੱਧਾਂ ਨੂੰ ਬਖਸ਼ਿਆ ਸੀ। ਸੁਣੋ ਜੀ। ਤੀਰਥ ਤਪ ਦਇਆ ਦਤ ਦਾਨ। ਕਹਿੰਦੇ ਗੁਰਸਿੱਖੋ ਤੀਰਥ ਦੀ ਨਿਆਈ ਸਤਿਗੁਰੂ ਹੈ, ਗੁਰ ਸਮਾਨ ਤੀਰਥ ਨਹੀਂ ਕੋਈ। ਤੇ ਇਸ ਕਰਕੇ ਗੁਰੂ ਵਰਗਾ ਤੀਰਥ ਨਹੀਂ ਕੋਈ। ਉਹਨਾਂ ਦੀ ਸੇਵਾ ਕਰਨੀ ਐਦੋਂ ਵੱਡਾ ਤਪ ਕੋਈ ਨਹੀਂ ਹੈ। ਗੁਰੂ ਘਰ ਦੀ ਜਿਹੜੀ ਸੇਵਾ ਕਰਨੀ ਇਹ ਤਪੱਸਿਆ ਹੈ। ਦੁਖੀ ਤੇ ਤਰਸ ਕਰਨਾ ਇਹ ਦਇਆ ਹੈ। ਆਪਣੀ ਜੀਵ ਆਤਮਾ ਦੇ ਉੱਤੇ ਤਰਸ ਕਰਨਾ ਕਿ ਮਨੁੱਖਾ ਸਰੀਰ ਮਿਲਿਆ, ਉਹ ਕਹਿੰਦਾ ਉਹ ਆਪਣੇ ਆਪ ਤੇ ਰਹਿਮ ਕਰੋ, ਤਰਸ ਕਰ ਆਪਣੇ ਆਪ ਤੇ। ਉਹਦਾ ਮਤਲਬ ਹੁੰਦਾ ਵੀ ਤੂੰ ਆਪਣੇ ਆਪ ਦਾ ਹੀ ਬੁਰਾ ਕਰ ਰਿਹਾ ਹੈ। ਤੇ ਆਪਣੇ ਆਪ ਤੇ ਤਰਸ ਕਰਕੇ ਤੇ ਜੀਵ ਆਤਮਾ ਨੇ ਸ੍ਰੇਸ਼ਟ ਭਗਤੀ ਦੇ ਰਸਤੇ ਤੋਰਨਾ ਸੀ। ਇਹ ਦਇਆ ਕਰਨੀ ਹੈ। ਇੰਦਰੀਆਂ ਨੂੰ ਕਾਬੂ ਕਰਨ ਰੱਖਣਾ, ਦਤ ਦਮਨ ਕਰਨਾ ਸੀ। ਇਹਦਾ ਨਾਮ ਦਤ ਦਮਨ ਹੈ। ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਇਹਦਾ ਨਾਮ ਦਾਨ ਹੈ। ਇਸ ਕਰਕੇ ਤੀਰਥ ਨਾਮ ਪਵਿੱਤਰਤਾ ਦਾ ਹੈ। ਸਤਿਗੁਰੂ ਵਰਗਾ ਪਵਿੱਤਰ ਕੋਈ ਸੰਸਾਰ ਦੇ ਵਿੱਚ ਨਹੀਂ। ਜਗਿਆਸੂਆਂ ਦੀ ਪਾਪਾਂ ਦੀ ਵਿਕਾਰ, ਔਗਣਾਂ ਦੀ ਮੈਲ, ਦੁਰਮਤ ਮੈਲ ਲਾਹੁਣ ਦੇ ਬਾਅਦ ਤੇ ਸਮਰੱਥ ਗੁਰੂ ਹੀ ਹੈ। ਪਸ਼ੂ ਬਿਰਤੀਆਂ ਵਾਲੇ ਨੂੰ ਦੇਵਤੇ ਬਣਾ ਸਕਦਾ ਗੁਰੂ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਉਹਨਾਂ ਦੀ ਸੇਵਾ ਤੀਰਥ ਪੂਰਾ ਸਤਿਗੁਰੂ ਹੈ, ਇਹ ਜਾਣ ਕੇ ਕਰਨੀ ਚਾਹੀਦੀ ਹੈ। ਤੇ ਜਿਸ ਤਰ੍ਹਾਂ ਕਿ ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ ਗੁਰ ਹੋਏ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪ੍ਰੇਤ ਹੋਂ ਦੇਵ ਕਰੈ। ਸਤਿਗੁਰ ਤੀਰਥ ਜਾਣੀਐ, ਅਠਸਰ ਤੀਰਥ ਸਰਣੀ ਆਏ। ਭਾਈ ਗੁਰਦਾਸ ਸਾਹਿਬ ਨੇ। ਚਿੱਤ ਦੀ ਇਕਾਗਰਤਾ ਦਾ ਨਾਮ ਤਪ ਹੈ। ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀਏ। ਭਰਤਰੀ ਦੇ ਜ਼ਿੰਦਗੀ ਦਾ ਨਿਚੋੜ ਹੈ ਇਹ। ਵਿਰਾਗ ਸਤਕ ਦੇ ਵਿੱਚ ਐਸਾ ਬਚਨ ਆਉਂਦਾ ਹੈ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਗਿਆਨ ਪ੍ਰਾਪਤ ਕਹਿੰਦੇ, ਸੇਵਾ ਹੀ ਸ਼੍ਰੋਮਣੀ ਤਪ ਹੈ। ਤਪਨ ਤਪ ਗੁਰ ਗਿਆਨ। ਗਿਆਨ ਜਿਹੜਾ ਬ੍ਰਹਮ ਗਿਆਨ ਆ ਪ੍ਰਾਪਤ ਸਤਿਗੁਰੂ ਕਰਾ ਰਹੇ ਆਪਾਂ ਨੂੰ। ਕਹਿੰਦੇ ਬ੍ਰਹਮ ਗਿਆਨ ਸਮਦਾਨ ਹੈ। ਇਦੋਂ ਵੱਡਾ ਨਾ ਤਪੱਸਿਆ ਨਾ ਇਦੋਂ ਵੱਡਾ ਗੁਰ ਸੇਵਾ। ਤਪਾਂ ਸਿਰ ਤਪਸਾਰ, ਤਪੱਸਿਆ ਵੀ ਹੈ। ਤੇ ਇਸ ਕਰਕੇ ਤਪਨ ਤਪ ਗੁਰ ਗਿਆਨ। ਗਿਆਨ ਵਰਗੀ ਤਪੱਸਿਆ ਕਿਹੜੀ ਹੋਊਗੀ? ਤਪੱਸਿਆ ਕਰਨ ਲੱਗੇ ਕਠਿਨਾਈ ਆਉਂਦੀ ਹੈ। ਧੂਣੀਆਂ ਤਪਦੇ ਸਰੀਰ ਸੜਦਾ ਹੈ। ਪਾਣੀ ਜੇ ਖੜਦੇ ਆ ਸਰੀਰ ਤਾਂ ਕਸ਼ਟ ਹੁੰਦਾ ਨਾ। ਬ੍ਰਹਮ ਗਿਆਨ ਸਮਝਣ ਲਈ ਵੇ ਬੁੱਧੀ ਨੂੰ ਕਸ਼ਟ ਹੁੰਦਾ ਵੀ ਸਮਝ ਨਹੀਂ ਆ ਰਿਹਾ ਗਿਆਨ। ਇਹ ਤਪੱਸਿਆ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਸਤਿਗੁਰਾਂ ਦੀ ਠੇਵਾ ਟਹਿਲ ਕਰਨੀ ਇਹ ਤਪਾਂ ਸੇ ਸ਼੍ਰੋਮਣੀ ਤਪ ਹੈ। ਬਹੁਤ ਕਠਿਨ ਹੈ। ਮੁਰਦਾ ਹੋਈ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ। ਸੇਵਕ ਹੋਏ ਸੰਜੀਤ ਨਾ ਹਸਨ ਰੋਵਣਾ, ਦਰ ਦਰਵੇਸ ਰਸੀਦ ਪ੍ਰਿਮ ਰਸ ਭੋਵਣਾ। ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਇਹਨਾਂ ਦਾ ਹੀ ਥੋੜ੍ਹਾ ਜਿਹਾ ਖੁਲਾਸਾ। ਦਇਆ, ਕਿਸੇ ਦੁਖੀ ਨੂੰ ਤਰਸ ਕਰਕੇ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਉਹਦੀ ਸਹਾਇਤਾ ਕਰਨੀ, ਦੁੱਖ ਵੰਡਾ ਦੇਣਾ,
ਦੁਖੀ ਨੂੰ ਦੇਖ ਕੇ ਚਿੱਤ ਨੇ ਢਲ ਜਾਣਾ, ਇਹਨੂੰ ਕਹਿੰਦੇ ਨੇ ਦਇਆ। ਕਈ ਮਤਾਂ ਦੇ ਵਿੱਚ ਤੇ ਕੇਵਲ ਮੂੰਹ ਬੰਨਣ ਨੂੰ ਹੀ ਦਇਆ, ਵੀ ਕੋਈ ਜੀਵ ਮੂਹਰੇ ਅੰਦਰ ਨਾ ਆ ਕੇ ਜਾਵੇ, ਐਸੇ ਮਤ ਵੀ ਹੈ ਹਿੰਦੁਸਤਾਨ 'ਚ। ਜੀਵਾਂ ਦੀ ਰੱਖਿਆ ਕਰਨੀ ਇਹ ਦਇਆ ਸਮਝਦੇ ਹੈ, ਉਹ ਵੀ ਦਇਆ, ਪਰ ਇਹ ਉਹਦੇ ਮੁਕਾਬਲੇ ਦਇਆ ਨਹੀਂ ਹੈ। ਇਹੋ ਜਿਹੀ ਦਇਆ ਜਿਹਨੇ ਦੇਸ਼ ਗੁਲਾਮ ਕਰਕੇ ਰੱਖ ਦਿੱਤਾ ਸੀ, ਟਕੇ ਟਕੇ ਨੂੰ ਇੱਜ਼ਤ ਵੀ ਗਈ ਸੀ ਹਿੰਦੁਸਤਾਨ ਦੀ। ਤੇ ਇਸ ਤਰ੍ਹਾਂ ਦੀ ਦਇਆ ਉਹ ਹੈ, ਦਇਆ ਦਾ ਸਰੂਪ ਇਤਿਹਾਸ ਵਿੱਚ ਪੜ੍ਹੋ ਵੀ 7 ਦਿਨਾਂ ਦੇ ਭੁੱਖਿਆਂ ਸਿੱਖਾਂ ਨੇ। ਇੱਕ ਵਾਰੀ ਐਸਾ ਹੋਇਆ ਸੀ, ਕਾਹਨੂੰਵਾਲ ਸ਼ੰਭ ਦੇ ਵਿੱਚ ਖਾਲਸਾ ਤੇ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਲੈ ਕੇ ਜਾਂਦੇ ਸੀ ਕੋਟਾ। ਘਰ ਦੇ ਵਿੱਚ ਹੀ ਤਵੀ ਤੇ ਮਾਂ ਤੇ ਭੈਣ ਰੋਟੀਆਂ ਲਾਉਂਦੀ, ਟੋਕਰਾ ਭਰ ਕੇ ਜਾਣਾ। ਜਦੋਂ ਕੋਈ ਸਿੱਖਾਂ ਨੂੰ ਪਨਾਹ ਦਿੰਦਾ ਸੀ, ਸਾਰਾ ਟੱਬਰ ਮਾਰ ਦਿੰਦੇ ਸੀ। ਹਾਲਤ ਹੁਣ ਦੇ ਕਈ ਵਾਰ ਹੋਏ ਹਿੰਦੁਸਤਾਨ 'ਚ। ਤੇ ਰਸਤੇ ਦੇ 'ਚ ਕੀ ਦੇਖਿਆ ਭਾਈ ਸਾਹਿਬ ਨੇ, ਬੀਬੀਆਂ ਬੈਣ ਪਾਉਂਦੀਆਂ ਜਾਂਦੀਆਂ, ਕੀਰਨੇ ਪਾਉਂਦੀਆਂ, ਫੜੀਆਂ ਹੋਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਰਬਾਣੇ ਗਿਲਜੇ ਲਈ ਜਾ ਰਹੇ ਨੇ। ਤੇ ਭਾਈ ਸਾਹਿਬ ਅੱਖਾਂ 'ਚੋਂ ਪਾਣੀ ਆ ਗਿਆ ਵੀ ਬੜੇ ਬੜੇ ਰਾਜੇ, ਹਿੰਦੂ ਰਾਜੇ ਬੈਠੇ, ਰਾਜਪੂਤ ਕਿੱਥੇ ਅਣਖ ਗਈ ਉਹਨਾਂ ਦੀ। ਪਹਾੜੀ ਰਾਜੇ ਗੁਲਾਮ ਹੋਏ ਬੈਠੇ ਸੀ, ਟਕੇ ਨੂੰ ਜਾ ਕੇ ਵੇਚਦੇ ਸੀ ਗਜਨੀ ਦੇ ਵਿੱਚ। ਆ ਤੀਆਂ ਉਦੋਂ ਦੀਆਂ ਚੱਲਦੀਆਂ ਨਾ, ਤੀਆਂ ਨਾਮ ਤੀਆ ਇਸਤਰੀ ਦਾ ਹੁੰਦਾ ਹੈ। ਇਹ ਇਕੱਠੀਆਂ ਕਰਕੇ ਗਿੱਧੇ ਪਾਉਂਦੇ ਸੀ, ਨਚਾਉਂਦੇ ਸੀ, ਜਿਹੜੀ ਪਸੰਦ ਆ ਜਾਂਦੀ ਸੀ ਲੈ ਜਾਂਦੇ ਸੀ। ਆ ਹਿੰਦੁਸਤਾਨ ਤੋਂ ਬਲਿਹਾਰ ਜਾਈਏ, ਹੁਣ ਤੱਕ ਇਹਨਾਂ ਨੇ ਉਹ ਗਹਿਣਾ ਹੀ ਬਣਾ ਲਿਆ, ਕਹਿੰਦੇ ਤੀਆਂ ਦਾ ਰਿਵਾਜ ਆ ਕੇ। ਸਾਡੇ ਰਿਵਾਜ ਨਹੀਂ ਹੈ, ਗੁਲਾਮੀ ਦੀ ਨਿਸ਼ਾਨੀ ਹੈ ਤੁਸੀਂ ਜਿਹੜੀ ਰੱਖੀ ਹੋਈ ਹੈ। ਤੋ ਇਉਂ ਕਰਕੇ ਸਾਧ ਸਿੰਘ ਜੀ ਜਿਸ ਵੇਲੇ ਭਾਈ ਸਾਹਿਬ ਨੇ ਜਾ ਕੇ ਟੋਕਰਾ ਰੱਖਿਆ, ਫਤਿਹ ਗਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਚਿਹਰਾ ਉਦਾਸ ਉਤਰਿਆ ਹੋਇਆ, ਤੇ ਪ੍ਰਸ਼ਾਦਾ ਵਰਤਣਾ ਸ਼ੁਰੂ ਹੋ ਗਿਆ। ਜਕਾਰਾ ਛੱਡ ਦਿੱਤਾ, ਛਕਣਾ ਸ਼ੁਰੂ ਕਰਨਾ ਸੀ। ਜਥੇਦਾਰ ਸਾਹਿਬ ਪੁੱਛਦੇ, ਭਾਈ ਸਾਹਿਬ ਤੇਰਾ ਚਿਹਰਾ ਉਤਰਿਆ ਲੱਗਦਾ ਹੈ। ਸਾਰੇ ਸਿੰਘ ਦੇਖਣ ਲੱਗ ਗਏ ਤੇ ਕਹਿੰਦੇ ਨਹੀਂ ਜੀ ਪ੍ਰਸ਼ਾਦਾ ਛਕੋ। ਕਹਿੰਦੇ ਨਹੀਂ, ਸਾਨੂੰ ਰੋਟੀ ਖਵਾਉਣ ਕਰਕੇ ਕਿਤੇ ਸਾਡੀ ਭੈਣ ਦੇ ਉੱਤੇ ਕੋਈ ਕਸ਼ਟ ਤਾਂ ਨਹੀਂ ਆ ਗਿਆ। ਸਾਡੀ ਮਾਤਾ, ਗੁਰਸਿੱਖਾਂ ਦੀ ਮਾਤਾ ਨੂੰ ਮਾਤਾ, ਭੈਣ ਨੂੰ ਭੈਣ ਸਕਦੇ। ਕਹਿੰਦੇ ਨਹੀਂ, ਅਜੇ ਤੱਕ ਤਾਂ ਠੀਕ ਹੈ ਤੁਹਾਡੇ ਤੇ। ਕਹਿੰਦੇ ਸਿੰਘੋ ਪਹਿਲੀ ਤਾਂ ਗੱਲ ਹੈ ਵੀ ਅਜੇ ਗੁਰੂ ਦੀ ਕਿਰਪਾ, ਜੇ ਕਸ਼ਟ ਆ ਗਿਆ ਮੈਂ ਸਹਾਰ ਨੂੰ ਪਾਣਾ ਮਨ ਨੂੰ। ਕਹਿੰਦੇ ਫਿਰ ਉਦਾਸ ਕਿਉਂ ਆ? ਕਹਿੰਦੇ ਇਹਦਾ ਕਾਰਨ ਮੈਂ ਦੱਸੂ ਜਦੋਂ ਪ੍ਰਸ਼ਾਦਾ ਛਕ ਲਿਆ। ਕਹਿੰਦੇ ਅਸੀਂ ਨਹੀਂ, ਉਹਨਾਂ 'ਚ ਛਕਣਾ ਨਹੀਂ। ਕਹਿੰਦਾ ਫਿਰ ਸੁਣ ਲਓ ਵੀ ਗਿਲਜੇ ਬੰਨੀ ਜਾਂਦੇ ਨੇ, ਹਜ਼ਾਰਾਂ ਦੀ ਗਿਣਤੀ ਬੈਣ ਪਾਉਂਦੀਆਂ, ਕਿਸੇ ਨੇ ਬੈਣ ਨਹੀਂ ਸੁਣਿਆ। ਜਥੇਦਾਰ ਉੱਠ ਕੇ ਕਹਿੰਦਾ ਸਿੰਘੋ ਪ੍ਰਸ਼ਾਦਾ ਨਹੀਂ ਛਕਣਾ। ਮੁੜ ਕੇ ਪਟਾਕ ਪੜਾ 7 ਦਿਨਾਂ ਦੇ ਭੁੱਖਿਆਂ ਨੂੰ ਰੋਟੀ ਮਿਲੀ ਸੀ, ਟੋਕਰੇ 'ਚ ਪ੍ਰਸ਼ਾਦੇ ਰੱਖ ਦਿੱਤੇ। ਕਹਿੰਦੇ ਤਾਰੂ ਸਿੰਘ ਜੀ ਬੈਠੋ, ਜੇ ਤਾਂ ਸ਼ਹੀਦੀਆਂ ਪਾ ਗਏ ਤਾਂ ਅਰਦਾਸ ਕਰ ਦਿਓ ਸਾਡੀ ਵੀ ਅੰਨ ਦੀ ਬੇਅਦਬੀ ਹੋ ਗਈ ਸਾਡੇ ਕੋਲੋਂ ਲੰਗਰ ਦੀ, ਮਹਾਰਾਜ ਸਾਨੂੰ ਮਾਫ ਕਰ ਦੇਣ। ਜੇ ਜਿਉਂਦੇ ਰਹੇ ਲੰਗਰ ਛਕਾਂਗੇ ਤੇ ਛਡਾ ਕੇ ਲਿਆਵਾਂਗੇ, ਖਾਲਸਾ ਵਾਅਦਾ ਕਰਦਾ ਹੈ। ਬੱਲੋ ਦੇ ਹੈਡ ਤੇ ਘੇਰੇ ਜਾ ਕੇ ਗਿਲਜਿਆਂ ਨੂੰ ਐਸੀ ਮਾਰ ਮਾਰੀ, ਨਾਸ ਕਰ ਦਿੱਤਾ। ਜਦੋਂ ਗਿਣਤੀ ਕੀਤੀ 18,000 ਬੀਬੀ ਨਿਕਲੀ, ਆ ਕੇ ਗੱਫਾ ਛਕਿਆ। ਕਹਿਣ ਅਸੀਂ ਕਿਹੜੇ ਰਸ ਨਾਲ ਧੰਨਵਾਦ ਕਰਦੇ ਕਿ ਬੀਬੀ ਧੰਨਵਾਦ ਕਰਾਉਣ ਵਾਸਤੇ ਨਹੀਂ ਛਡਾਇਆ। ਆਪਣੇ ਆਪਣੇ ਨਾਂ ਪਤੇ ਲਿਖਾਓ। ਸਿੰਘ ਲਿਖਣ ਲੱਗ ਗਏ ਕੌਣ ਕਿੱਥੇ ਦੇ। ਚੰਬੇ ਦੇ ਰਾਜੇ ਦੀਆਂ 2 ਲੜਕੀਆਂ ਸਭ ਤੋਂ ਖੂਬਸੂਰਤ, ਸਾਰੀਆਂ ਬੀਬੀਆਂ ਕਹਿੰਦੇ ਅਸੀਂ ਨਹੀਂ ਆਪਣੇ ਘਰ ਨੂੰ ਜਾਣਾ। ਖਾਲਸਾ ਕਹਿੰਦਾ ਕਿਉਂ? ਕਹਿੰਦੇ ਜਿਹੜੇ ਘਰਦਿਆਂ ਨੇ, ਮਾਤਾ ਪਿਤਾ ਨੇ, ਭਰਾਵਾਂ ਨੇ, ਪਤੀਆਂ ਨੇ, ਜਿਹੜੀਆਂ ਵਿਆਹੀਆਂ ਹੋਈਆਂ ਸੀ, ਸਾਡੀ ਇੱਜ਼ਤ ਹੀ ਨਹੀਂ ਬਚਾਈ, ਅਸੀਂ ਉਹਨਾਂ ਦੇ ਕੋਲ ਨਹੀਂ ਜਾਣਾ। ਅਸੀਂ ਰਹਾਂਗੇ ਤੁਹਾਡੇ ਕੋਲ ਜਿਨ੍ਹਾਂ ਨੇ ਇੱਜ਼ਤ ਬਚਾਈ, ਸਾਡੇ ਨਾਲ ਵਿਆਹ ਕਰਾ ਲਓ। ਜਥੇਦਾਰ ਕਹਿੰਦਾ ਕੁੜੀਓ ਵਾਪਸ ਲੈ ਲਓ ਆਪਣੇ ਬਚਨ, ਇਹ ਧਰਤੀ ਗਰਕ ਹੋ ਜਾਏਗੀ ਜਿਸ ਦਿਨ ਧੀਆਂ ਦੇ ਨਾਲ ਹੀ ਕੋਈ ਭੈਣਾਂ ਦੇ ਨਾਲ ਹੀ ਵਿਆਹ ਕਰਾਉਣ ਲੱਗ ਗਿਆ। ਤੁਸੀਂ ਸਾਡੀਆਂ ਧੀਆਂ, ਇਹ ਨਹੀਂ ਦੇਖਿਆ ਵੀ ਹਿੰਦੂਆਂ ਦੀ ਬੇਟੀ ਹੈ। ਅੱਜ ਜਿਹੜੇ ਬੜੇ ਬੜੇ ਮੂੰਹ ਖੋਲ ਕੇ ਨਾ ਖਾਲਸੇ ਤੋਂ ਪਤਾ ਨਹੀਂ ਕਿੰਨੇ ਕਿੰਨੇ ਕੀ ਸ਼ਬਦ ਊਲ ਜਲੂਲ ਬੋਲਦੇ ਆ, ਕਕਾਰਾਂ ਤੇ, ਗਾਤਰਿਆਂ ਤੇ, ਦਸਤਾਰਾਂ ਤੇ, ਖਬਰਾਂ ਕੀ ਜੋ ਮੂੰਹ ਹੁੰਦਾ ਕਹੀ ਜਾਂਦੇ ਆ, ਉਹ ਹੈ ਖਾਲਸਾ। ਤੇ ਉਸ ਵੇਲੇ ਇੱਕ ਰਵਾਇਤ ਬਣੀ ਹੋਈ ਸੀ, ਤੇ ਰਨ ਚੱਲੀ ਬਸਰੇ ਨੂੰ ਮੋੜੀ ਬਾਬਾ ਡਾਂਗ ਵਾਲਿਆ, ਮੇਰੀ ਇਸਤਰੀ ਖੋ ਕੇ ਲੈ ਗਏ, ਅਤੇ ਬਾਬਾ ਕੱਛ ਵਾਲਿਆ ਮੋੜ ਦੇ ਕਕਾਰ ਵਾਲਿਆ। ਤੇ ਕਹਿਣ ਲੱਗੀਆਂ ਫਿਰ ਚਲੋ ਅਸੀਂ ਮੰਨਦੇ ਹਾਂ, ਤੁਸੀਂ ਵਿਆਹ ਨਹੀਂ ਕਰਾਉਣਾ ਨਾ ਕਰਾਓ, ਤੁਸੀਂ ਭੈਣਾਂ ਕਿਹਾ, ਤੁਸੀਂ ਪੁੱਤਰੀਆਂ ਕਿਹਾ, ਅਸੀਂ ਖਾਲਸੇ ਦੇ ਦਲ ਵਿੱਚ ਸ਼ਸਤਰ ਸਿੱਖਾਂਗੀਆਂ, ਜਿਹੜੇ ਦੁਸ਼ਮਣ ਸਾਨੂੰ ਬੰਨ੍ਹ ਕੇ ਲੱਗੇ ਸੀ ਉਹਨਾਂ ਦਾ ਮੁਕਾਬਲਾ ਕਰਿਆ ਕਰਾਂਗੀਆਂ, ਨਾਲ ਰੱਖੋ ਦਲਾਂ ਦੇ, ਸ਼ਹੀਦੀਆਂ ਪਾਵਾਂਗੀਆਂ। ਜਥੇਦਾਰ ਸਾਹਿਬ ਕਹਿੰਦੇ ਜਿਸ ਦਿਨ ਭਰਾ ਸ਼ਹੀਦ ਹੋ ਜਾਣਗੇ ਉਦਣ ਭੈਣਾਂ ਤਲਵਾਰ ਚੱਕਣ, ਅਜੇ ਤੁਹਾਡੇ ਭਰਾ ਜਿਉਂਦੇ ਨੇ। ਇਹਨੂੰ ਕਹਿੰਦੇ ਨੇ ਦਇਆ।
ਇਹ ਦਇਆ ਦਾ ਰੂਪ ਹੈ ਸਾਧ ਸੰਗਤ ਜੀ। ਤੇ ਇਸ ਕਰਕੇ ਜਿਹੜਾ ਦਇਆ ਦੀ ਪਰਿਭਾਸ਼ਾ ਲੋਕਾਂ ਨੇ ਬਣਾਈ ਹੋਈ ਹੈ, ਇਹ ਦਇਆ ਦੇ ਨਾਲੋਂ ਖਾਲਸੇ ਦੇ ਵਿੱਚ ਜਿਹੜਾ ਇਹ ਦਇਆ ਦਾ ਗੁਣ ਬਹੁਤਾ ਵੱਡਾ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨ ਛੋੜੀ ਹੈ, ਜਬ ਲਗ ਘਟ ਮੈਂ ਪ੍ਰਾਣ। ਤੁਲਸੀ ਜੀ ਕਹਿੰਦੇ ਨੇ ਮੈਂ ਦੱਤ, ਇੰਦਰੀਆਂ ਦਾ ਦਮਨ ਕਰਨ ਦਾ ਨਾਮ ਹੈ ਦੱਤ। ਅੱਖਾਂ ਬੰਦ ਕਰਕੇ ਐਵੇਂ ਬਗਲ ਸਮਾਧੀ ਲਾਉਣ ਦਾ ਨਾਮ ਦੱਤ ਨਹੀਂ ਹੈ। ਇੰਦਰੀਆਂ ਦਾ ਦਮਨ ਕਰਨਾ, ਅੰਤਰ ਗੁਰ ਆਰਾਧਨਾ ਜੇ ਬਾਜਾ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ। ਅੱਖਾਂ ਨਾਲ ਪਰਾਈ ਸਰੂਪ ਦਾ ਜਿਹੜਾ ਲਵਾਏ ਮਨ ਹੁੰਦੀ ਆ ਉਹਦਾ ਦਮਨ ਕਰਨਾ, ਸਤਿਗੁਰਾਂ ਦੇ ਸਰੂਪ ਦਾ ਦਰਸ਼ਨ ਕਰਨਾ, ਕੰਨਾਂ ਨਾਲ ਗੁਰਬਾਣੀ ਸੁਣਨੀ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਇਹ ਅਵਸਥਾ ਬਣ ਜਾਣੀ। ਜਿਹੜੇ ਇੰਦਰੇ ਹਰਿਆਏ ਪਸ਼ੂ ਦੀ ਤਰ੍ਹਾਂ ਵਿਸ਼ਾ ਰੂਪ ਚਾਰੇ ਨੂੰ ਚਰਨ ਵਾਸਤੇ ਜਾਂਦੇ ਹੈ, ਜਿਵੇਂ ਪਸ਼ੂ ਦਾ ਸੁਭਾਅ ਹੁੰਦਾ ਹੈ, ਬਗਾਨੇ ਖੇਤ 'ਚ ਮੂੰਹ ਮਾਰਨ ਜਾਂਦਾ ਹੈ, ਇਹਨਾਂ ਸਭ ਉਧਰੋਂ ਦਮਨ ਕਰ ਲੈਣ, ਰੋਕ ਲੈਣ। ਇਹਨਾਂ ਇੰਦਰੀਆਂ ਰੋਕਣ ਦਾ ਨਾਮ ਹੀ ਦਮਨ ਹੈ। ਪਰ ਤੇਰਾ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੋ ਜਸ ਪੂਰ ਰਾਖੋ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਦਾਨ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਇਹਦਾ ਨਾਮ ਦਾਨ ਹੈ। ਆਪਣੀ ਕਿਰਤ ਕਮਾਈ ਕਰਕੇ 10ਵਾਂ ਹਿੱਸਾ ਦਸਵੰਧ ਗੁਰੂ ਦੇ ਨਿਮਿੱਤ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਣਾ ਕੇ ਦੇਣਾ, ਉਹਨਾਂ ਦੀ ਸਹਾਇਤਾ ਕਰਨੀ, ਉਹਨਾਂ ਤੇ ਧਨ ਖਰਚ ਕਰਨਾ। ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹੋ ਪਛਾਣੈ ਸੇ। ਧਨ ਦਾ ਦਾਨ, ਅੰਨ ਦਾ ਦਾਨ, ਵਸਤਰ ਦਾ ਦਾਨ, ਜ਼ਮੀਨ ਦਾਨ ਆਦਿ, ਇਹਨਾਂ ਨਾਲੋਂ ਭਾਈ ਬ੍ਰਹਮ ਗਿਆਨ ਸਮਦਾਨ ਨੇ। ਬ੍ਰਹਮ ਗਿਆਨ ਦਾ ਦਾਨ ਸਭ ਤੋਂ ਵੱਡਾ ਹੈ, ਬ੍ਰਹਮ ਵਿਦਿਆ ਦਾ ਦਾਨ ਸਭ ਤੋਂ ਵੱਡਾ ਹੈ। ਇਹਦੇ ਸਮਾਨ ਕੋਈ ਵੀ ਦਾਨ ਨਹੀਂ ਹੈ। ਜੋ ਵੀ ਵਸਤੂ ਆਪਣੇ ਪਾਸ ਹੈ, ਵਿਦਿਆ ਹੈ, ਧਨ ਹੈ, ਪਦਾਰਥ ਹੈ, ਤੇ ਉਹ ਮਿੱਤਰ ਸ਼ਤਰੂ ਦੇ ਭੇਵ ਨੂੰ ਛੱਡ ਕੇ ਉਹਦਾ ਸਮਾਨ ਰੂਪ ਦੇ ਵਿੱਚ ਵਰਤਾਰਾ ਵਰਤਾਉਣਾ, ਇਹ ਦਾਨੀ ਪੁਰਸ਼ਾਂ ਦਾ ਕਰਤੱਵ ਹੈ। ਤੇ ਇਸ ਕਰਕੇ ਸਿਰ ਤੱਕ ਵੀ ਦਾਨ, ਪੁੰਨ ਦਾਨ ਕਾ ਕਰੇ ਸ੍ਰੀ ਸੋਗਰੀ ਹੀ ਗੰਗਾ ਨਾ ਕਾ ਨੀਰ ਕਿਹਾ ਹੈ। ਇਸ ਪ੍ਰਕਾਰ ਦਾ ਇਹ ਦਾਨ ਜਾਣਨਾ ਜੀ। ਏਕੋ ਪਾਵੈ ਤਿਲਕਾ ਮਾਨ, ਜੇ ਕੋਈ ਇਹਨਾਂ ਸਾਧਨਾਂ ਨੂੰ ਤੇ ਕਮਾਉਣ ਤੋਂ ਰਹਿਤ ਹੋ ਕੇ, ਭਾਵ ਤਿਲਕਾ ਮਾਨ, ਤਿਲਕ ਅਮਾਨ, ਇਹਨਾਂ ਸਾਧਨਾਂ ਨੂੰ ਕਾਮਨਾ ਤੋਂ ਰਹਿਤ ਹੋ ਕੇ, ਕਾਮਨਾ ਨਾ ਹੋਵੇ ਕੋਈ ਵੀ ਇਹ ਸਾਧਨ ਕਰਦਿਆਂ ਹੋਇਆਂ। ਅਮਾਨ, ਤਿਲਕ ਅਮਾਨ, ਇਹ ਵਿਆਕਰਨ ਦੇ ਵਿੱਚੋਂ ਅਰਥ ਬਣਾਇਆ ਹੈ। ਟਿੱਕਾ ਰੂਪ ਸ਼੍ਰੋਮਣੀ ਕੌਣ ਹੈ? ਪਰਮੇਸ਼ਰ। ਅਮਾਨ, ਮਾਨ ਤੋਂ ਰਹਿਤ ਹੈ, ਉਹਨੂੰ ਪਾ ਲੈਂਦਾ ਹੈ। ਉਸ ਨੂੰ ਮਾਨ ਤੋਂ ਰਹਿਤ ਹੋ ਕੇ ਪਾ ਲੈਂਦਾ ਹੈ। ਉਹਦਾ ਮਾਨ ਮੰਨਣ ਪਾਵੇ ਤਾਂ ਪਾ ਲੈਂਦਾ ਹੈ। ਉਹਦਾ ਮਾਨ ਗਿਆਨ ਪਾ ਲੈਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਨ੍ਹਾਂ ਨੇ ਗੁਰੂ ਦੁਆਰਾ ਨਾਮ ਦਾ ਸਰਵਣ ਮੰਨਣ ਤੇ ਨਿਧਿਆਸਨ ਕਰਕੇ ਫਿਰ ਗਿਆਨ ਦਾ ਭਾਉ ਪ੍ਰਕਾਸ਼ ਪ੍ਰਾਪਤ ਕਰ ਲਿਆ ਹੈ। ਅੰਤਰਗਤ ਤੀਰਥ ਮਲ ਨਾਉ, ਤੇ ਫਿਰ ਭਾਈ ਉਹਨਾਂ ਦੇ ਅੰਦਰ ਜੀਵ ਤੇ ਈਸ਼ਵਰ ਦਾ ਜਿਹੜਾ ਭੇਦ ਦਾ ਅੰਤਰਾ ਸੀ, ਭੇਦ ਸੀ, ਭਾਵ ਪਰਦਾ ਸੀ, ਤੇ ਉਸ ਦਾ ਗਤ ਕੀ ਹੈ? ਨਾਸ ਕਰ ਲਿਆ। ਉਹ ਨਾਸ ਹੋ ਜਾਂਦਾ ਹੈ। ਉਹ ਤੀਰਥ ਪਵਿੱਤਰ ਰੂਪ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਉਹਦੇ ਅੰਦਰ ਮਾਇਆ ਦੀ ਇੱਛਾ ਦੀ ਅਲਪਗਪਣਾ ਜਿਹੜਾ ਸੀ, ਭਾਵ ਅਵਿਦਿਆ ਦੀ ਮੈਲ ਸੀ ਜਿਹੜੀ, ਇਹ ਅਲਪਗਪਣਾ ਸੀ, ਇਹ ਮਾਇਲ ਨਹੀਂ ਰਹਿੰਦੀ। ਇਸ ਪ੍ਰਕਾਰ ਨਿਮਰਤਾ ਵਿੱਚ ਆ ਕੇ ਫਿਰ ਇਉਂ ਬੇਨਤੀ ਕਰਦਾ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਇਹ ਵਾਹਿਗੁਰੂ ਜੀ, ਸਭ ਸਾਰੇ ਗੁਣ ਸੰਤਾਂ ਭਗਤਾਂ ਨੂੰ ਸਤਿਜਿਤ ਆਨੰਦ ਸਰੂਪ ਦੀ ਸਿਖਿਆਤਾ, ਇਹ ਸਾਰੇ ਜਿਹੜੇ ਸੰਤਾਂ ਭਗਤਾਂ ਵਾਲੇ ਜਿਹੜੇ ਗੁਣ ਦਿੱਤੇ ਹੈ, ਮੈਂ ਨਾਹੀ ਕੋਈ, ਮੇਰੇ ਵਿੱਚ ਤਾਂ ਮਹਾਰਾਜ ਕੋਈ ਵੀ ਗੁਣ ਨਹੀਂ, ਸੰਤਾਂ ਭਗਤਾਂ 'ਚ ਤਾਂ ਹੋਣਗੇ। ਹਬ ਗੁਣ ਜਿੰਨੇ ਵੀ ਹਬ ਸਾਰਿਆਂ ਦਾ ਹੁੰਦਾ, ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ। ਸਤੋ ਰਜੋ ਤਮੋ ਗੁਣ ਤੇਰੇ ਰਚੇ ਹੋਏ ਨੇ, ਇੰਦਰੇ ਅਤੇ ਵਿਸ਼ੇ ਤੇਰੇ ਹੀ ਪੈਦਾ ਕੀਤੇ ਹੋਏ ਨੇ, ਮੇਰੇ ਵਿੱਚ ਇਹਨਾਂ ਨੂੰ ਬਸ ਕਰਨ ਦੀ ਕੋਈ ਵੀ ਸ਼ਕਤੀ ਨਹੀਂ ਹੈ। ਹੇ ਪ੍ਰਭੂ, ਸਾਰੇ ਗੁਣ ਤੇਰੇ ਵਿੱਚ ਕਲਪਨੇ ਕਰਕੇ ਹੀ ਤੇਰੀ ਭਗਤੀ ਹੁੰਦੀ ਹੈ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਪ੍ਰਭੂ ਜੀ, ਤੁਸੀਂ ਕਿਰਪਾ ਕਰੋ ਮੇਰੇ ਤੇ। ਬਿਨ ਗੁਣ ਕੀਤੇ ਭਗਤ ਨ ਹੋਏ, ਇਹਨਾਂ ਇੰਦਰੀਆਂ ਅਤੇ ਗੁਣਾਂ ਨੂੰ ਬਸ ਕੀਤੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸੋ ਗੁਣ ਪ੍ਰਾਪਤ ਹੋਣ, ਇੰਦਰੀ ਦਮਨ ਹੋਣ,
ਤੇ ਆਪ ਜੀ ਦੇ ਗੁਣ ਹਿਰਦੇ ਵਿੱਚ ਕਲਪੇ ਸਥਾਪਨ ਕੀਤੇ ਬਗੈਰ ਭਗਤੀ ਨਹੀਂ ਹੋ ਸਕਦੀ ਸ਼ੁਭ ਗੁਣਾਂ ਤੋਂ ਬਿਨਾਂ। ਭਗਤੀ ਕਰਨ ਵਾਸਤੇ ਪਤਤ ਪਾਵਨ ਭਗਤ ਬਚਲ ਆਦਿਕ ਜਿਹੜੇ ਤੇਰੇ ਗੁਣ ਨੇ, ਸ਼ਰਧਾ ਧਾਰਨੀ ਚਾਹੀਦੀ ਹੈ ਸਾਨੂੰ। ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ, ਅਥਵਾ ਹਰ ਜੁਗ ਜੁਗ ਭਗਤੋ ਪਾਇਆ ਪੈਰ ਰੱਖਦਾ ਹੈ ਰਾਮ ਰਾਜੇ। ਗਿਰੀ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ, ਪ੍ਰਭ ਦਾਸ ਕਾ ਦੁੱਖ ਨਾ ਖਪ ਸਕੈ ਹੈ ਫੜ ਜੋਨੀ ਜੁੱਤੇ। ਗੁਣ ਸਰਗੁਣ ਸਰੂਪ ਧਾਰ ਕੇ, ਸਹਿਤ ਗੁਣਾਂ ਦੇ ਸਰਗੁਣ ਰੂਪ, ਬਿਨਾਂ ਭਗਤਾਂ ਤੋਂ ਸਰਗੁਣ ਸਰੂਪ ਧਾਰੇ ਤੋਂ ਬਿਨਾਂ ਭਗਤਾਂ ਨੂੰ ਭਗਤੀ ਦਾ ਫਲ ਪ੍ਰਾਪਤ ਨਹੀਂ ਹੁੰਦਾ। ਤੁਸੀਂ ਪ੍ਰਤੱਖ ਆ ਕੇ ਪ੍ਰਤੱਖ ਰੂਪ ਧਾਰਨ ਕਰਕੇ ਦਰਸ਼ਨ ਬਖਸ਼ ਦਿਓ ਤਾਂ ਆਪਣੇ ਸੰਤਾਂ ਨੂੰ ਨਿਹਾਲ ਕਰ ਦਿੰਦੇ ਹੋ। ਇਸ ਪ੍ਰਕਾਰ ਤੁਹਾਡੀ ਵਡਿਆਈ ਹੈ। ਸਵਸਤ ਆਥ ਬਾਣੀ ਬਰਮਾਓ। ਇੱਕ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਸਵਸਤ ਕਲਿਆਣ ਵਾਸਤੇ ਬਾਣੀ ਬਰਮਾਓ ਉਚਾਰਨ ਕਰੋ। ਪ੍ਰਸ਼ਨ ਹੈ ਇਹਦੇ 'ਚ, ਜਿਹਦੇ ਨਾਲ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਤੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਸਵਾਸਤ ਮਤਲਬ ਕਲਿਆਣ ਵਾਸਤੇ, ਸਵਸਤ ਕਲਿਆਣ ਦਾ, ਉਹਦੇ ਵਾਸਤੇ ਬਰਮਾਓ ਉਚਾਰਨ ਕਰੋ। ਤੁਸੀਂ ਮੈਨੂੰ ਕਿਰਪਾ ਕਰਕੇ ਦੱਸੋ ਜੀ। ਸਤ ਸੁਹਾਣ ਸਦਾ ਮਨ ਚਾਓ। ਹੇ ਮਹਾਰਾਜ ਮੇਰੇ ਤੇ ਕਿਰਪਾ ਕਰੋ। ਸਤ ਦਾ ਗਿਆਨ ਜਿਹੜਾ ਸੁਹਾਣ ਸੋਹਣੀ ਬਣ ਜਾਏ, ਝਾੜੂ ਜਿਹੜਾ ਅਗਿਆਨ ਕਾਮ ਕ੍ਰੋਧ ਇਹ ਸਾਰੇ ਨੂੰ ਚੁੱਕਦੇ ਸਦਾ ਹਮੇਸ਼ਾ ਵਾਸਤੇ ਅਚਾਉ ਉਤਸ਼ਾਹ ਹੀ ਬਣਿਆ ਰਹੇ। ਇਹ ਕਿਰਪਾ ਕਰਕੇ ਮਹਾਰਾਜ ਬਖਸ਼ ਦਿਓ। ਮਹਾਰਾਜ ਕਹਿੰਦੇ ਸਿੱਖਾ ਇਹ ਜਿਹੜਾ ਤਾਂ ਕਿਹਾ ਜਦੋਂ ਤੇਰੇ ਮਨ ਦੇ ਸੁਹਾਣ ਸੱਚੀ ਸੁੰਦਰ ਬਾਣੀ ਗਾਉਣ ਦਾ ਸਦਾ ਹਮੇਸ਼ਾ ਹੀ ਚਾਉ ਉਤਸ਼ਾਹ ਬਣਿਆ ਰਹੇਗਾ ਨਾ, ਤਾਂ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਊਗੀ। ਇਹ ਨੇ ਅੱਖਰਾਂ 'ਚ ਦੱਸ ਦਿੱਤਾ। ਹੇ ਸਿੱਖ ਤੇਰਾ ਵਾਸਤੂ ਰੂਪ ਇਹੀ ਹੈ। ਸਤ ਸੱਚਾ ਸਰੂਪ ਹੈ, ਸੁਹਾਣ ਚੇਤਨ ਸਰੂਪ ਹੈ, ਸਦਾ ਮਨ ਚਾਓ ਆਨੰਦ ਸਰੂਪ ਹੈ। ਤੂੰ ਸੱਚ ਚੇਤ ਆਨੰਦ ਸਰੂਪ ਹੈ। ਅੱਗੇ ਇੱਕ ਪੰਕਤੀ ਦੇ 99 ਕਰਕੇ ਹੇਠਾਂ ਅਰਥ ਹੋਣਗੇ। ਸਤਿਗੁਰੂ ਮਹਾਰਾਜ ਸਾਹਿਬ ਨੇ ਇਹਦੇ 'ਚ ਜਿਹੜੀ ਅੱਗੇ ਪੰਕਤੀ ਆ ਰਹੀਆਂ ਨੇ, ਜਿਤ ਹੋਆ ਆਕਾਰ, ਇੱਥੋਂ ਅਰਥ ਚੱਲੂਗਾ। ਮਹਾਰਾਜ ਕਹਿੰਦੇ ਅਸੀਂ ਤੈਨੂੰ ਪੁੱਛਦੇ ਹਾਂ, ਜਦੋਂ ਤੇਰੇ ਅੰਦਰ ਅਗਿਆਨ ਦਾ ਆਕਾਰ ਪੈਦਾ ਹੋਇਆ, ਜਿਤ ਹੋਆ ਜਦੋਂ ਹੋਇਆ, ਕਹਿੰਦੇ ਤੂੰ ਦੱਸ ਸਕਦਾ ਹੈ। ਅੱਗੇ ਦੱਸਦੇ ਹਨ, ਪੁੱਛਦੇ ਨੇ ਮਹਾਰਾਜ, ਕਵਣ ਸਵੇਲਾ ਵਕਤ ਕਵਣ ਕਵਣ ਚਿਤ ਕਵਣ ਵਾਰ। ਕਹਿੰਦੇ ਕਵਣ ਸੋ ਵੇਲਾ ਵਕਤ ਕਵਣ, ਉਹ ਸਮਾਂ ਰਾਤ ਦਾ ਸੀ ਵੇਲਾ ਜਾਂ ਦਿਨ ਦਾ ਵਕਤ ਸੀ ਜਦੋਂ ਤੇਰੇ ਅੰਦਰ ਅਗਿਆਨ ਆ ਕੇ ਚਿੰਬੜਿਆ ਸੀ। ਤੈਨੂੰ ਪਤਾ ਹੈ ਅਗਿਆਨ ਕਰੋਂ ਪ੍ਰਾਪਤ ਹੋਇਆ। ਕਵਣ ਥਿਤ, ਉਹ ਕਿਹੜੀ ਥਿਤ ਸੀ? ਏਕਮ ਸੀ, ਦੂਜ ਸੀ, ਤੀਜ ਸੀ, ਐਤਵਾਰ ਸੋਮਵਾਰ ਮੰਗਲਵਾਰ ਸੀ ਜਿੱਦਣ ਤੈਨੂੰ ਅਗਿਆਨ ਚਿੰਬੜਿਆ ਸੀ। ਦੱਸੇਗਾ ਤੂੰ? ਤੇ ਅੱਗੇ ਦੱਸਦੇ ਹਨ ਜੇ ਕਵਣ ਸਿਰ ਉਤੇ ਮਾਹੋ ਕਵਣ ਜਿਤ ਹੋਆ ਆਕਾਰ। ਉਹ ਕਿਹੜੀ ਰੁੱਤ ਸੀ, ਮਹੀਨਾ ਕਿਹੜਾ ਸੀ ਜਿਤ ਜਿਸ ਵੇਲੇ ਤੇਰੇ ਅੰਦਰ ਅਗਿਆਨਤਾ ਦਾ ਕਲਪਿਆ ਹੋਇਆ ਆਕਾਰ ਹੋਇਆ, ਤੈਨੂੰ ਸਫੁਰਨ ਹੋਇਆ। ਤੇ ਐਵੇਂ ਭਰਮ ਹੀ ਬਣਾਈ ਬੈਠਾ ਤੂੰ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਪਤਾ ਨਹੀਂ ਲੱਗਦਾ ਇਹ ਕਦੋਂ ਇਹ ਚਿੰਬੜਿਆ। ਅਣ ਹੋਇਆ ਹੀ ਅਗਿਆੜ ਚਿੰਬੜਿਆ ਹੋਇਆ, ਪਰ ਹੈ ਚਿੰਬੜਿਆ ਹੋਇਆ। ਥਿੱਤਵਾਰ ਕੋਈ ਨਹੀਂ ਇਹਦੀ ਵੀ ਕਦੋਂ ਚਿੰਬੜਿਆ ਸੀ, ਇਹ ਨਹੀਂ ਮੈਂ ਦੱਸ ਸਕਦਾ। ਆਪ ਹੀ ਕਿਰਪਾ ਕਰਕੇ ਦੱਸੋ ਜੀ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਸਿੱਖਾ ਪੰਡਤ ਵਿਆਸ ਤੋਂ ਵੱਡਾ ਤਾਂ ਪੰਡਤ ਨਹੀਂ ਹੈ ਕੋਈ। ਅਗਿਆਨ ਕਦੋਂ ਬਣਿਆ? ਕਹਿੰਦੇ ਇਸ ਵੇਲੇ ਨੂੰ ਤਾਂ ਵਿਆਸ ਵੀ ਨਹੀਂ ਦੱਸ ਸਕਦਾ। ਜੇ ਵਿਆਸ ਆਦਿਕਾਂ ਨੂੰ ਪਤਾ ਹੁੰਦਾ ਪੁਰਾਣਾ ਵਿੱਚ ਨਾ ਲਿਖ ਦਿੰਦਾ। ਉਹ ਪੁਰਾਣਾ ਵਿੱਚ ਹੀ ਲਿਖਿਆ ਨਹੀਂ ਵੀ ਅਗਿਆਨ ਕਦੋਂ ਜੰਮਿਆ। ਇਸ ਤੋਂ ਸਿੱਧ ਹੁੰਦਾ ਵੀ ਇਹਦਾ ਪਤਾ ਨਹੀਂ। ਅਜੋਕੇ ਸਮੇਂ ਜਿਹੜੇ ਹੁਣ ਪੰਡਤ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਅਗਿਆਨ ਕਦੋਂ ਪੈਦਾ, ਕਿਹੜਾ ਸਮਾਂ ਸੀ। ਪੁਰਾਣਾ ਵਿੱਚ ਲਿਖਿਆ ਹੁੰਦਾ ਜੇ ਹੁੰਦਾ। ਵਤਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਤੇ ਮੁਹੰਮਦ ਸਾਹਿਬ ਵਰਗੇ ਕਾਦੀਆਂ ਕਾਜੀ ਤੇ ਉਹ ਅਗਿਆਨ ਦੇ ਆਕਾਰ ਨੂੰ ਤੇ ਕਿਹੜੇ ਵਕਤ ਸਮੇਂ ਹੋਇਆ ਸੀ, ਜੇ ਪਾਇਆ ਹੁੰਦਾ ਕੁਰਾਨ ਸ਼ਰੀਫ ਵਿੱਚ ਲਿਖ ਦਿੰਦੇ। ਤੇ ਉਹ ਅਗਿਆਨ ਦੇ ਬਸ ਸਾਰਾ ਸੰਸਾਰ ਹੈ। ਕਾਜ਼ੀਆਂ ਨੂੰ ਹੁਣਦਿਆਂ ਨੂੰ ਅਗਿਆਨ ਦੇ ਵਕਤ ਪਤਾ ਲੱਗ ਜਾਂਦਾ ਜੇ ਕੁਰਾਨ 'ਚ ਲਿਖਿਆ ਹੁੰਦਾ। ਉਹ ਪੜ੍ਹ ਕੇ ਦੱਸ ਦਿੰਦੇ, ਪਰ ਇਹ ਵੀ ਨਹੀਂ ਦੱਸ ਸਕਦੇ ਹਨ। ਇਤਵਾਰ ਨਾ ਜੋਗੀ ਜਾਣੈ ਰੁਤ ਵਾਹੁ ਨਾ ਕੋਈ। ਹੁਣ ਤੁਸੀਂ ਜਿਹੜੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਆ ਜਿਹੜੇ ਜੋਗੀ ਮੇਰੇ ਨਾਲ ਬਹਿਸ ਕਰਦੇ ਰਹੇ, ਇਹ ਜੋਗੀ ਤ੍ਰਿਕਾਲਦਰਸ਼ੀ ਕਹਾਉਂਦੇ ਨੇ, ਧਿਆਨ ਲਗਾ ਕੇ ਵੇਖ ਲੈਂਦੇ ਨੇ। ਉਹ ਥਿੱਤੀ ਏਕਮ ਜਾਂ ਦੂਜ ਵਾਰ, ਤਿੰਨ ਸੋਮਵਾਰ ਮੰਗਲਵਾਰ ਕਦੋਂ ਅਗਿਆਨ ਚਿੰਬੜਿਆ ਸੀ ਉਹ ਵੀ ਨਹੀਂ ਦੱਸ ਸਕਦੇ। ਜਿਹੜੇ ਜੋਤਸ਼ੀ ਲੋਕ ਨੇ ਤੇ ਫਲਾਣੇ ਵਕਤ ਬਰਸਾਤ ਹੋਊਗੀ, ਹਨੇਰੀ ਆਊਗੀ, ਭੁਚਾਲ ਆਊਗਾ, ਦੁਰਭਿੱਖ ਪਊਗਾ,
ਉਹ ਜੋਤਸ਼ੀਆਂ ਨੂੰ ਪੁੱਛੋ ਵੀ ਅਗਿਆਨ ਕਦੋਂ ਪੈਦਾ ਹੋਇਆ, ਪਤਾ ਇਹਦਾ? ਕਹਿਣਗੇ ਇਹਦਾ ਤਾਂ ਸਾਨੂੰ ਨਹੀਂ ਪਤਾ। ਬਸੰਤ ਰੁੱਤ ਸੀ, ਗਰੀਹ ਰੁੱਤ ਸੀ, ਕਿਹੜੀ ਰੁੱਤ ਸੀ, ਮਹੀਨਾ ਕਿਹੜਾ ਸੀ, ਚੇਤ ਵਿਸਾਖ ਆਦਿ ਦਾ, ਅਗਿਆਨ ਕਦੋਂ ਜੰਮਿਆ ਸੀ, ਕੋਈ ਨਹੀਂ ਦੱਸ ਸਕਦਾ। ਮਹਾਰਾਜ ਕਹਿੰਦੇ। ਫਿਰ ਪ੍ਰਸ਼ਨ ਕੀਤਾ ਸਿੱਖਾਂ ਨੇ, ਮਹਾਰਾਜ ਫਿਰ ਅਗਿਆਨ ਦਾ ਪਤਾ ਕਿਵੇਂ ਲੱਗਦਾ ਹੈ ਕਿ ਕਦੋਂ ਪੈਦਾ ਹੋਇਆ? ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਰਤਾ ਈਸ਼ਵਰ ਵਾਹਿਗੁਰੂ ਹੈ ਨਾ, ਮਾਇਆ ਸਬਲ ਹੋ ਕੇ, ਤੇ ਉਹ ਸ੍ਰਿਸ਼ਟੀ ਨੂੰ ਰਚਦਾ। ਜਿਹੜਾ ਮਾਇਆ ਸਬਲ, ਉਸ ਨੂੰ ਕਰਤਾ ਅਤੇ ਜੀਵ ਵਿਦਨ ਖੇਦ ਕਰਮਾਂ ਨੂੰ ਕਰਨ ਵਾਲਾ ਆਪੇ ਜਾਣੈ, ਆਪਣਾ ਆਤਮਾ ਰੂਪ ਕਰਕੇ ਜਾਣੇ, ਸੋਈ ਉਹੀ ਜਾਣ ਸਕਦਾ ਹੈ ਕਿ ਅਗਿਆਨ ਕਦੋਂ ਹੋਇਆ। ਭਾਵ ਕੀ ਹੈ ਕਿ ਅਣਹੋਇਆ ਹੀ ਹੈ, ਚਿੰਬੜਿਆ ਹੋਇਆ। ਜਿਹੜਾ ਕਰਤਾ ਜੀਵ ਤੇ ਸ੍ਰਿਸ਼ਟੀ ਨੂੰ ਸਾਜੇ ਈਸ਼ਵਰ, ਦੋਨਾਂ ਦੀ ਏਕਤਾ ਕਰਕੇ ਜਾਣੇ, ਆਪਣੇ ਆਪ ਸਰੂਪ ਨੂੰ ਬ੍ਰਹਮ ਗਿਆਨ ਦੁਆਰਾ ਜਾਣੇ, ਉਹਨੂੰ ਸੁਰਤ ਸੋਝੀ ਹੋ ਸਕਦੀ ਹੈ ਕਿ ਅਗਿਆਨ ਅਣਹੋਇਆ ਹੀ ਕਲਪਿਆ ਹੋਇਆ ਹੈ, ਵਾਸਤਵ ਦੇ ਵਿੱਚ ਤਾਂ ਹੈ ਨਹੀਂ ਇਹ। ਸਿੱਖ ਨੇ ਪ੍ਰਸ਼ਨ ਕੀਤਾ, ਜੀ ਮੈਨੂੰ ਉਹ ਸਰੂਪ ਦੱਸਣਾ ਕਰੋ ਜਿਹਦੇ ਜਾਣਨ ਕਰਕੇ ਅਗਿਆਨ ਨਹੀਂ ਚਿੰਬੜਦਾ। ਕਹਿੰਦੇ ਸਿੱਖਾ, ਤੈਨੂੰ ਸਮਾਨ ਰੂਪ ਕਰਕੇ ਦਸੀਏ ਕਿ ਵਿਸ਼ੇਸ਼ ਰੂਪ ਕਰਕੇ ਦਸੀਏ? ਸਿੱਖ ਕਹਿੰਦਾ, ਜੀ ਸਮਾਨ ਰੂਪ ਕਰਕੇ ਦੱਸ ਦਿਓ ਮੈਨੂੰ। ਕਿਵ ਕਰ ਆਖਾ ਕਿਵ ਸਾਲਾਹੀ ਕਿਵ ਵਰਣੀ ਕਿਵ ਜਾਣਾ। ਤੇ ਉਹ ਅੱਧੇ ਅੱਧੇ ਅੱਖਰਾਂ ਦੁਆਰਾ ਹੀ ਇਹਦਾ ਅਰਥ ਬਣਦਾ ਹੈ, ਕਿਵ ਕਰ ਆਖਾਂ। ਕਹਿੰਦੇ ਸਿੱਖਾ, ਸਮਾਨ ਰੂਪ ਕਰਕੇ ਉਸ ਰੂਪ ਨੂੰ ਕਿਵੇਂ ਕਥਨ ਕਰੀਏ? ਸਮਾਨ ਰੂਪ ਕਰਕੇ ਤਾਂ ਇੱਕ ਨਿੱਕੇ ਜਿਹੇ ਬੱਚੇ ਨੂੰ ਪੁੱਛੋ ਰੱਬ ਕੀਤਾ, ਉਹ ਵੀ ਉਂਗਲ ਕਰਕੇ ਕਹਿੰਦਾ ਤਾਂ ਆਕਾਸ਼ ਕਰੀ ਨੂੰ ਕਰ ਦਿੰਦਾ ਵੀ ਉਹ ਹੈ ਰੱਬ। ਸਮਾਨ ਰੂਪ ਕਰਕੇ ਤਾਂ ਉਹ ਵੀ ਜਾਣਦਾ, ਪਰ ਆਕਾਸ਼ ਵੱਲ ਉਂਗਲ ਕਰ ਦਿੰਦਾ। ਸਮਾਨ ਰੂਪ ਕਰਕੇ ਤੈਨੂੰ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਸਮਾਨ ਰੂਪ ਕਰਕੇ ਤੈਨੂੰ ਕਿਵੇਂ ਆਖੀਏ, ਤੈਨੂੰ ਸਮਝ ਨਹੀਂ ਪਏਗੀ। ਕਹਿੰਦੇ ਸਤਿਗੁਰੂ ਜੀ ਫਿਰ ਉਸ ਨੂੰ ਵਿਸ਼ੇਸ਼ ਰੂਪ ਕਰਕੇ ਕਥਨ ਕਰ ਦਿਓ। ਤਾਂ ਸਤਿਗੁਰੂ ਨੇ ਜਵਾਬ ਦਿੱਤਾ, ਸਿੱਖਾ ਜੇ ਵਿਸ਼ੇਸ਼ ਰੂਪ ਕਰਕੇ ਮਾਇਆ ਸਬਲ ਸਰਗੁਣ ਰੂਪ ਕਰਕੇ ਕਥਨ ਕਰੀਏ ਤਾਂ ਮਾਇਆ ਤੋਂ ਰਹਿਤ, ਨਿਰਗੁਣ ਸਰੂਪ ਕਰਕੇ ਕਥਨ ਕਰੀਏ, ਵਿਸ਼ੇਸ਼ ਰੂਪ ਕਰਕੇ ਮਾਇਆ ਸਬਲ ਸਰਗੁਣ ਸਰੂਪ ਕਰਕੇ ਕਥਨ ਕਰੀਏ, ਜਾਂ ਮਾਇਆ ਤੋਂ ਰਹਿਤ ਨਿਰਗੁਣ ਸਰੂਪ ਕਰਕੇ ਕਥਨ ਕਰੀਏ। ਕਹਿੰਦਾ ਮਹਾਰਾਜ ਜੀ ਤੁਸੀਂ ਮਾਇਆ ਸਬਲ ਸਰੂਪ ਹੋ ਕੇ ਜਿਵੇਂ ਹੈ ਉਹ ਕਥਨ ਕਰੋ ਤੁਸੀਂ, ਕਿ ਮਾਇਆ ਸਬਲ ਸਰਗੁਣ ਸਰੂਪ ਕਰਕੇ ਉਹ ਸਾਡੇ ਸਮਝ ਆ ਜਾਊਗੀ। ਗੁਰੂ ਸਾਹਿਬ ਜੀ ਨੇ ਫਿਰ ਕਿਹਾ, ਕਿਵ ਸਾਲਾਹੀ, ਜੇਕਰ ਸਰਗੁਣ ਸਰੂਪ ਕਰਕੇ ਤੈਨੂੰ ਦੱਸੀ ਤਾਂ ਸਰਗੁਣ ਸਰੂਪ ਪਰਮੇਸ਼ਰ ਦਾ ਜਥਾ ਸਰੂਪ ਨਹੀਂ ਹੈ, ਉਹ ਜਥਾ ਸਰੂਪ ਨਹੀਂ ਹੈ। ਉਹ ਮਾਇਆ ਨੂੰ ਆਪਣੇ ਆਸਰੇ ਲੈ ਕੇ, ਮਾਇਆ ਰੂਪੀ ਪਛਾਰ ਪਹਿਨ ਕੇ ਈਸ਼ਵਰ ਆਪਣਾ ਆਪ ਸਰੂਪ ਹੈ, ਜਿਹੜਾ ਮਾਇਆ ਸਬਲ ਸਰਗੁਣ ਸਰੂਪ ਕਹਾਉਂਦਾ ਹੈ। ਇਸ ਪ੍ਰਕਾਰ ਤੈਨੂੰ ਸਰਗੁਣ ਸਰੂਪ ਦਾ ਕਥਨ ਕਰ ਦਿੱਤਾ। ਤੇਰੇ ਸੁੱਧ ਸਰੂਪ ਦਾ ਸਲਾਹੁਣਾ ਕਿਵੇਂ ਹੋਵੇਗਾ? ਜਿਵੇਂ ਗੁਰਬਾਣੀ ਵਿੱਚ ਸਰਗੁਣ ਸਰੂਪ ਕਿਸ ਪ੍ਰਕਾਰ ਹੈ? ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਦਾ ਅਸਲੀ ਸਰੂਪ ਤਾਂ ਨਹੀਂ ਹੁੰਦਾ। ਇਸੇ ਪ੍ਰਕਾਰ ਪਰਮਾਤਮਾ ਜਿਹੜਾ ਭਗਤਾਂ ਦੀ ਰੱਖਿਆ ਲਈ ਅਨਕ ਰੂਪ ਖਿਨ ਮਹਿ ਕੁਦਰਤ ਧਾਰਦਾ, ਅਨੇਕਾਂ ਸਰੂਪ ਧਾਰ ਨਾਮ ਕ੍ਰਿਸ਼ਨ। ਵਾਸਤਵ ਦੇ ਵਿੱਚ ਉਹ ਬ੍ਰਹਮ ਚੇਤਨ ਹੈ, ਉਹ ਹੈ ਨਿਰਾਕਾਰ। ਸਿੱਖਾ ਕਿਵੇਂ ਆਖਾਂ, ਐਸਾ ਸਰੂਪ ਕਹਿਣ ਵਿੱਚ ਨਹੀਂ ਹੁੰਦਾ। ਕਿਵ ਸਾਲਾਹੀ, ਉਹ ਸਰਗੁਣ ਸਰੂਪ ਕਰਕੇ ਬ੍ਰਹਮ ਸਰੂਪ ਵਾਸਤਵ ਰੂਪ, ਉਹਦੀ ਸਿਫਤ ਕਿਵੇਂ ਹੋਏਗੀ? ਨਹੀਂ ਹੋ ਸਕਦੀ। ਜੇਕਰ ਸਰਗੁਣ ਸਰੂਪ ਦੀ ਸਿਫਤ ਨਹੀਂ ਹੋ ਸਕਦੀ, ਪ੍ਰਸ਼ਨ ਕੀਤਾ ਸਿੱਖ ਨੇ, ਤਾਂ ਫਿਰ ਨਿਰਗੁਣ ਸਰੂਪ ਦੀ ਵਰਣਨ ਕਰ ਦਿਓ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਕਹਿੰਦੇ ਦੱਸ ਤੈਨੂੰ ਲੌਕਿਕ ਪ੍ਰਮਾਣਾਂ ਦੁਆਰਾ ਦੱਸੀਏ ਕਿ ਵੈਦਿਕ ਪ੍ਰਮਾਣਾਂ ਦੁਆਰਾ ਦੱਸੀਏ? ਤਾਂ ਸਿੱਖ ਬੇਨਤੀ ਕਰਦਾ, ਲੌਕਿਕ ਪ੍ਰਮਾਣਾਂ ਦੁਆਰਾ ਦੱਸੋ ਜੀ। ਤਾਂ ਹਜ਼ੂਰ ਨੇ ਕਿਹਾ, ਸਿੱਖਾ ਲੌਕਿਕ ਪ੍ਰਮਾਣ ਤਾਂ ਸਾਹਮਣੇ ਦੇਖੀ ਹੋਈ ਵਸਤੂ ਦੀ ਚੀਜ਼ ਜਿਹੜੀ ਹੁੰਦੀ ਹੈ, ਜਿਹੜੀ ਵੀ ਵਸਤੂ ਦਿਖ ਰਹੀ ਹੈ, ਉਹ ਜਥਾਰਥ ਬਗਤਾ ਕਥਨ ਹੁੰਦਾ ਹੈ। ਉਹ ਨਿਰੰਕਾਰ ਤਾਂ ਦਿਸਣ ਵਾਲੀ ਵਸਤੂ ਨਹੀਂ। ਰੂਪ ਨਾ ਰੇਖ ਨਾ ਰੰਗ ਤ੍ਰੈ ਗੁਣ ਤੇ ਪ੍ਰਭ ਭਿੰਨ, ਸੰਖ ਚੱਕਰ ਗਦਾ ਪਦਮ, ਆਪ ਕੀਓ ਸ਼ਦਮ, ਅਪਰਮ ਪ੍ਰਪਾਰ ਬਨ ਰਖੈ ਕੌਣ ਤਾਹੇ ਜੀਓ, ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜੇ, ਐਸਾ ਸਰੂਪ ਹੈ। ਇਸ ਕਰਕੇ ਦਿਸਦਾ ਨਹੀਂ। ਲੌਕਿਕ ਪ੍ਰਮਾਣਾਂ ਦੁਆਰਾ ਕਥਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜੀ ਫਿਰ ਵੈਦਿਕ ਪ੍ਰਮਾਣਾਂ ਦੁਆਰਾ ਕਥਨ ਕਰ ਦਿਓ। ਤਾਂ ਹਜ਼ੂਰ ਕਹਿਣ ਲੱਗੇ, ਸਿੱਖਾ ਦੱਸਣਾ ਕੀਤਾ ਮਹਾਰਾਜ ਨੇ, ਗਿਆਨ ਗੁਣਾ ਕਰਕੇ ਕਥਨ ਕਰੀਏ ਜਾਂ ਗਿਆਨ ਸਰੂਪ ਕਰਕੇ ਕਥਨ ਕਰੀਏ? ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਗਿਆਨ ਸਰੂਪ ਕਰਕੇ ਕਥਨ ਕਰੋ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਕਿਉਂ ਵਰਨੀ? ਸਿੱਖਾ ਗਿਆਨ ਰੂਪ ਕਰਕੇ ਕਿਵੇਂ ਵਰਣਨ ਕਰੀਏ? ਨਿਆਇਕ ਲੋਕ ਨੇ ਜਿਹੜੇ ਨਿਆਇ ਸ਼ਾਸਤਰ ਵਾਲੇ, ਉਹ ਇੱਕ ਦੇਸ਼ੀ ਪ੍ਰਵੇਸ਼ਰ ਨੂੰ ਕਹਿਣ ਲੱਗਦੇ ਨੇ, ਕਹਿ ਰਹੇ ਨੇ ਹੁਣ ਤੱਕ। ਉਹ ਆਤਮਾ ਨੂੰ ਗਿਆਨ, ਆਤਮਾ ਵਿੱਚ ਗਿਆਨ ਨੂੰ ਗੁਣ ਦੱਸਦੇ ਹੈ। ਉਹਨਾਂ ਦਾ ਮਤ ਹੈ ਕਿ ਜਦੋਂ ਜੀਵ ਸੁਖੋਪਤ ਅਵਸਥਾ ਵਿੱਚ ਪਿਆ ਹੁੰਦਾ ਹੈ, ਉਸ ਵੇਲੇ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ। ਸੁਪਨ ਅਵਸਥਾ ਤੇ ਜਾਗਰਤ ਅਵਸਥਾ 'ਚ ਗਿਆਨ ਗੁਣ ਹੈ।
ਜਦੋਂ ਸੁਪਨ ਅਵਸਥਾ ਵਿੱਚ ਜਾਂਦਾ ਹੈ ਤਾਂ ਉਹ ਜਥਾਰੂਪ ਪਦਾਰਥਾਂ ਦਾ ਗਿਆਨ ਹੁੰਦਾ ਹੈ। ਇਸ ਕਰਕੇ ਇੱਕ ਦੇਸ਼ੀ ਦਾ ਮਤ ਹੈ, ਈਸ਼ਵਰ ਦੇ ਗਿਆਨ ਨੂੰ ਨਿਆਂਕਿਆਂ ਨੇ ਆਤਮਾ ਵਿੱਚ ਗੁਣ ਮੰਨਿਆ ਹੈ। ਇਸ ਕਰਕੇ ਤੈਨੂੰ ਕਿਵੇਂ ਵਰਣਨ ਕਰਕੇ ਦੱਸੀਏ। ਉਹ ਭੇਦਵਾਦੀ ਨੇ, ਆਤਮਾ ਨੂੰ ਇੱਕ ਦੇਸ਼ੀ ਸਮਝਣ ਵਾਲੇ ਨੇ। ਇਉਂ ਨਹੀਂ ਜਾਣਦੇ ਕਿ ਜਦੋਂ ਕੋਈ ਜੀਵ ਸੁੱਤਾ ਪਿਆ ਹੁੰਦਾ ਹੈ, ਗੂੜੀ ਨੀਂਦ ਆਈ ਹੁੰਦੀ ਹੈ, ਉੱਠ ਕੇ ਕਹਿੰਦਾ ਵੀ ਬਹੁਤ ਬੜਾ ਆਨੰਦ ਆਇਆ ਹੈ, ਉਹ ਆਨੰਦ ਨੂੰ ਕੌਣ ਮਹਿਸੂਸ ਕਰਦਾ ਹੈ? ਸੁਪਨਾ ਆਇਆ ਹੈ, ਸੁਪਨਾ ਦੱਸ ਰਿਹਾ ਹੈ। ਉਹ ਦੇਖਣ ਵਾਲਾ ਕੌਣ ਸੀ? ਉਹ ਆਤਮਾ ਹੀ ਸੀ। ਇਹ ਜਿਹੜਾ ਗਿਆਨ ਕਰਾਉਣ ਵਾਲਾ ਹੈ, ਆਰਾਮ ਨਾਲ ਪਿਆ ਜੀ, ਕੋਈ ਤਕਲੀਫ ਨਹੀਂ ਹੋਈ, ਬੜਾ ਉਹ ਸੁੱਖ ਨੂੰ ਅਨੁਭਵ ਕਰਨ ਵਾਲੀ ਆਤਮਾ ਹੈ। ਉਹ ਨਿਆਂਕਾਂ ਦੇ ਮਤ ਅਨੁਸਾਰ ਆਤਮਾ ਗਿਆਨ ਨੂੰ ਗੁਣ ਕਹਿੰਦੇ ਨੇ। ਕਿਵੇਂ ਵਰਣਨ ਕੀਏ? ਕੀਤਾ ਨਹੀਂ ਜਾ ਸਕਦਾ। ਇਹ ਸਤਿਗੁਰੂ ਫਿਰ ਗਿਆਨ ਨੂੰ ਸਰੂਪ ਕਰਕੇ ਕਥਨ ਕਰੋ। ਸਤਿਗੁਰੂ ਵੀ ਫਰਮਾਉਂਦੇ ਨੇ ਕਿ ਸ਼ਕਤੀ ਬਿਰਤੀ ਦੁਆਰਾ ਜਾਂ ਲਖਣਾ ਬਿਰਤੀ ਦੁਆਰਾ ਦੱਸੋ ਕਿ ਕਿਵੇਂ ਕਥਨ ਕਰੀਏ। ਤਾਂ ਕਹਿਣ ਲੱਗੇ ਮਹਾਰਾਜ ਵੀ ਤੁਸੀਂ ਸ਼ਕਤੀ ਬਿਰਤੀ ਦੁਆਰਾ ਕਥਨ ਕਰੋ। ਫਿਰ ਮਹਾਰਾਜ ਕਹਿੰਦੇ ਕਿਵ ਜਾਣਾ, ਸ਼ਕਤੀ ਬਿਰਤੀ ਕਰਕੇ ਕਿਵੇਂ ਜਾਣਿਆ ਜਾਏਗਾ? ਸ਼ਕਤੀ ਬਿਰਤੀ ਕਰਕੇ ਤਾਂ ਬਾਚ ਸਰੂਪ ਹੈ। ਖਟ ਗੁਣਾਂ ਦੇ ਸਹਿਤ ਈਸ਼ਵਰ ਸਰੂਪ ਅਤੇ ਖਟ ਵਿਕਾਰਾਂ ਦੇ ਸਹਿਤ ਜੀਵ ਦਾ ਸਰੂਪ ਹੋਊਗਾ। ਗਿਆਨ ਸਰੂਪ ਨੇ ਨਹੀਂ ਜਾਣ ਸਕੇਗਾ, ਸ਼ਕਤੀ ਬਿਰਤੀ ਨਾਲ ਉਹ ਨਹੀਂ ਜਾਣਿਆ ਜਾ ਸਕਦਾ। ਤੇ ਇਸ ਕਰਕੇ ਤੇ ਸ਼ਕਤੀ ਬਿਰਤੀ ਨਾਮ ਅਤੇ ਰੂਪ ਵਾਲੀਆਂ ਵਸਤੂਆਂ ਦਾ ਕਥਨ ਤਾਂ ਕਰ ਸਕਦੀ ਹੈ, ਭਈ ਨਾਮ ਅਤੇ ਰੂਪ ਤੋਂ ਬਿਨਾਂ ਉਹਦਾ ਕਥਨ ਨਹੀਂ ਕਰ ਸਕਦੀ। ਫਿਰ ਮਹਾਰਾਜ ਲਖਣਾ ਬਿਰਤੀ ਦੁਆਰਾ ਕਹਿ ਦਿਓ। ਫਿਰ ਅੱਗੇ ਦੱਸਦੇ ਮਹਾਰਾਜ ਨਾਨਕ ਆਖਣ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਆਖਣ ਜੋ ਆਖਣ ਯੋਗ ਪਰਮੇਸ਼ਰ ਹੈ, ਉਹਨੂੰ ਸਭ ਕੋਈ ਬ੍ਰਹਮ ਬੇਤੇ, ਉਹ ਲਖਣਾ ਬਿਰਤੀ ਦੁਆਰਾ ਆਖਦੇ ਨੇ। ਇੱਕ ਦੂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਉੱਚੀ ਅਵਸਥਾ ਵਾਲਾ ਹੈ। ਕੋਈ ਪਹਿਲੀ ਭੂਮਿਕਾ ਸੁਭ ਇੱਛਾ ਹੈ, ਕੋਈ ਦੂਸਰੀ ਭੂਮਿਕਾ ਤੇ ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤੂਆ ਪਾਦਕ, ਤੇ ਪੰਜਵੀਂ ਭੂਮਿਕਾ ਅਸੰਸਗਤ, ਪਦਾਰਥ ਭਾਵਨੀ ਤੇ ਤੁਰੀਆ ਪਦ ਆਦਿ। ਇਹ ਅਵਸਥਾ ਇੱਕ ਦੋ ਇੱਕ ਚੜ੍ਹਨ ਵਾਲੀਆਂ। ਕਹਿੰਦੇ ਇਹਨਾਂ ਅਵਸਥਾ ਬਾਰੇ ਤੇ ਕਹਿ ਸਕੋ। ਪ੍ਰਸ਼ਨ ਸੀ, ਆਪ ਕਿਰਪਾ ਕਰਕੇ ਉਸ ਸਰੂਪ ਨੂੰ ਵਰਣਨ ਕਰੋ ਜੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਵੱਡਾ ਸਾਹਿਬ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਐ। ਉਹ ਵੱਡਾ ਤ੍ਰੈ ਕਾਲ ਆਬਾਦ ਰੂਪ ਹੈ, ਮਾਇਆ ਬਿਰਤੀ ਦੁਆਰਾ ਸਭ ਦਾ ਸਹਿਬ ਮਾਲਕ ਹੈ। ਉਹਦੀ ਵੱਡੀ ਨਾਈ ਮਹਿਮਾ, ਉਹਦਾ ਸਤਨਾਮ ਨਾਈ ਆਵਾਜ਼ ਜਿਹੜੀ ਸਭ ਤੋਂ ਵੱਡੀ ਹੈ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਕੀਤਾ ਜਾ ਕਾ ਹੋਵੇ, ਜਾ ਕਾ ਜਿਸ ਦਾ ਕੀਤਾ ਹੋਇਆ ਸਾਰਾ ਸੰਸਾਰ ਪੈਦਾ ਹੋ ਰਿਹਾ ਹੈ। ਨਾਨਕ ਜੇ ਕੋ ਆਪਾ ਜਾਣੈ, ਅੱਗਾ ਗਿਆ ਨਾ ਸੋ ਹੈ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਸਿੱਖ, ਜੇ ਕੋਈ ਆਪੋ ਆਪਣਾ ਆਪ ਸਰੂਪ ਕਰਕੇ ਗੁਰਾਂ ਦੇ ਉਪਦੇਸ਼ ਦੁਆਰਾ ਜਾਣ ਲਵੇ, ਅੱਗੇ ਪ੍ਰਲੋਕ ਵਿੱਚ ਉਸ ਦੇ ਪ੍ਰਾਣ ਕਿਸੇ ਦੇਸ਼ ਨੂੰ ਗਵਨ ਨਹੀਂ ਕਰਦੇ, ਨਾ ਹੀ ਉਹ ਦੁਨੀਆ ਦੇ ਵਿੱਚ ਜੰਮਦਾ ਮਰਦਾ ਹੈ। ਜੋ ਸਤਚਿਤ ਆਨੰਦ ਸਰੂਪ ਸੋ ਹੈ, ਸੋ ਕੀ ਉਹ ਉਲਟ ਕੇ ਉਹਦਾ ਸਰੂਪ ਹੈ ਹੋ ਜਾਂਦਾ ਹੈ। ਇਹ ਸਿੱਖ ਦੁਆਰਾ ਪ੍ਰਸ਼ਨਾਂ ਦੇ ਉੱਤਰ 21ਵੀਂ ਪੌੜੀ ਦੇ ਵਿੱਚ ਉਪਦੇਸ਼ ਵਰਣਨ ਕੀਤਾ। ਤੇ ਇਹਦਾ ਜਿਹੜਾ ਮੁੱਖ ਭਾਵ ਹੈ, ਇਸ ਪੌੜੀ ਦੇ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ, ਤਪ ਕਰਨ, ਦਾਨ ਕਰਨ, ਦਿਖਾਵੇ ਮਾਤਰ, ਤਿਲਕਾ ਮਾਨ ਥੋੜ੍ਹਾ ਜਿਹਾ ਸਤਕਾਰ ਮਿਲਦਾ ਹੈ, ਅਲਪ ਕਾਲ ਵਾਸਤੇ ਤਿਲਕ ਜਾਣ ਵਾਲਾ ਹੈ, ਇਹ ਕਥਨ ਕੀਤਾ ਹੈ। ਤਿਲ ਭਰ ਵੀ ਮਿਲ ਜਾਵੇ ਉੱਥੇ ਜੇ ਦਾਨ ਕੀਏ, ਉਹ ਫਿਰ ਮਾਣ ਮਣਾ ਮੂੰਹਾਂ ਵੀ ਮਿਲਦਾ। ਜਿਹੜਾ ਪ੍ਰੇਮ ਨਾਲ ਸਤਿਗੁਰੂ ਦੇ ਨਾਮ ਨੂੰ ਸੁਣਦਾ ਹੈ, ਮੰਨਣ ਕਰਦਾ ਹੈ, ਨਿਧਿਆਸਨ ਕਰਦਾ ਹੈ, ਕਹਿੰਦੇ ਇਸ ਪਰਮੇਸ਼ਰ ਦਾ ਭਾਵ ਪ੍ਰਕਾਸ਼ ਹੋ ਜਾਂਦਾ ਉਹਨਾਂ ਨੂੰ। ਮਨੁੱਖ ਦੇ ਅੰਦਰ ਹੀ ਤੀਰਥ ਰੂਪ ਪਰਮੇਸ਼ਰ ਹੈ, ਉਹਦੇ ਵਿੱਚ ਇਸ਼ਨਾਨ, ਸੱਚਤਾ ਬਣ ਜਾਂਦੀ, ਆਤਮ ਤੀਰਥ ਕਰ ਇਸ਼ਨਾਨ, ਪਾਪਾਂ ਰੂਪੀ ਮੈਲ ਲੈ ਜਾਂਦੀ ਹੈ। ਸਤਿਪੁਰਖਾਂ ਦੇ ਅੰਦਰ ਅਤੇ ਬਾਹਰ ਗਰੀਬੀ ਹੁੰਦੀ ਹੈ। ਉਹ ਇਉਂ ਬੇਨਤੀ ਕਰਦੇ ਨੇ ਕਿ ਸਤਿਗੁਰੂ ਸਾਡੇ 'ਚ ਕੋਈ ਗੁਣ ਨਹੀਂ, ਸਾਰੇ ਤੇਰੇ ਅੰਦਰ ਗੁਣ। ਉਹ ਕਹਿੰਦੇ ਨੇ ਸਾਨੂੰ ਤਾਂ ਮਹਾਰਾਜ ਤੇਰੇ ਵੱਲੋਂ ਗੁਣਾਂ ਦੀ ਦਾਤ ਪ੍ਰਾਪਤ ਹੋਈ ਹੈ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਸ਼ੁਭ ਗੁਣ ਧਾਰਨ ਕੀਤਿਆਂ ਬਗੈਰ ਆਪ ਜੀ ਦੀ ਭਗਤੀ ਨਹੀਂ ਹੋ ਸਕਦੀ ਹੈ। ਆਪ ਸ਼ੁਭ ਗੁਣ ਬਖਸ਼ੋ। ਸ੍ਰਿਸ਼ਟੀ ਦੀ ਉਤਪਤੀ ਬਾਰੇ ਕਥਨ ਕੀਤਾ ਹੈ। ਮਾਇਆ ਤੇ ਕਲਿਆਣ ਸਰੂਪ ਬ੍ਰਹਮ ਦੇ ਕਲਪ ਤਦਾਤ ਨੂੰ ਸੰਬੰਧ ਕਰਕੇ ਇਹ ਬਾਣੀ ਉਚਾਰਨ ਕੀਤੀ। ਇੱਕ ਬਾਣੀ ਤੋਂ ਸਾਰਾ ਸੰਸਾਰ ਦੀ ਉਤਪਤੀ ਕੀਤੀ ਹੈ। ਸਵਾਸ ਤਤ ਬਾਣੀ ਬਰਮਾਓ, ਬ੍ਰਹਮਾ ਆਦਿਕ ਬ੍ਰਹਮੰਡ ਰਚੇ ਗਏ ਨੇ। ਸ੍ਰਿਸ਼ਟੀ ਨੂੰ ਪੈਦਾ ਕਰਕੇ ਪਰਮਾਤਮਾ ਬਦਲਦਾ ਨਹੀਂ, ਉਹ ਪਰਣਵਾਦ ਨੂੰ ਪ੍ਰਾਪਤ ਹੁੰਦੇ, ਵਿਵਰਤਵਾਦ ਵਿੱਚ ਵਰਤਦਾ ਹੈ। ਸਤ ਸੁਣ ਸਦਾ ਮਨ ਚਾਓ, ਸਦਾ ਸਚੇਤ ਆਨੰਦ ਸਰੂਪ ਹੈ।
ਫਿਰ ਕਿਹਾ ਉਹ ਵੇਲਾ ਕਿਹੜਾ ਹੈ, ਉਹ ਵਕਤ ਕਿਹੜਾ ਹੈ, ਉਹ ਰੁੱਤ ਕਿਹੜੀ ਹੈ, ਥਿਤ ਕਿਹੜੀ ਹੈ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਉਹ ਵੇਲਾ ਕੋਈ ਵੀ ਪੁਰਾਣਾ ਆਦਿ ਦੇ ਵਿੱਚ ਲਿਖਿਆ ਹੋਇਆ ਨਹੀਂ, ਨਾ ਬਿਆਸ ਆਦਿ, ਨਾ ਮੁਹੰਮਦ ਸਾਹਿਬ ਆਦਿ ਕੁਰਾਨਾਂ ਵਾਲੇ, ਨਾ ਜੋਗੀ ਜਾਣ ਸਕਦੇ ਹੈ। ਕਰਤਾ ਪੁਰਖ ਜਦੋਂ ਸ੍ਰਿਸ਼ਟੀ ਨੂੰ ਸਾਜਦਾ ਹੈ ਉਹ ਆਪ ਹੀ ਜਾਣਦਾ ਹੈ ਕਿਵੇਂ ਉਹਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ, ਕਿਵੇਂ ਪਾਲਣਾ ਕਰ ਰਿਹਾ ਹੈ, ਕਿਵੇਂ ਇਹਨੂੰ ਨਾਸ ਕਰਦਾ ਹੈ। ਸਾਰੀ ਦੁਨੀਆ ਕਹਿਣ ਵਾਲੀ ਬਣ ਕੇ ਕਹੀਂ ਤਾਂ ਜਾਂਦੀ ਹੈ, ਇੱਕ ਦੋ ਇੱਕ ਸਿਆਣਾ ਬਣਦਾ ਹੈ, ਪਰ ਵੱਡਾ ਮਾਲਕ ਵਾਹਿਗੁਰੂ ਹੈ, ਵੱਡੀ ਉਸ ਦੀ ਮਹਿਮਾ। ਅਤੇ ਜਿਸ ਕਰਕੇ ਉਹਦਾ ਕੀਤਾ ਹੋਇਆ ਸਾਰਾ ਸੰਸਾਰ ਹੁੰਦਾ ਹੈ। ਜਿਹੜਾ ਕੋਈ ਹਉਮੈ ਕਰਕੇ ਕਹੇ ਕਿ ਮੈਂ ਜਾਣਦਾ ਹਾਂ, ਉਹ ਸਾਧ ਸੰਗਤ ਵਿੱਚ, ਸੱਚਖੰਡ ਵਿੱਚ ਸ਼ੋਭਾ ਨਹੀਂ ਪਾਏਗਾ, ਅਤੇ ਉਹਦਾ ਸਿਰ ਨੀਵਾਂ ਹੋਏਗਾ। ਉੱਥੇ ਜਾ ਕੇ ਪਰਮਾਤਮਾ ਬੇਅੰਤ ਹੈ, ਉਹਦੀ ਮਹਿਮਾ ਜਾਣੀ ਨਹੀਂ ਜਾ ਸਕਦੀ। ਇਹ ਪੌੜੀ 271 ਅੱਖਰ ਵਰਤ ਕੇ ਮਹਾਰਾਜ ਸਾਹਿਬ ਨੇ ਇਹ ਕਿਰਪਾ ਕੀਤੀ ਹੈ। ਅੱਜ ਦਾ ਇਹ ਬ੍ਰਹਮ ਗਿਆਨ ਆਪਾਂ ਨੂੰ ਬਖਸ਼ਿਆ। ਇੱਥੇ ਸਮਾਪਤੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰੀ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।